ਅਗਰ ਹੈ, ਅਗਰ ਤੁਹਾਡੇ ਕੋਲ ਸਕਰੀਨਸ਼ਾਟ ਅਗਰ ਕਰ ਦਿਓ ਤਾਂ ਮਿਹਰਬਾਨੀ, ਬਾਅਦ ਵਿੱਚ ਕਰ ਦਿਓ ਕੋਈ ਗੱਲ ਨਹੀਂ। ਤਾਂ ਅੱਧੇ ਦੇ ਪਈ ਹੋਣੇ ਕੋਲ ਹੀ ਹੋਣੇ ਕਰਦੇ ਨੇ। ਇਹ ਨਹਿਜੁਲ ਬਲਾਗਾ ਹੈ, ਠੀਕ ਹੈ, ਇਮਾਮ ਅਲੀ ਦੇ ਕਲਮਾ, ਇਹ ਇਮਾਮ ਅਲੀ ਦੀ ਇਹ ਆਨਲਾਈਨ ਮਿਲਦੀ ਹੈ। ਨਹਿਜੁਲ ਆਂਦੀ ਕਿ ਨਰਜੁਲ ਆਂਦੇ? ਨਹਿਜ ਹੁੰਦਾ ਨਾ, ਨਹਿਜੁਲ ਬਲਾਗਾ, ਇਹ ਆਨਲਾਈਨ ਮਿਲ ਜਾਂਦੀ? PDF ਤੁਹਾਨੂੰ ਮਿਲ ਜਾਏਗਾ। ਕੀ ਕਹਿੰਦੇ ਇਹਨਾਂ ਵੱਡੀ ਵੀ PDF ਲੋ ਜੋ ਫੋਨ ਕਿੱਥੇ ਗਿਆ, ਪਹਿਲੇ ਤੁਹਾਨੂੰ ਕੱਲ ਦੀ ਬਾਅਦ ਚ ਭੁੱਲ ਜਾਏ ਤੇ ਫਿਰ ਨੁਕਸਾਨ। ਇੱਥੇ 200 ਕੀਤੀ ਹੈ। ਇਹ ਮੌਲਾ ਅਲੀ अलैहिस्सलाम ਦੇ ਖੁਤਬਾਤ ਨੇ ਨਾ ਨਹਿਜੁਲ ਬਲਾਗਾ ਚ। ਬਿਲਕੁਲ ਖੁਤਬਾਤ ਵੀ ਨੇ, ਮਕਤੂਬਾਤ ਵੀ ਨੇ ਤੇ ਹਿਕਮਤਾਂ ਵੀ ਨੇ। ਇਹ 900 ਹਿਕਮਤਾਂ ਨੇ ਖਾਲੀ ਇੱਥੇ। ਯਾਨੀ ਕਿ ਸਾਨੂੰ ਹਲੇ 200 ਤੇ ਉੱਥੇ ਪੜੀਆਂ, ਲੇਕਿਨ ਫਿਰ ਵੀ ਉਹ ਕੀ ਕਹਿੰਦਾ ਕੁੱਤੇ ਦੀ ਪੁੱਛ ਲਈ ਰਹਿਣੀ, ਕੋਈ ਫਰਕ ਨਹੀਂ ਪਿਆ। ਹੁਣ 200 ਤੋਂ ਇੱਥੇ ਸ਼ੁਰੂ ਕੀਤੀ, ਤੁਹਾਨੂੰ ਪਹੁੰਚ ਗਈ ਹੈ ਸਰ। ਤੇ ਨਾਰਾ ਲਾਓ ਬਿਸਮਿਲ੍ਲਾ। ਮੈਂ ਅਸਲ 'ਚ ਧਿਆਨ ਮੇਰਾ ਹੋਰ ਪਾਸੇ, ਨਾਰਾ ਲਾਣਾ ਤੇ ਲਾਓ। ਨਾਰਾ ਤਕਬੀਰ, ਅੱਲਾਹੁ ਅਕਬਰ, ਨਾਰਾ ਰਿਸਾਲਤ ਯਾ ਰਸੂਲ, ਨਾਰਾ हैदरी, ਯਾ हैदरी, ਯਾ नारा हैदरी, ਗੁਲਾਮ ਹੈ ਯਾ ਅਲੀ। ਆ ਤੁਸੀਂ ਹੁਣ ਅਮਰ ਭਾਈ ਨੂੰ ਤੰਗ ਕਰਨਾ ਸੀ। ਗੁਲਾਮ ਹੈ रसूल के गुलाम। अच्छा मैनू इस तरह लगता है भजिया भाई कि जिवें ना 12 रसूल में मौत भी कबूल, जो हो ना इश्क मुस्तफा तो जिंदगी फजूल है। देखा डराएगी भला किसे ये रास्ते की सख्तियां, हम अज़मत रसूल के पास पाए। इसमें मैनू तो लगता है भाई 12 ਰਬੀਉਲ ਅਵਲ ਦਾ ਜਲੂਸ ਲੰਘਦਾ ਪਿਆ ਤੇ ਭਾਬੀਆਂ ਦੇ ਮਹੱਲੇ ਦੇ ਨੇੜੇ ਜਾ ਕੇ ਤੇ ਲਾਰੇ ਲਾਣ ਲੱਗੇ ਉੱਚੀ ਉੱਚੀ ਕਰਕੇ। ਤੂੰ ਪੈਂਦੇ ਨੇ ਗੱਲ ਸੁਣਾ ਨਾ, ਤੂੰ ਬੱਟੇ ਪੈਂਦੇ ਨੇ ਤੇ ਲੜਾਈ ਸ਼ੁਰੂ ਹੋ ਗਈ। ਬੜਾ ਸ਼ੁਕਰ ਲੱਗਦਾ ਸੀ ਨਾ ਉਹਨਾਂ ਦੇ ਨਾਲ। ਉਹ ਬਾਅਦ ਵਿੱਚ ਅਸੀਂ ਬਰੇਲਵੀ ਕਰ ਲਿਆ ਆ, ਵਾਰਸਾ ਹੋ ਗਿਆ ਇਹ ਹੁਣ ਪੱਕੇ ਬਰੇਲਵੀ। ਮੈਂ ਆਨਾ ਤੁਸੀਂ ਇਹ ਆਪਣੇ ਜ਼ਿਹਨ ਚ ਜੋ ਮਰਜ਼ੀ ਖੁਸ਼ਫਹਿਮੀਆਂ ਪਾਲਦੇ ਰਹੋ ਤੇ ਉਹਦੇ ਤੇ ਕੋਈ ਮਤਲਬ ਪਾਬੰਦੀ ਨਹੀਂ ਨਾ। ਲੇਕਿਨ ਇਹ ਵੇ ਕਿ ਉਹ ਫਿਰ ਇੱਕ ਐਗਰੀਮੈਂਟ ਉਸ ਪਿੰਡ ਸਾਡੇ ਚ ਹੋਇਆ ਕਿ ਜਿੰਨਾ ਚਿਰ ਅਹਿਲ ਹਦੀਸ ਦਾ ਮਹੱਲੇ ਚ ਨਿਕਲਿਆ ਜਾਏਗਾ ਤਾਂ ਖਾਮੋਸ਼ੀ ਨਾ ਨਿਕਲਿਆ, ਬਕਾਇਦਾ ਪੁਲਿਸ ਵਿੱਚ ਗਏ ਨਾਰੇ। ਮੈਨੂੰ ਬੜਾ ਕੁਝ ਯਾਦ ਕਰਾਇਆ ਅੱਜ। ਇਹ ਕੰਮ ਰਾਫਜ਼ੀ ਕਰਦੇ ਨੇ, ਉਹ ਜਿੱਥੇ ਬਾਨੀ ਕਵੇ ਨਾ ਕਿ ਇੱਥੋਂ ਛੇਤੀ ਨਿਕਲਣਾ, ਇੱਥੇ ਖਲੋਣਾ ਨਹੀਂ ਹੈ, ਉਹ ਉੱਥੇ ਖਲੋ ਕੇ ਵਾਵਾ ਜ਼ੋਰ ਨਾਲ ਫਿਰ ਸੀਨਾ ਕੋ ਵੀ ਕਰਦੇ ਨੇ ਕਿ ਵੇਖੇ ਇੱਥੇ ਹੁੰਦਾ ਕੀ ਹੈ। ਤੇ ਉਹੀ ਕੰਮ ਤੁਸੀਂ ਕਰਨ ਲੱਗੇ, ਠੀਕ ਹੋ ਗਿਆ। ਸਾਡੇ ਨਾ ਉਹਨੇ ਬਲਾ ਬਾਰਗਾਹ ਦੀ ਬੈਕ ਸਾਈਡ ਤੇ ਨਾ ਮਸਜਿਦ ਵੀ ਹੈ ਨਾ, ਕਿ ਬਾਰਗਾਹ ਦੇ ਅੰਦਰ ਵੀ ਮਸਜਿਦ ਹੈ ਤੇ ਉਹ ਫਿਕਾ ਹਦੀਸ ਦੀ ਮਸਜਿਦ ਹੈ ਉਨੀ ਬਲਾਕ ਬਾਰਗਾਹ ਦੀ ਸਾਈਡ ਤੇ। ਉੱਥੇ ਹੁਣ ਬਾਨੀਏ ਮਜਲਸ ਠੀਕ ਹੈ ਔਰ DPO ਸਾਰੇ ਉੱਥੇ ਖਲੋਤੇ ਹੁੰਦੇ ਨੇ। ਜਦੋਂ ਨਾ ਅਸ਼ੂਰਾ ਦੀ ਰਾਤ ਹੁੰਦੀ ਹੈ ਨਾ, ਉੱਥੇ ਬਕਾਇਦਾ ਉੱਥੇ ਖਲੋਤੇ ਹੁੰਦੇ ਨੇ, ਇੱਥੇ ਖਲੋ ਕੇ ਨਾ ਕੋਈ ਕਰੇ। ਔਰ ਮੌਲਵੀਆਨ ਵੀ ਬਾਹਰ ਖਲੋਤੇ ਹੁੰਦੇ ਨੇ। ਅਸਲ ਜਿਹੜਾ ਐਗਰੀਮੈਂਟ ਹੋ ਜਾਂਦਾ ਨਾ, ਪਹਿਲਾਂ ਇੱਕ ਮਿੰਟ ਮਹਿਰੀਨ ਭਾਈ, ਅਸਲ ਜਿਹੜੀ ਅੱਛੀ ਚੀਜ਼ ਹੈ ਨਾ, ਜਿਹੜੀ ਪਿਛਲੇ ਇੱਕ ਡੈਕੇਡ ਦੇ ਵਿੱਚ ਜਾਂ ਇੱਕ ਦਹਾਈ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਵੀ ਸ਼ਾਇਦ ਸ਼ੁਰੂ ਹੋ ਚੁੱਕੀ ਸੀ, ਕਿ ਇਹ ਪਹਿਲੋਂ ਨਾ ਜਿਸ ਦਿਨ ਵੀ ਕੋਈ ਪ੍ਰੋਗਰਾਮ ਹੁੰਦਾ ਨਾ ਉਸ ਤੋਂ ਪਹਿਲਾਂ ਇੱਕ ਐਗਰੀਮੈਂਟ ਹੋ ਜਾਂਦਾ ਦੋ ਪਾਰਟੀਆਂ ਨੂੰ ਬਾ ਕੇ ਨਾ। ਮੇਰੇ ਖਿਆਲ ਨਾਲ ਖੁਸ਼ਾਇਨ ਗੱਲ ਕਿ ਹਰ ਕਿਸਮ ਦੇ ਨਾ ਸ਼ਰ ਤੋਂ ਲੋਕੀ ਬਚ ਬੁਝ ਕੇ ਨਾ ਆਪਣਾ ਪੁਆਇੰਟ ਅੱਗੇ ਰੱਖਦੇ ਤੇ ਚਲੇ ਜਾਂਦੇ। ਲੜਾਈਆਂ ਤੋਂ ਬੜੀ ਹੱਦ ਤੱਕ ਉਹਦਾ ਨਾ ਬੜਾ ਫਰਕ ਪਿਆ। ਮਿਸਟਰ ਐਕਸ ਸਾਹਿਬ ਦੇਖੋ, ਅਸੀਂ ਮੈਂ ਰਾਫਜ਼ੀ ਕੱਟਰ ਰਾਫਜ਼ੀ ਬੈਠਾ, ਨਜਫ ਮੇਰਾ ਭਰਾ ਬੈਠਾ ਹੈ ਨਾਲ, ਬਰੇਲਵੀ ਬੈਠੇ ਨੇ, ਜ਼ਾਦ ਸਾਹਿਬ ਬੈਠੇ ਨੇ, ਅਹਿਲੇ ਹਦੀਸ ਗੈਰ ਮੁਕੱਲਿਦੀਨ ਉਸਤਾਦ ਹੋਰੀ ਬੈਠੇ ਨੇ, ਹਰ ਕਿਸੇ ਦੀ ਫਿਕਰ ਮੌਜੂਦ ਹੈ। ਲੇਕਿਨ ਅਸੀਂ ਜਿਸ ਮਨਹਜ ਤੇ ਮੁਤਹਿਦ ਦਾ ਮੁਤਫਿਕ ਹਾਂ ਔਰ ਏਕਾ ਵੇ ਔਰ ਕੰਧ ਬਣ ਕੇ ਖਲੋਤੇ ਮਜ਼ੀਦ ਦੇ ਖਿਲਾਫ, ਉਹ ਖਤਮ ਨਬੂਵਤ। ਤੁਹਾਡੇ ਮਸਾਲਿਕ ਤੁਹਾਨੂੰ ਮੁਬਾਰਕ ਹੋਣ, ਤੁਹਾਡੀ ਫਿਕਰ ਤੁਹਾਨੂੰ ਮੁਬਾਰਕ ਹੋਣ, ਜਿਹੜੀ ਫਿਕਰ ਤੇ ਤੁਸੀਂ ਜ਼ਿੰਦਾ ਰਹਿਣਾ ਚਾਹੁੰਦੇ ਹੋ, ਜਿਹੜੇ ਮਨਹਜ ਤੇ ਜ਼ਿੰਦਾ ਰਹਿਣਾ ਚਾਹੁੰਦੇ ਹੋ। ਲੇਕਿਨ ਘੱਟ ਤੋਂ ਘੱਟ ਮੈਨੂੰ ਇਹ ਖੁਸ਼ੀ ਹੁੰਦੀ ਹੈ ਕਿ ਸਾਡਾ ਏਕਾ ਸਿਰਫ ਔਰ ਸਿਰਫ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਖਤਮ ਨਬੂਵਤ। ਜਦੋਂ ਤੁਸੀਂ ਇਹ ਸਟੇਟਮੈਂਟ ਦਿੰਦੇ ਹੋ ਨਾ ਪਏ, ਜਦੋਂ ਤੁਸੀਂ ਇਹ ਸਟੇਟਮੈਂਟ ਦਿੰਦੇ ਹੋ ਪਏ, ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕੀ ਕਰਦੇ ਹੋ। ਠੀਕ ਹੈ, ਉਸ ਤੋਂ ਉਹ ਇਹੋ ਹੀ ਸਟੇਟਮੈਂਟ ਬਾਅਦ ਬਰਾਡਾ ਤੇ ਫਿਰ ਇਸੇ ਤਰ੍ਹਾਂ ਇਸਤੇਮਾਲ ਕੀਤੀ ਜਾਂਦੀ, ਜਿਹੜੀ ਹਦੀਸ ਪੇਸ਼ ਕੀਤੀ ਜਾਂਦੀ ਹੈ ਕਿ ਆਪਸ ਵਿੱਚ ਸਾਰਿਆਂ ਦੇ ਮਸਾਇਲ ਹੋਣਗੇ ਲੇਕਿਨ ਇੱਕ ਪਾਸੇ ਸਾਰੇ ਇਕੱਠੇ ਹੋ ਜਾਣਗੇ। ਹਾਂ, ਇਕੱਠੇ ਹੋ ਜਾਣਗੇ ਤੇ ਉਹ ਵੀ ਇਕੱਠੇ ਨਹੀਂ ਨਾ। ਇਹ ਜਿੱਥੇ ਕਹਿੰਦੇ ਨੇ ਬਈ ਦੇਖੋ ਬਖਤਰਾਂ ਨੇ ਸਾਨੂੰ ਜਿਹੜਾ ਜਹਨਮੀ ਕਰਾਰ ਦੇ ਛੜੇ, ਤੇ ਉੱਥੇ ਵੀ ਇਹ ਦੋ ਸਨ ਨਾ, ਉੱਥੇ ਵੀ ਕਹਿੰਦੇ ਨਹੀਂ ਸਨ।
ਅਲਫਾਜ਼ ਦੇ ਮਨਜ ਤੇ ਇਕੱਠੇ ਨੇ, ਬਲਕਿ ਹਰ ਮਨਜ ਦੇ ਉੱਤੇ ਜਿੱਥੇ ਵੀ ਕਿਸੇ ਕੁਫਰ ਦੇ ਨਾਲ ਮੁਕਾਬਲਾ ਕਰਨਾ ਪਿਆ ਤਾਂ ਮੁਸਲਮਾਨ ਸਾਰੇ ਆਪਸ ਦੇ ਇਖਤਲਾਫਾਤ ਨੂੰ ਭੁਲਾ ਕੇ ਤੇ ਕੁਫਰ ਦੇ ਖਿਲਾਫ ਇਕੱਠੇ ਹੋ ਜਾਂਦੇ। स्टेटमेंट हमेशा नपी तुली होनी चाहिए, जिस तुम स्टेटमेंट को देते हो नपी तुली होनी चाहिए, लफ्ज़ ਦਾ ਚੁਣਾव बेहतरीन तरीके ਨਾਲ ਕਰਨਾ ਨਹੀਂ ਮਿਸਟਰ ਸਾਹਿਬ ਤੁਸੀਂ ਮੈਨੂੰ ਇਹ ਦੱਸੋ, ਅਗਰ ਤੁਸੀਂ ਮੁਸਲਮਾਨ ਵੀ ਕਹਿ ਲਓਗੇ ਨਾ ਤੇ ਉਹਨਾਂ ਦਾ ਰਾਂਝਾ ਰਾਜ਼ੀ ਹੋਏਗਾ? ਉਹਨਾਂ ਕਹਿੰਦੇ ਨਹੀਂ ਨਹੀਂ ਇਹ ਤੇ ਇੱਕ ਦੂਸਰੇ ਦੇ ਗਾਟਕ ਕੱਢਣ ਨੂੰ ਰਾਜ਼ੀ ਨੇ, ਇਹ ਤੇ ਇੱਕ ਦੂਸਰੇ ਦੇ ਕੁਫਰ ਦੇ ਫਤਵੇ ਲਾਉਂਦੇ ਨੇ, ਇਹ ਕਿਥੋਂ ਮੁਸਲਮਾਨ ਹੋ? ਬਹਰਹਾਲ ਬਹਿਰੀਨ ਭਾਈ ਥੋੜੀ ਗੱਲ ਨੂੰ ਜ਼ਿਆਦਾ ਸਮਝੋ ਨਾ, ਜਿੰਨਾ ਕੁ ਕੀਤੀ ਹੈ ਲਾਮਾ ਸਾਹਿਬ ਬਿਹਤਰੀਨ। ਮੈਂ ਕਹਿ ਰਿਹਾ ਉਹਨਾਂ ਦਾ ਰਾਂਝਾ ਨਹੀਂ ਰਾਜ਼ੀ ਹੋ ਸਕਦਾ, ਤੁਸੀਂ ਫਿਰ ਮੈਂ ਕਹਿੰਦਾ ਫਿਰ ਵੀ ਅਸੀਂ ਮੁਸਲਮਾਨ ਨਹੀਂ ਜ਼ਿੱਦ ਕਰੀ ਜਿਹੜੀ ਗੱਲ ਸਹੀ ਕਹਿ ਰਹੇ ਨੇ ਕਿ ਜਿਨ੍ਹਾਂ ਲੋਕਾਂ ਦਾ ਧੰਦਾ ਹੀ ਦਿਹਾੜੀ ਸਾਰੀ ਇਹ ਵੇ ਕਿ ਤੁਹਾਡੇ ਮੂੰਹ 'ਚ ਡਿੱਗਿਆਂ ਲਫ਼ਜ਼ਾਂ ਨੂੰ ਉਹਨਾਂ ਨੇ ਚੁੱਕ ਕੇ ਤੇ ਵੇਖਣਾ ਹੈ ਵੀ ਕਿਹੜੇ ਲਫ਼ਜ਼ 'ਚ ਗੁੰਜਾਇਸ਼ ਹੈ, ਉਹਨੂੰ ਫੜ ਕੇ ਉਹਨਾਂ ਨੇ ਤੇ ਗਲਤ ਇਸਤੇਮਾਲ ਕਰਨਾ ਹੈ ਤੇ ਉਹਦੇ ਤੋਂ ਸਮਝਣਾ ਚਾਹੀਦਾ, ਇਬਰਤ ਹਾਸਿਲ ਕਰਨੀ ਚਾਹੀਦੀ ਹੈ। ਐਸਾ ਲਫ਼ਜ਼ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਉਹਨੂੰ ਬੰਦੇ ਨੂੰ ਮੌਕਾ ਮਿਲੇ ਹੋਰ ਬਿਹਤਰ ਅਲਫਾਜ਼ ਇਸਤੇਮਾਲ ਕਰ। ਮੈਂ ਵੀ ਜਿਹੜੇ ਕਰ ਦਿੱਤੇ ਨੇ ਵੀ ਕੋਈ ਆਖਰੀ ਸੱਚਾਈ ਨਹੀਂ ਹੈ, ਅਗਰ ਇਹਦੇ ਤੋਂ ਵੀ ਬਿਹਤਰ ਹੋ ਸਕਣ ਤਾਂ ਉਹ ਵੀ ਠੀਕ ਨੇ, ਲੇਕਿਨ ਬਹਰਹਾਲ ਹਮੇਸ਼ਾ ਇਹਨਾਂ ਤੋਂ ਬਚੋ। ਇਹਨਾਂ ਨੇ ਸਾਰੀ ਦਿਹਾੜੀ ਇਹਨਾਂ ਕੋਲ ਦਲੀਲ ਕੋਈ ਨਹੀਂ, ਸਿਰਫ ਲਫ਼ਜ਼ਾਂ ਦਾ ਕਾਰੋਬਾਰ ਹੈ। ਇਹਨੇ ਫਲਾਣੇ ਨੇ ਇਹ ਲਫ਼ਜ਼ ਬੋਲਿਆ, ਫਲਾਣੇ ਦੀ ਕਿਤਾਬ 'ਚ ਉਹ ਲਫ਼ਜ਼ ਲਿਖੇ ਹੈ, ਇਹ ਬੋਲ ਦਿੱਤਾ ਉਹ। ਬਾਈ ਜੋ ਅਕੀਦਾ ਹੈ ਨਾ ਉਹ ਆਪਣੀ ਜਗ੍ਹਾ ਮੁਸਤਹਿਕਮ ਹੁੰਦਾ। ਤੁਸੀਂ ਕਿਤਾਬਾਂ ਦੇ ਵਿੱਚ ਤੁਹਾਡੀਆਂ ਦੇ ਵਿੱਚ ਕੀ ਨਹੀਂ ਲਿਖਿਆ, ਲੇਕਿਨ ਜਿਹੜਾ ਤੁਹਾਡਾ ਅਕੀਦਾ ਉਹ ਕੋਈ ਹੈ। ਅਸੀਂ ਉਸ ਅਕੀਦੇ ਦੀ ਫੋਕਸ, ਤੁਹਾਨੂੰ ਉਸ ਅਕੀਦੇ ਦੀ ਵਜ੍ਹਾ ਤੋਂ ਹੀ ਤੁਹਾਡੇ ਬਾਰੇ ਜੋ ਵੀ ਲੋਕਾਂ ਨੇ ਫੈਸਲਾ ਕੀਤਾ ਕਿ ਉਹ ਅਕੀਦਾ ਮੁਸਲਮਾਨਾਂ ਵਾਲਾ ਨਹੀਂ ਬਸ। ਬਾਕੀ ਕਿਤਾਬਾਂ ਦੇ ਵਿੱਚ ਤੇ ਦਿਹਾੜੀ ਸਾਰੀ ਸਿਰ ਪਟੋਲ ਹੀ ਹੁੰਦੀ ਹੈ ਨਾ। ਅੱਛਾ, ਮੈਂ ਵੀ ਤੁਹਾਨੂੰ ਇੱਕ ਆਡੀਓ ਸੁਣਾਣੀ ਸੀ ਤੇ ਉਹ ਮੈਂ ਕਿੱਥੋਂ ਸੁਣਾਵਾਂ? ਦੂਜੇ ਮੋਬਾਈਲ ਤੇ ਕਰਕੇ ਸੁਣਾਵਾਂ? ਨਾਸਰ ਭੱਟ ਦੀ ਆਡੀਓ ਇੱਕ ਸੁਣਾਣੀ ਤਾਂ। ਅੱਛਾ ਮਨੂ ਸੁਣਾਣੀ ਜੀ, ਠੀਕ ਹੋ ਗਿਆ। ਸਭ ਨੂੰ ਸੁਣਾਣੀ, ਮਿਸਟਰ ਐਕਸ ਸਾਹਿਬ ਨੂੰ ਵੀ ਸੁਣਾਣੀ ਹੈ। ਉਹ ਮਿਸਟਰ ਐਕਸ ਸਾਹਿਬ ਇੱਥੇ ਤੁਸੀਂ ਆਡੀਓ ਚਲਾਣੀ ਤੇ ਉਹਨੇ ਮੈਸੇਜ ਕਰਨ ਲੱਗ ਪੈਣਾ, ਇਹਨੂੰ ਆਖ, ਇਹਨੂੰ ਇਹ ਆਖ, ਇਹਨੂੰ ਇਹ ਆਖ। ਕਿਹਨੂੰ ਮੈਸੇਜ? ਮੈਨੂੰ ਕਰਨਾ ਨਾ, ਨੰਬਰ ਹੀ ਕੋਈ ਨਹੀਂ ਹੈ। ਉਹ ਰਾਤੀ ਮੈਸੇਜ ਜੀ ਮਿਸਟਰ ਐਕਸ ਸਾਹਿਬ ਕੈਲੀਬਰ ਉਹਨਾਂ ਦਾ ਚੈੱਕ ਕਰੋ, ਤੁਸੀਂ ਦੁੱਧ 'ਚ ਪਾਣੀ ਪਾਉਂਦੇ ਹੋ, ਮਿਰਜ਼ਾ ਸਾਹਿਬ ਸੱਚੇ ਨੇ। ਤੁਸੀਂ ਜੁੱਤੀ ਲਾ ਕੇ ਸੌਂਦੇ ਹੋ, ਤੁਸੀਂ ਮਿਰਜ਼ਾ ਸਾਹਿਬ ਸੱਚੇ ਨੇ। ਇਹ ਉਹਨਾਂ ਦੀ ਦਲੀਲ ਜੇ। ਲਾਮਾ ਸਾਹਿਬ ਤੇ ਹੋ ਗਏ ਬਿਜ਼ੀ, ਦੋਵੇਂ ਲਾਮੇ ਬਿਜ਼ੀ ਹੋ ਗਏ। ਮੈਂ ਨਹੀਂ ਬਿਜ਼ੀ ਨਹੀਂ ਹੋਏ ਉਹ। ਅੱਛਾ, ਇਹਦੇ 'ਚ ਇੱਕ ਖਾਸ ਨੁਕਤਾ ਹੈ ਜਿਹੜਾ ਮੈਂ ਵੇਖਣਾ ਹੈ ਕਿ ਤੁਹਾਡੇ ਚੋਂ ਕਿਹੜਾ ਜ਼ੀਰਕ ਹੈ ਜਿਹੜਾ ਉਸ ਨੁਕਤੇ ਨੂੰ ਪਕੜਦਾ ਹੈ। ਇਸ ਆਡੀਓ ਦੇ ਵਿੱਚ ਇੱਕ ਐਸਾ ਮਾਰਫਤ ਦਾ ਨੁਕਤਾ ਹੈ ਜਿਹੜਾ ਮੈਂ ਵੇਖਣਾ ਚਾਹੁੰਦਾ ਕਿ ਤੁਹਾਡੇ 'ਚ ਸਭ ਤੋਂ ਜ਼ਿਆਦਾ ਜ਼ੀਰਕ ਕੌਣ ਹੈ ਔਰ ਉਸ ਨੁਕਤੇ ਨੂੰ ਪਕੜਦਾ ਹੈ। ਜਿਹਨੇ ਮੈਨੂੰ ਰਾਤੀ ਆਡੀਓ ਘੱਲੀ ਹੈ ਉਹਨੇ ਉਸੇ ਨੁਕਤੇ ਦੀ ਵਜ੍ਹਾ ਤੋਂ ਘੱਲੀ ਹੈ ਤੇ ਇਹ ਸੁਣ ਲੈਣਾ। ਹੁਣ ਮੈਂ ਪਲੇ ਕਰਨ ਲੱਗਾ, ਮਿਊਟ ਕਰਕੇ ਤੇ ਗੌਰ ਨਾਲ ਸੁਣੋ। ਤੁਸੀਂ ਖਬੀਸ ਲੋਗੋ, ਗਲੀਜ਼ ਲੋਗੋ, ਇਹਨੇ ਲਾਈ ਜਾਂ ਸ਼ਾਇਦ ਕੋਈ ਪੁੱਛ ਕਿ ਕੌਣ ਖਵਾਤੀਨ ਦੀ ਫੋਟੋ ਲਵਾਉਂਦਾ ਸੀ। ਇਹ ਖਬੀਸ, ਇਹ ਗੰਦਾ ਬੰਦਾ। ਤੇ ਇੱਥੇ ਮੈਨੂੰ ਲਾਂਬੇ ਮਾਰ ਨੂੰ ਕਿਹਾ ਸੀ ਨਾ ਕਿ ਤੇਰੀ ਮਾਂ ਦੀ ਫੋਟੋ ਹੈ, ਮੈਂ ਕਦੀ ਵੀ ਕਿਸੇ ਨੂੰ ਨਹੀਂ ਸੀ ਦਿੱਤੀ ਤੇ ਨਾ ਲਾਈ ਸੀ। ਲੱਗੀ ਸੀ ਨਾ ਪੂਛਲ ਤੇ ਅੱਗ, ਲੱਗੀ ਸੀ ਨਾ ਅੱਗ, ਆਈਏ ਮੈਂ ਲਾਈ ਨਹੀਂ ਨਾ। ਮੈਂ ਇਹਨੂੰ ਸਿਰਫ ਆਖਿਆ ਆ ਗਿਆ ਨਾ ਹੁਣ ਕਹਿੰਦਾ ਮਾਂ ਪਿਓ ਦੀਆਂ ਫੋਟੋਆਂ ਲਵਾਉਂਦਾ। ਐਡੇ ਮਾਂ ਪਿਓ ਹੁੰਦੇ ਨੇ, ਦੂਜੇ ਦੇ ਮਾਂ ਪਿਓ ਨਹੀਂ ਹੁੰਦੇ। ਜਿਲੇ ਇਹ ਲਵਾਉਂਦਾ ਸੀ ਸ਼ਾਇਦ ਇਹਨੇ ਕਲਮਾ ਪੜ੍ਹ ਕੇ ਗਿਆ, ਉਹਨੇ ਕਿਹਾ ਸਾਡੇ ਕੋਲ ਫੋਟੋਆਂ ਲਵਾਉਂਦਾ ਰਿਹਾ ਅਮਰ ਜੀ। ਤੇ ਦੂਜਾ ਮੈਨੂੰ ਕਹਿਣ ਲੱਗਿਆ ਮਿਰਜ਼ਾ ਸਾਹਿਬ ਦੀ ਤਰਬੀਅਤ ਤੇ ਅਮਲ, ਤਲੀਮ ਤੇ ਅਮਲ ਤੇ ਇਹ ਜਿਹੜਾ ਕੀਤਾ ਸੀ ਕਿਹਦੀ ਤਲੀਮ ਤੇ ਅਮਲ ਕੀਤਾ ਸੀ? ਤੇਰੇ ਚ ਇੰਨੀ ਜ਼ਰੂਰਤ ਨਹੀਂ ਹਲਾਕੀ ਦੇ ਤੂੰ ਇਹਨੂੰ ਜਵਾਬ ਤੇਰੇ ਕੋਲ ਮੰਗੀਏ ਤਾਂ ਤੂੰ ਮੂੰਹ ਘੁੱਟ ਕੇ ਬਹਿ ਜਾਣਾ। ਪੁੱਛੀ ਸੁਣਾ ਕਿਹਦੀ ਤਲੀਮ ਤੇ ਅਮਲ ਕਰ ਰਿਹਾ? ਬਾਕੀ ਉਹ ਜਿਹੜੀ ਉੱਤੇ ਤਕਰੀਰ ਕੀਤੀ ਸੀ ਨਾ, ਉਹਨੂੰ ਕਹਿ ਸ਼ੁਕਰ ਕਰ ਕਿ ਮੈਂ ਜਮਾਤ ਵਿੱਚ ਬੈਠਿਆ ਹੀ ਹੈ। ਜਿਸ ਤਰ੍ਹਾਂ ਮੈਂ ਜਮਾਤ ਐਫ ਵੇਖੇਗਾ ਤੇਰਾ ਮੈਂ ਕਰਨਾ ਕੀ। ਇਹਨੇ ਜਾਨ ਛੁਡਾਣੀ ਹੈ ਮੇਰੇ ਕੋਲ ਤੇ ਮੈਂ ਇਹਦੀ ਜਾਨ ਛੱਡਣੀ ਨਹੀਂ।
ਮੈਂ ਜਿਹੜੀਆਂ ਗਾਲਾਂ ਕੱਢਦਾ ਨਾ ਫਲਾਣਾ ਫਲਾਣਾ ਹਾਂ ਜਿਹੜੇ ਉੱਤੇ ਇੱਕ ਦੋ ਲਫ਼ਜ਼ ਗਏ ਨਾ ਉਹਨੇ ਦਰੁਸਤ ਗਏ ਨਾ ਔਰ ਮੈਨੂੰ ਕਹਿਣਾ ਵੀ ਹੈ ਜੇ ਉਹ ਮਾਂ ਭੈਣ ਦੀ ਕਹਿੰਦਾ ਤਾਂ ਮਾਂ ਭੈਣ ਦੀ ਰਿਕਾਰਡਿੰਗ ਕੱਢ ਨਹੀਂ ਸਕਦਾ ਹਰਾਮਜ਼ਾਦਾ ਇੰਜ ਇਲਜ਼ਾਮ ਲਾਉਂਦਾ ਝੂਠ ਬੋਲਦਾ ਇਹਨੇ ਲਾਈ ਜਾਂ ਸ਼ਾਇਦ ਕੋਲ ਪੁੱਛ ਖਬੀਸ ਲੋਕ ਹੋ ਅੱਛਾ ਜੀ ਸੁਣ ਲਈ ਜੇ ਇਹਦੇ ਵਿੱਚ ਇੱਕ ਨੁਕਤਾ ਬਿਆਨ ਹੋਇਆ ਹੈ ਤੇ ਮੈਂ ਜਿੰਨੇ ਬੰਦੇ ਪੈਨਲ ਤੇ ਨੇ ਵੇਖਣਾ ਕਿ ਉਹਨਾਂ 'ਚ ਕਿਹੜਾ ਕਿਹੜਾ ਜਾਗਦਾ ਪਿਆ ਕਿਹੜਾ ਕਿਹੜਾ ਗੱਲ ਨੂੰ ਧਿਆਨ ਨਾਲ ਸੁਣਦਾ ਪਿਆ ਸਟਾਰਟਿੰਗ ਤੋਂ ਅਖੀਰ ਤੱਕ ਗਾਲਾਂ ਹੀ ਦਿੱਤੀਆਂ ਨੇ ਨਾ ਉਹਨੇ ਵੰਡ ਕੀਤੀ ਕਿ ਤੁਹਾਡੀ ਹੈ ਜਾਂ ਮੇਰੀ ਠੀਕ ਹੈ ਨਾ ਮੈਂ ਜਮਾਤ ਵਿੱਚ ਮੌਜੂਦ ਹਾਂ ਜਿੱਦਣ ਮੈਂ ਜਮਾਤ ਚੋਂ ਨਿਕਲ ਗਿਆ ਹਾਂ ਤੇ ਉਹ ਜੀ ਸਾਹਿਬ ਬਿਲਕੁਲ ਠੀਕ ਹੈ ਮੇਰੇ ਵੀ ਆਈ ਮੌਕਾ ਹੋਇਆ ਇਹ ਤੇ ਕੰਮ ਖਰਾਬ ਹੋ ਜਾਣਾ ਹੈ ਇਹ ਨਜ਼ਰ ਮੈਂ ਝੱਲਾ ਸਮਝਣਾ ਸਾਰਿਆਂ ਤੋਂ ਤੇ ਜੇ ਇਹ ਫਸਟ ਨੰਬਰ ਲੈ ਗਿਆ ਤੇ ਫਿਰ ਤੁਹਾਡਾ ਕੀ ਬਣੇਗਾ ਪਿੱਛੋਂ ਇਹ ਪੁਆਇੰਟ ਇੰਨਾ ਕੁ ਵਾਜੇ ਸੀ ਮੈਂ ਛੱਡਾਂਗਾ ਫਿਰ ਤੈਨੂੰ ਪਤਾ ਲੱਗ ਜਾਵੇਗਾ ਫਿਰ ਕਹਿੰਦਾ ਜਮਾਤ ਦੀ ਮੁਹੱਬਤ 'ਚ ਨਹੀਂ ਹੈ ਜੋ ਕੁਝ ਕਰ ਰਿਹਾ ਜਮਾਤ ਹੀ ਕਰਾ ਰਹੀ ਹੈ ਨਹੀਂ ਨਹੀਂ ਇਹ ਗੱਲ ਭਾਈਜਾਨ ਇਹ ਅੱਛਾ ਆਮਰ ਭਾਈ ਨੂੰ ਗੱਲ ਕਰਨ ਦਿਓ ਗੱਲ ਐਸੇ ਫਿਕਰੇ 'ਚ ਲੇਕਿਨ ਮੇਰੇ ਖਿਆਲ ਇਹ ਗੱਲ ਸਹੀ ਤੁਸੀਂ ਲੱਭੀ ਨਹੀਂ ਹੈ ਇਸ ਦਿਨ ਮੈਂ ਜਮਾਤ ਛੱਡ ਦਿੱਤੀ ਉਸ ਦਿਨ ਅੱਗੇ ਕੀ ਲਫ਼ਜ਼ ਸੁਣਾ ਅਮਰ ਭਾਈ ਉਸ ਦਿਨ ਫਿਰ ਤੈਨੂੰ ਲੱਗ ਪਤਾ ਜਾਏਗਾ ਜਿਹੋ ਜਿਹਾ ਇਹਦੇ ਸਿੱਧਾ ਸਵਾਲ ਜਮਾਤ ਦੇ ਅੰਦਰ ਨਹੀਂ ਮੈਂ ਕਹਿ ਰਿਹਾ ਜਿਹੋ ਜਿਹਾ ਬਗੈਰ ਜਮਾਤ ਦੇ ਅੰਦਰ ਉਹ ਬਗੈਰ ਜਮਾਤ ਤੋਂ ਬਾਹਰ ਉਹਦਾ ਜਮਾਤ ਦੇ ਨਾਲ ਕੀ ਲੈਣ ਦੇਣ ਆਪ ਇਹ ਹਰਾਮਜ਼ਾਦੀ ਕਰਕੇ ਫੋਟੋਆਂ ਲਾ ਕੇ ਨਾਲ ਕਹਿੰਦਾ ਵੀ ਹੈ ਭਈ ਇਹ ਸਾਡੀ ਜਮਾਤ ਦੀ ਤਾਲੀਮ ਨਹੀਂ ਉਹ ਤੇ ਮੂੰਹ ਮੰਨਦਾ ਹਾਂ ਇੱਕ ਮਿੰਟ ਮਤਲਬ ਇਹ ਤੇ ਸਿੱਧਾ ਸਵਾਰਾ ਥ੍ਰੈਟ ਹੈ ਸ਼ਾਤਮੀਅਤ ਦਾ ਸ਼ਾਤਮੀਅਤ ਦਾ ਥ੍ਰੈਟ ਹੈ ਅਮਰ ਭਾਈ ਕਿ ਨਹੀਂ ਹੈ ਤੇ ਸਿੱਧੀ ਸਵਾਰੀ ਇਹ ਗਾਲੀ ਗਲੋਚ ਕਰੇਗਾ और किधर ते करेगा केड़ा नहीं यार केड़ा नहीं कर रहा जी जी ਉਹ ਪਹਿਲੇ ਉਸਤਾਦ ਦੇ ਜੈਸੇ ਕਰਦਾ ਸੀ ਤੇ ਹੁਣ ਅਸੀਂ ਵੰਡ ਕੇ ਖਾਣੇ ਅਸਲ 'ਚ ਤੁਸੀਂ ਗੌਰ ਕੀਤਾ ਜਾਂ ਨਹੀਂ ਕੀਤਾ ਔਰ ਰਾਤੀ ਮੈਨੂੰ ਜਿਹਨੇ ਮੈਸੇਜ ਵੀ ਭੇਜਿਆ ਉਹਨਾਂ ਵੀ ਆਖਿਆ ਬਈ ਨਾਸਰ ਭੱਟ ਜਮਾਤ ਛੋੜਨ ਦਾ ਇਸ਼ਾਰਾ ਦੇ ਰਿਹਾ ਹੈ ਜੀ ਕਿ ਮੈਂ ਜਮਾਤ ਜਿਸ ਦਿਨ ਛੱਡ ਦਿੱਤੀ ਫਿਰ ਮੈਂ ਤੇਰੇ ਨਾਲ ਗੱਲ ਕਰਨ ਦਾ ਇਹ ਮੈਂ ਜਮਾਤ ਦੀ ਵਜ੍ਹਾ ਤੋਂ ਪਾਬੰਦ ਨਾ ਬੱਝੇ ਆ ਕੁਝ ਮੈਂ ਕਰ ਨਹੀਂ ਸਕਦਾ ਮੈਂ ਲਿਮਿਟਡ ਆ ਇਹ ਤੇ ਮੈਨੂੰ ਯਾਦ ਆ ਗਈ ਕਿ ਬਈ ਸਾਰੀਆਂ ਗਾਲਾਂ ਕੱਢ ਕੇ ਤੇ ਕਹਿਣਾ ਬਈ ਅਗਰ ਮਨੋ ਸ਼ਰੀਅਤ ਮਾਇਨੇ ਨਾ ਹੁੰਦੀ ਤਾਂ ਮੈਂ ਤੈਨੂੰ ਗਾਲਾਂ ਨਾਲ ਫਨਾਹ ਕਰ ਦਿੰਦਾ ਹੈ ਕਿਹੜੀ ਜਿਹੜੇ ਜਮਾਤ ਦੇ ਅੰਦਰ ਰਹਿੰਦੇ ਨਹੀਂ ਕੱਢੀ ਕਿ ਜਮਾਤ ਛੱਡ ਕੇ ਕੱਢਣੀ ਹੈ ਨਹੀਂ ਉਹ ਤਾਂ ਗੱਲ ਠੀਕ ਹੈ ਲੇਕਿਨ ਬਹਰਾਲ ਉਹ ਜਮਾਤ ਛੱਡਣ ਦਾ ਤੁਹਾਨੂੰ ਇਸ਼ਾਰਾ ਦੇ ਰਿਹਾ ਕਿ ਮੈਂ ਜਿਸ ਦਿਨ ਜਮਾਤ ਛੱਡੀ ਨਾ ਫਿਰ ਮੈਂ ਤੇਰੇ ਨਾਲ ਨਿਬੜਾਂਗਾ ਇਹ ਮੈਂ ਜਮਾਤ ਦੇ ਵਿੱਚ ਆ ਤੇ ਬੱਝੇ ਆ ਜੀ ਇੱਕ ਸਵਾਲ ਹੁੰਦਾ ਹੈ ਕਿ ਇਹ ਜੀ ਵਕਾਰੇ ਅਮਲ ਜਾ ਕੇ ਗਿਣਤੀ ਕਰਵਾਉਂਦੇ ਨੇ ਜੀ ਨਮਾਜ਼ ਅੱਜ ਇਹ ਚੰਗਾ ਕੰਮ ਕੀਤਾ ਹੈ ਚੰਗਾ ਕੰਮ ਕੀਤਾ ਤੇ ਮੈਂ ਤਾਂ ਸਾਰੀ ਜ਼ਿੰਦਗੀ ਨੂੰ ਕਦੀ ਸੁਣਿਆ ਨਹੀਂ ਕਿ ਈਦੈਨ ਦੀ ਵੀ ਨਮਾਜ਼ ਕਦੀ ਪੜਨ ਗਿਆ ਹੈ ਤੇ ਜੇ ਤੂੰ ਜਾਣਦਾ ਨਹੀਂ ਵਕਾਰੇ ਅਮਲ ਜਿਹੜਾ ਵਕਾਰੇ ਅਮਲ ਸਿਰਫ ਉਹਦਾ ਨਾਂ ਹੈ ਜਿਹੜਾ ਉਹ 1 ਜਨਵਰੀ ਨੂੰ ਜਾ ਕੇ ਗੰਦ ਚੁੱਕਦੇ ਨੇ ਨਾ ਉਹਨਾਂ ਦਾ ਉਹਦਾ ਨਾਂ ਵਕਾਰੇ ਅਮਲ ਹਰ ਕੰਮ ਦਾ ਨਾਂ ਵਕਾਰੇ ਅਮਲ ਜਿਹੜਾ ਵਕਾਰੇ ਅਮਲ ਹੁੰਦਾ ਨਾ ਇੱਥੇ ਜਰਮਨੀ ਚ ਬਹਿਰੀਨ ਭਾਈ ਮੈਂ ਦੱਸਣਾ ਮੈਂ ਜਿੱਥੇ ਰਹਿੰਦਾ ਨਾ ਮੇਰੇ ਘਰ ਦੇ ਬਿਲਕੁਲ ਸਾਹਮਣੇ ਸਟਾਡ ਵਾਲੇ ਸਿਟੀ ਸੈਂਟਰ ਨਹੀਂ ਜਿਹੜਾ ਆਉਂਦੇ ਇਹ ਨਹੀਂ ਹੁੰਦਾ ਕਿ ਸਾਰੇ ਸ਼ਹਿਰ ਦਾ ਗੰਦ ਚੁੱਕਦੇ ਨੇ ਇਹ ਇੱਕ ਮਖਸੂਸ ਨਾ ਸਵੇਰੇ ਫੋਟੋਆਂ ਵੀ ਬਣਦੀਆਂ ਬਕਾਇਦਾ ਉਹ ਅਖਬਾਰਾਂ 'ਚ ਪਬਲਿਸ਼ ਹੁੰਦੀਆਂ ਨੇ ਉਹ ਇੱਕ ਮਖਸੂਸ ਦਾ ਏਰੀਆ ਦਿੰਦੇ ਨੇ ਇੱਥੇ ਜਾ ਕੇ ਨਾ ਤੁਸੀਂ ਕਰ ਸਕਦੇ ਹੋ ਉਹ ਮੇਰਾ ਕੋਈ 200 400 500 ਮੀਟਰ ਹੋਏਗਾ ਇਹ ਨਹੀਂ ਕਿ ਸਾਰੇ ਦਾ ਸਾਰੇ ਸ਼ਹਿਰ ਦੀ ਜ਼ਿੰਮੇਵਾਰੀ ਲੈ ਲੈਂਦੇ ਨੇ ਉਹੀ ਮਿਊਨਿਸਪੈਲਿਟੀ ਕਰਦੀ ਹੈ ਕਿੰਨੇ ਮਰਜ਼ਈ ਨੇ ਕਹਿੰਦੇ ਨੇ ਬਈ ਅਸੀਂ ਸਾਨੂੰ ਪੁੱਛਦੇ ਬਈ ਤੁਸੀਂ ਕੀ ਚੰਗਾ ਕੰਮ ਕੀਤਾ ਅੱਜ ਤੇ ਜਾ ਕੇ ਦੱਸਦੇ ਜੇ ਕੁਝ ਲਗਵਾਇਆ ਤੇ ਕੁਝ ਇਸਤੇਮਾਲ ਪਰ ਮੈਂ ਨਾ ਜਿਹੜੀ ਇਹ ਚੀਜ਼ ਨੂੰ ਇਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਨਾ ਕਿ ਅਸੀਂ ਸਾਰਾ ਹੀ ਸ਼ਹਿਰ ਦੀ ਸਫਾਈ ਕਰਨੇ ਆ ਉਹ ਇਸ ਹੱਦ ਤੱਕ ਨਹੀਂ ਨਾ ਜਾਇਜ਼ ਇਹ ਤੇ ਮੇਰੇ ਤੇ ਜਿੱਥੇ ਮੈਂ ਰਹਿਣਾ ਮੇਰੇ ਘਰ ਦੇ ਸਾਹਮਣੇ ਸਿਟੀ ਸੈਂਟਰ ਹੈ ਕੀ ਕਾਨਿਆਂ ਦੀ ਡਾਰੀਆਂ ਤੇ ਕਾਂ ਬਣਾਣੇ ਇਹ ਗਰੋਹ ਹੀ ਇਹੋ ਜਿਹਾ
ਉਹ ਮਖਸੂਸ ਜਿਹਾ ਹੁੰਦਾ ਹੈ, ਤੇ ਜਿਹੜੇ ਟੋਟਲ ਬੰਦੇ ਮੈਂ ਲਾਸਟ ਈਅਰ ਵੇਖੇ ਹਨ ਤੇ ਕੁਝ ਦਿਨ ਬਾਅਦ ਫਿਰ ਆਉਣਾ ਹੈ ਤੇ ਉਹ ਵੀ ਵੇਖ ਲਾਂਗੇ। ਮੇਰੇ ਖਿਆਲ ਨਾਲ ਮੈਕਸਿਮਮ 20 ਤੋਂ 25 ਬੰਦੇ ਹੁੰਦੇ ਆ, ਜਾਂ 40 ਕਰ ਲਓ, ਹੱਥ ਜ਼ਿਆਦਾ ਤੋਂ ਜ਼ਿਆਦਾ ਕਰ ਲਓ ਬੱਚੇ ਬੱਚੇ ਲਾ ਕੇ ਨਾ। ਇਹ ਨਹੀਂ ਤੁਸੀਂ ਹੁੰਦਾ ਕਿ ਹੁਣ ਉਹਨਾਂ ਦੀ ਸਾਰੇ ਤਾਦਾਦ ਸਿਟੀ ਤੇ। ਦੱਸਦੇ ਜਾਓ। ਅੱਛਾ ਵੈਸੇ ਉਸਤਾਦ ਜੀ ਇੱਕ ਸਵਾਲ ਯਾਰ ਮੈਂ ਕਰਨਾ ਹੁੰਦਾ ਫੋਟੋ ਬਣਾ ਲਾਂਗੇ ਐਤਕੀ, ਤੇ ਮੇਰੇ ਤੇ ਘਰ ਦੇ ਸਾਹਮਣੇ ਹੋਣਾ ਐਤਕੀ ਫਿਰ। ਉਹ ਮਜੋਕਾ ਵੀ ਹੋਏਗਾ ਨਾਲ ਫਿਰ ਉਹ ਜ਼ਰਤਸ਼ ਨਹੀਂ ਉਹ ਤੇ ਏਡਾ ਵੱਡਾ ਜਰਮਨੀ ਹਰ ਜਗ੍ਹਾ ਸਾਰੀਆਂ ਕਾਪੀ ਗੱਲਾਂ ਬਣ। ਛੱਡੋ, ਮੈਨੂੰ ਇਸ ਗੱਲ ਦੀ ਖੁਸ਼ੀ ਨਹੀਂ ਹੋਈ ਕਿ ਉਸਤਾਦਾਂ ਨੇ ਮੈਨੂੰ ਚਲਾ ਗਿਆ। ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਉਹਨਾਂ ਸਾਰਿਆਂ ਨੂੰ ਚਲਾ ਗਿਆ। ਨਹੀਂ ਅਸਲ ਵਿੱਚ ਨਾ ਉਹ ਗੱਲ ਏਡੀ ਕੋਈ ਵਾਜ਼ੇ ਸੀ, ਜਿਹੜੀ ਗੱਲ ਨਿਕਲੀ, ਜਿਹੜੀ ਗੱਲ ਉਹਨਾਂ ਆਡੀਓ ਸੁਣਾਈ, ਉਹਦੇ ਤੇ ਬੜੀ ਵਾਜ਼ੇ ਗੱਲ ਸੀ ਜੋ WhatsApp ਕਹਿਣਾ ਚਾਹ ਰਹੇ ਸਾਂ। ਅਸਲ ਵਿੱਚ ਪਹਿਲਾ ਪੁਆਇੰਟ ਲੱਭੀ ਹੋਏ ਕੋਈ ਪਹਿਲਾ ਪੁਆਇੰਟ ਤੇ ਠੀਕ ਤੁਸੀਂ ਪਿਕ ਕਰ ਲਿਆ, ਜਿਸ ਦੇ ਨਾਲ ਹੀ ਤੁਹਾਨੂੰ ਲਾਂਬਾ ਸਾਹਿਬ ਨੇ ਸਿਆਣਾ ਆਖ ਗਿਆ ਨਾ ਨਜਮ ਭਾਈ, ਤੇ ਤੁਹਾਨੂੰ ਫਿਰ ਸਮਝ ਨਹੀਂ ਆਈ ਕਿ ਹੁਣ ਮੈਂ ਰਿਐਕਟ ਕਿੰਜ ਕਰਾਂ। ਫਿਰ ਨਹੀਂ ਰਿਐਕਟ ਨਹੀਂ, ਇਹਦੇ ਵਿੱਚ ਨਾ ਮੈਂ ਇੱਕ ਚੀਜ਼ ਦੱਸਾਂ ਕਿ ਇਹਦੇ ਵਿੱਚ ਇਹ ਵੀ ਥ੍ਰੈਟ ਲਾਜ਼ਮੀ ਹੈ। ਇੱਕ ਤੇ ਲਾਮਾ ਸਾਹਿਬ ਨੂੰ ਉਹਨੇ ਥ੍ਰੈਟ ਦਿੱਤਾ, ਇਹ ਥ੍ਰੈਟ ਦੇ ਵਿੱਚ ਲਾਜ਼ਮੀ ਹੈ ਅਗਰ ਤੁਸੀਂ ਇਸ ਚੀਜ਼ ਦੇ ਉੱਤੇ ਗੌਰ ਕਰੋ ਤੇ। ਇਹ ਕਿਹੜੀ ਐਸੀ ਨਵੀਂ ਗੱਲ ਹੈ ਜਿਹੜੀ ਸਾਨੂੰ ਇਸ ਆਡੀਓ ਤੋਂ ਪਹਿਲਾਂ ਤਾਂ ਨਹੀਂ ਪਤਾ? ਅਸਲ ਤੇ ਗੱਲ ਇਸ ਆਡੀਓ ਤੇ ਹੋ ਰਹੀ ਸੀ ਨਾ। ਨਹੀਂ ਉਹ ਉਸ ਤੋਂ ਪਹਿਲਾਂ ਜੋ ਸੀ ਉਹ ਗਾਲੀ ਗਲੋਚ ਸੀ। ਉਹ ਤੇ ਪਿਛਲੇ ਸਾਲ ਦਾ ਦੇ ਰਿਹਾ ਕਿ ਭਈ ਮੈਂ ਰਿਕਾਰਡਿੰਗਾਂ ਰੱਖੀਆਂ ਨੇ, ਮੈਂ ਟੈਲੀ ਪੁਲਿਸ ਨੂੰ ਔਰ ਇਹ ਮੁਨਫਰਿਦ ਗੱਲ ਸੀ ਪੂਰੀ ਆਡੀਓ ਦੇ ਵਿੱਚ ਵੀ। ਦਹਿਸ਼ਤਗਰਦ ਦੇ ਇਹ ਆਦਤ ਤੋਂ ਹਟ ਕੇ ਗੱਲ ਕੀਤੀ ਸਾਸੂ। ਜਿਹੜੀ ਗੱਲ ਕਿਸੇ ਮੈਂ ਜਮਾਤ ਛੱਡਾਂ ਨਾ ਇਹਨਾਂ ਦੀ ਵਾਲਦਾ ਦੀ ਫੋਟੋ ਲਾਵਾਂ ਦਾ ਮੇਨ ਚੀਜ਼ ਉਹਦੇ ਚ ਵੀ ਕਹਿੰਦਾ ਪਿਆ ਨਾ, ਜਮਾਤ ਨੂੰ ਫਿਰ ਗਲੋਰੀਫਾਈ ਕਰਦੇ ਨੇ ਨਾ ਨਾਲ ਤੇ ਸਰ, ਜਮਾਤ ਨੂੰ ਗਲੋਰੀਫਾਈ ਕਰਦੇ ਨੇ ਕਿ ਜਮਾਤ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਦੀ, ਤੇ ਮੈਨੂੰ ਇਹ ਕੰਮ ਕਰਨ ਵਾਸਤੇ ਜਮਾਤ 'ਚ ਬਾਹਰ ਜਾਣਾ ਪੈਣਾ। ਤੇ ਉਹਨੇ ਪਹਿਲੇ ਜਦੋਂ ਲਾਈਆਂ ਨੇ ਉਸਤਾਦ ਦੀ ਵਾਲਦਾ ਦੀਆਂ ਤੇ ਜਮਾਤ ਦੇ ਅੰਦਰ ਲੱਗੀਆਂ ਨੇ। ਅੱਛਾ ਮੈਨੂੰ ਨਹੀਂ ਪਤਾ ਲੱਗੀਆਂ ਨੇ, ਮੈਂ ਵਾਲਾ ਸਾਹਿਬ ਦੀ ਉਹ ਵੀ ਬਹੁਤ ਹੀ ਗਲਤ ਹੈ। GPS ਦੀ ਆਈਡੀ ਬਣਾ ਕੇ ਫਾਈਟਰ ਨਾਲ ਬੈਠੇ ਨੇ, ਠੀਕ ਹੈ, ਲਾਉਂਦੇ ਰਹੇ ਨੇ ਇੱਕ ਕੋਠੇ ਦੇ ਉੱਤੇ। ਬਈ ਪਤਾ ਨਹੀਂ ਤੁਸੀਂ ਫਿਰ ਕਿੱਥੇ ਹੋ? ਨਹੀਂ ਮੈਨੂੰ ਨਹੀਂ ਪਤਾ, ਮੈਂ ਤੇ ਇੰਨਾ ਪੁਰਾਣਾ ਹੈ ਹੀ ਨਹੀਂ। ਉਹ ਕਿਹੜੀ ਕਿਹਦੀ ਝਕਾਵੀ ਦੇ ਰਹੇ ਕਿ ਬਈ ਨਹੀਂ ਲਾਵਾਂਗੇ। ਅੱਛਾ ਮੈਂ ਅੱਜ ਤੱਕ ਉਹਨਾਂ ਦੇ ਮੂੰਹ ਵੀ ਨਹੀਂ ਸੁਣਿਆ ਕਿ ਲਾਮਾ ਸਾਹਿਬ ਦੇਖੋ ਇਹ ਏਡੀ ਕੋਈ ਹਲਕੀ ਹਰਕਤ ਹੈ ਨਾ, ਕਿਸੇ ਦੇ ਵਾਲਦੈਨ ਦੀ, ਕਿਸੇ ਦੀ ਫੈਮਿਲੀ ਨੂੰ ਇਸ ਤਰ੍ਹਾਂ ਮੈਂ ਗਾਲਾਂ ਕੱਢਣੀਆਂ, ਫੋਟੋਆਂ ਲਾ ਕੇ ਮੈਂ WhatsApp ਦੇ ਮੂੰਹੋਂ ਵੀ ਇਹ ਸੁਣਿਆ ਕਿ ਮੈਂ ਲਾਣੀਆਂ ਨਹੀਂ ਸਨ, ਨਾ ਹੀ ਮੈਂ ਲਾਵਾਂਗਾ ਕਦੀ। ਤੇ ਉਹ ਕਿ ਘਰ ਘਰੇਲੂ ਦੇ ਮਸਾਇਲ ਹੁੰਦੇ ਨੇ, ਤੇ ਇਸ ਤਰ੍ਹਾਂ ਹੀ ਉਸ ਤੋਂ ਬਾਅਦ ਨਾ ਇਹਨਾਂ ਦੇ ਵਾਲ ਸਾਹਿਬ ਦੇ ਲਾਏ ਸੀ। ਮੈਨੂੰ ਬੜੀ ਅੱਛੀ ਹਰਕਤ ਨਹੀਂ ਲੱਗੀ। ਬਹਰਹਾਲ ਠੀਕ ਹੈ, ਉਹਨਾਂ ਐਸੇ ਜਿਹੜਾ ਮਾਮਲਾ ਖਤਮ ਹੋ ਗਿਆ ਉਹਨੂੰ ਖਤਮ ਹੀ ਰਹਿਣਾ ਚਾਹੀਦਾ। ਕਲੀਮ ਬਾਜਵਾ ਸਾਹਿਬ ਨੇ ਪਤਾ ਨਹੀਂ ਗੱਲ ਕੀਤੀ ਹੈ। ਬਾਜਵਾ ਸਾਹਿਬ ਕੀ ਗੱਲ ਕਰ ਗਏ? ये अहले किताब से भी बदतर है। अहले किताब बदतर ने ਇਹਨੂੰ ਤਾਂ ਭਾਈ ਜਰਾ ਨੇੜੇ ਆ ਕੇ ਮਾਈਕ ਤੇ ਗੱਲ ਕਰੋ ਨਾ। ਮੈਂ ਕਹਿ ਰਿਹਾ ਇਹ ਤੇ ਅਹਲੇ ਕਿਤਾਬ ਤੋਂ ਵੀ ਬਦਤਰ ਨੇ। ਇਹ ਮੈਨੂੰ ਲੱਗਦਾ ਤੁਸੀਂ ਸਮਝਦੇ ਹੋ ਕਿ ਆਵਾਜ਼ ਆ ਰਹੀ ਹੈ? ਅਹਲੇ ਕਿਤਾਬ ਬਦਤਰ ਨੇ? ਤੁਹਾਡੀ ਆਵਾਜ਼ ਨਹੀਂ ਪਈ ਆਉਂਦੀ। ਇਹਨਾਂ ਨੂੰ ਮੈਸੇਜ ਵੀ ਬੰਦਾ ਦੇ ਤੇ ਕੀ ਦੇ, ਜਿਹੜੇ ਮੰਨਦੇ ਹੀ ਨਹੀਂ ਕਿ ਆਖਰੀ ਨਾ। ਅੱਛਾ ਨਜਮ ਭਾਈ ਬਾਤ ਕਰਦੇ, ਅੱਛੀ ਗੱਲ ਹੁੰਦੀ ਕਿਸੇ ਦੀ ਆਵਾਜ਼ ਨਾ ਆ ਰਹੀ ਹੋਵੇ। ਇਹ ਮਿੰਟੀ ਹੈ ਕੌਣ ਹੈ? ਨਹੀਂ ਮਿਹਨਤੀ ਨਹੀਂ। ਬਹਿਰੀਨ ਸਾਹਿਬ ਕਿਸੇ ਲਈ ਨਾ ਕਿਸੇ ਦੀ ਆਵਾਜ਼ ਸਹੀ ਨਾ ਹੁੰਦੀ ਹੋਵੇ ਤੇ ਉਹ ਅੱਛਾ ਸ਼ਗਨ ਹੀ ਹੁੰਦਾ। ਠੀਕ ਹੋ ਗਿਆ, ਨਿਸ਼ਾਨ ਹੋ ਗਿਆ ਨਾ। ਦੇਖੋ ਮਿਰਜ਼ਾ ਸਾਹਿਬ ਦੇ ਖਿਲਾਫ ਉਹਨੇ ਆਖਿਆ ਨਾ, ਨਿਸ਼ਾਨ ਹੋ ਗਿਆ। ਅੱਜ ਕਦੀ ਕਦਾਰ ਸਾਲਨ ਡੋਲ ਜਾਂਦਾ ਹੁੰਦਾ ਸੀ ਨਾ ਮਿਸਟਰ ਐਕਸ ਸਾਹਿਬ, ਤੇ ਇਹੀ ਆਖੀਦਾ ਹੁੰਦਾ ਸੀ। ਮੈਨੂੰ ਸਿਆਣਪ ਲਿਆਣੀ ਪੈਣੀ ਆ ਆਪਣੇ ਵਿੱਚ। ਸ਼ਰੀਅਤ ਮਜਾਦ ਖਤਮੇ ਨਬੂਤ ਯਾ ਰਸੂਲ ਮੀਨੀ ਸਾਹਿਬ ਬਿਲਕੁਲ ਹੀ ਖਾਮੋਸ਼ ਨੇ, ਅਸੀਂ ਐਵੇਂ ਬੋਲੀ ਜਾਂਦੇ, ਸਾਡੀ ਵਿਚਾਰਿਆਂ ਦੀ ਕੀ ਸੀਅਤ ਤੁਹਾਡੇ ਸਾਹਮਣੇ ਖਾਮੋਸ਼ ਨੇ। ਮੈਂ ਤੁਹਾਨੂੰ ਸੁਣਨਾ ਚਾਹੁੰਦਾ, ਬਿਲਕੁਲ ਨਹੀਂ ਬੋਲਦੇ। ਕਿੱਥੇ ਤੱਕ ਜਿਹੜੇ ਮਰਜ਼ਈ ਨੇ ਕੀ ਜਾਂ ਬਰੋਡਾ ਸੁਣਦੇ ਨੇ ਹੋਰ ਵੀ। ਉਹ ਇੱਕ ਨਿਊਜ਼ ਰੂਮ ਹੁੰਦਾ ਨਾ, ਨਿਊਜ਼ ਰੂਮ ਹੁੰਦਾ ਨਾ, ਉਹਦੇ ਟੀਵੀ ਲੱਗੇ ਹੁੰਦੇ ਨੇ ਸਾਰੇ, ਤੇ ਬੰਦਾ ਕੋਈ ਉਹਨਾਂ ਨੂੰ ਵੇਖਦੇ ਰਹਿੰਦੇ ਕਿੱਥੇ ਕੀ ਚੱਲ। ਮੈਨੂੰ ਲੱਗਦਾ ਵਿਆਹ ਸਾਹਿਬ ਨੇ ਇੱਕ ਪੂਰਾ ਸਿਸਟਮ ਰੱਖਿਆ ਕਿਹੜੀ ਬਰੋਡ ਤੇ ਕੀ ਚੱਲ ਰਿਹਾ ਔਰ ਕਿੱਥੋਂ ਕੀ ਪਿਕ ਕਰਨਾ। ਬਿਲਕੁਲ ਉਹ ਮੁਜਾਹਿਦੀਨ ਦਾ ਕੰਮ ਹੀ ਹੈਗਾ ਨਾ। ਤੁਹਾਨੂੰ ਮੈਂ ਇੱਕ ਵੀਡੀਓ ਖਲਾਣਾ ਤੇ ਉਹ ਵੀਡੀਓ ਵੇਖਣਾ, ਉਹਦੇ ਵਿੱਚ ਤੁਸੀਂ ਵੇਖਣਾ ਕਿ ਮਰਜ਼ਈਅਤ ਕਰ ਕੀ ਰਹੀ ਹੈ। ਮੈਂ ਕਿੱਥੇ ਕਲਾਵਾਂ, ਕਿਹੜੇ ਬੰਦੇ ਨੂੰ ਕਲਾਵਾਂ ਕਿ ਉਹ ਲਾ ਸਕਦਾ। ਤੁਸੀਂ ਆਪਣਾ ਇਨਬਾਕਸ ਕਰ ਦਿਓ, ਮੈਨੂੰ ਨੰਬਰ ਕਰ ਦਿਓ, ਆਪਣਾ ਨੰਬਰ ਇਨਬਾਕਸ ਮੈਨੂੰ ਕਰ ਦਿਓ, ਮੈਂ ਤੁਹਾਨੂੰ ਡਾਇਰੈਕਟ ਟ੍ਰਾਂਸਫਰ ਕਰ। ਮੈਂ ਬਹਿਰੀਨ ਨੂੰ ਦੇ ਦਿਓ। ਬਹਿਰੀਨ ਦਾ ਵੀ ਨੰਬਰ ਮੇਰੇ ਕੋਲ ਮਿਸਪਲੇਸ ਹੋਇਆ, ਮੈਨੂੰ ਆਦਤ ਬੜੀ ਪੈੜੀ ਮੋਬਾਈਲ। ਤੁਸੀਂ ਇਨਬਾਕਸ ਕਰ ਦਿਓ, ਕੋਈ ਗੱਲ ਮੈਂ ਕਰਦਾ। ਨਹੀਂ ਅਬੂ ਬਕਰ ਮੀਰ ਭਾਈ ਨੂੰ ਭੇਜਦਾ, ਉਹ ਆਉਂਦੇ ਨੇ। ਅਬੂ ਬਕਰ ਮੀਰ ਭਾਈ ਬੈਠੇ ਹੋ? ਬਲਕਿ ਤੁਹਾਨੂੰ ਮੈਂ ਭੇਜੀ ਹੈ।
ਛੜੀ ਆਈਡੀ ਬੈਠੀ ਉਹਨਾਂ ਦੀ ਉਹ ਹੀ ਕਿਧਰੇ ਸੱਜੇ ਖੱਬੇ ਨਿਕਲੇ ਨੇ ਯਾਦ ਲੈ ਕੇ ਮਿਰਜ਼ਾ ਫਿਰ ਮੈਂ ਸੋਚਣਾ ਕਸ਼ਤੀ ਲੈਣ ਦੀ ਤੇਰੀ ਤਰਫ ਫੇਰਾ ਮੈਂ ਕਸ਼ਤੀ ਤੇ ਲਾਣਾ ਅੱਛਾ ਭਾਈ ਉਹ ਸਵੇਰੇ ਇੱਕ ਹੋਰ ਵੀ ਮੈਸੇਜ ਮੈਨੂੰ ਆਇਆ ਸੀ ਆਪਣਾ ਉਹ ਜਿਹੜਾ ਕੱਲ ਹਵਾਲਾ ਨਹੀਂ ਸੀ ਲਾਇਆ ਸੀਰਤ ਅਲ ਮਹਿਦੀ ਦਾ ਜੀ ਜੀ ਉਹਦੀ ਵਜ੍ਹਾ ਤੋਂ ਕਹਿੰਦੇ ਨੇ ਉਹ ਹਾਂਜੀ ਸੋਇਬ ਰਾਜਾ ਦਾ ਮੈਸੇਜ ਆਇਆ ਸੀ ਕਹਿੰਦਾ ਵਾਟਰ ਦੇ ਹਾਲਾਤ ਬਹੁਤ ਖਰਾਬ ਹੋਏ ਨੇ ਉਹ ਜਿਹੜਾ ਉਹ ਮਰਨ ਵਾਲਾ ਹੋਇਆ ਇਸ ਹਵਾਲੇ ਦੀ ਵਜ੍ਹਾ ਤੋਂ ਤੇ ਮੈਂ ਕਿਹਾ ਵੀ ਉਹ ਕੀ ਵਾਕਿਆ ਕਿਰੇ ਇਸ ਹਵਾਲੇ ਨੂੰ ਲੈ ਕੇ ਕਿਸੇ ਬਰਾੜ ਦੇ ਉੱਤੇ ਕੋਈ ਹੋਰ ਅੰਧਾਧੁੰਦ ਫਾਇਰਿੰਗ ਹੋਈ ਹੈ ਅੱਛਾ ਕੋਈ ਛੱਟਾ ਛੁੱਟਾ ਵਜੇ ਆਹੋ ਕੋਈ ਇਸ ਤਰ੍ਹਾਂ ਦੀ ਗੱਲ ਤੁਹਾਡੇ ਵਗੈਰਾ ਤੇ ਇਹ ਉਹ ਮੈਸੇਜ ਹੀ ਸਿਰਫ ਕੀਤਾ ਸੋਇਬ ਰਾਜਾ ਨੇ ਹੁਣ ਸੌ ਗਿਆ ਹੋਣਾ ਅਮਰੀਕਾ ਹੁੰਦਾ ਤੇ ਉਹ ਮੈਸੇਜ ਚੜਾਇਆ ਕੋਈ ਵੀਡੀਓ ਆਡੀਓ ਨਾਲ ਨਹੀਂ ਆਇਆ ਆਉਂਦਾ ਤੇ ਫਿਰ ਦੇਖਣਾ ਤੇ ਜਿਹੜੀ ਤੁਸੀਂ ਕੱਲ ਬਣਾਈ ਹੈ ਇੰਨੀ ਮਿਹਨਤ ਕਰਕੇ ਉੱਥੇ ਚਲਾਓ ਅਸੀਂ ਵੀ ਮਹਿਜ਼ੂਜ਼ ਹੋਈਏ ਸਟੂਪਿਡਿਟੀ ਤੋਂ ਤੇ ਨੌਨਸੈਂਸ ਤੋਂ ਆ ਉਹ ਤੇ ਕੱਲ ਸੁਣਾਈ ਸੀ ਨਾ ਮੈਂ ਵਿਚਾਰਿਆਂ ਦੇ ਮੈਂ ਕਹਿੰਦਾ ਹਾਲਾਤ ਹੈ ਤੁਸੀਂ ਦੋ ਤਿੰਨ ਦਫਾ ਡੇਲੀ ਆਪਣੀ ਇੱਥੇ ਚਲਾਓ ਤਾਂ ਕਿ ਲੋਕੀ ਜਾ ਕੇ ਤੁਹਾਡੀ ਪ੍ਰੋਫਾਈਲ ਤੇ ਉਹ ਚੈੱਕ ਕਰਨ ਨਹੀਂ ਉਹ ਜਿਹੜਾ ਵੀ ਦੇਖਦਾ ਪਿਆ ਉਹ ਸਾਰੇ ਹੀ ਹੱਸਦੇ ਨੇ ਵੀ ਇਹ ਚੰਗੀ ਗੇਮ ਤਾਂ ਹੈਗੀ ਖੈਰ ਉਹਨਾਂ ਨੂੰ ਉਹਦੇ ਨਾਲ ਕੋਈ ਐਡਾ ਮਸਲਾ ਨਹੀਂ ਕਿਉਂਕਿ ਉਹ ਬਾਅਦ ਚ ਨਬੂਵਤ ਦਾ ਦਾਅਵਾ ਕਰ ਬੈਠਾ ਸੀ ਉਹੀ ਬੰਦਾ ਤੇ ਉਹਨੂੰ ਕੁਝ ਵੀ ਇਹ ਜੇ ਅਫਜ਼ਲ ਜਿਹੜਾ ਨਾਇਬ ਐਡੀਟਰ ਅਲ ਬਦਰ ਦਾ ਉਹਦੀ ਕਵਰ ਤੇ ਪਿਸ਼ਾਬ ਕਰ ਸਕਦੇ ਨੇ ਤੇ ਇਹ ਜਿਹੜਾ ਸੈਯਦ ਅਹਿਮਦ ਨੂਰ ਕਾਬਲੀ ਇਹਨੂੰ ਤੇ ਜੁੱਤੀਆਂ ਮਾਰਨਗੇ ਆਖਣਗੇ ਆਈ ਫੁੱਦੂ ਸੀ ਇਹਨੂੰ ਕਿਹੜੀ ਲੋੜ ਸੀ ਇਹ ਗੰਦ ਦੇ ਘੁੱਟ ਭਰਨ ਦੀ तो बस तफर लिखी हुई सीरत की किताब के अंदर है यार कितनी पेशकमी है सीरत इमाम मेहदी की किताब है देखो जी सीरत अगर वो साई ਲੇਸ਼ ਮੁਸ਼ਕਿਲ ਇਹ ਤੇ ਮਿਰਜ਼ਾ ਸਾਹਿਬ ਦੇ ਇਲਾਕੇ ਫੁਜ਼ਲਾ ਨੇ ਜਿਹਦੇ ਸੀਰਤੁਲ ਮਾਦੀ ਚ ਲਿਖੇ ਨੇ ਅੱਛਾ ਰਾਤੀ ਉੱਤੇ ਨਾ ਸੈਣੀ ਸਾਹਿਬ ਦੀ ਬਰਾੜ ਤੇ ਬੜੀ ਗੇਮ ਉੱਠੀ ਹੈ ਰਾਤੀ ਮੈਂ ਗੱਲ ਸੁਣਾਵਾਂ ਮੈਂ ਪਹਿਲਾਂ ਘੰਟਾ ਡੇਢ ਤੋਂ ਸੈਣੀ ਸਾਹਿਬ ਨੇ ਨਾ ਉਹ ਫਾਈ ਧਾਰ ਛੜੀ ਤੇ ਇਹ ਮਰਜ਼ਾਈ ਆਲੇ ਦੁਆਲੇ ਉੱਡਣ ਤੇ ਦਾਣਾ ਨਾ ਚੁਗਣ ਦੁਆਲੇ ਫਾਈ ਦੇ ਫਿਰਨ ਸੈਣੀ ਸਾਹਿਬ ਆਖਣਾ ਉੱਥੋਂ ਸ਼ੁਰੂ ਹੋ ਜਾਓ ਸਫਾ ਪੜ੍ਹ ਲਓ ਪਿਛਲਾ ਸਫਾ ਪੜ੍ਹ ਲਓ ਅਗਲਾ ਪੜ੍ਹ ਲਓ ਡੇਢ ਕੁ ਘੰਟੇ ਬਾਅਦ ਮੈਂ ਕਿਹਾ ਚਲੋ ਹੁਣ ਬਦਲ ਛੱਡਨੇ ਸਵਾਲ ਇਹਨਾਂ ਦੀ ਡੇਢ ਘੰਟਾ ਜਿਹੜੀ ਉਹ ਦੌੜ ਵਾਵਾ ਵੇਖ ਲਈਏ ਮਰਜ਼ਾਈਆਂ ਦੀ ਡੇਢ ਘੰਟੇ ਬਾਅਦ ਮੈਂ ਕਿਹਾ ਸੈਣੀ ਸਾਹਿਬ ਇੱਕ ਹੋਰ ਸਵਾਲ ਹੈ ਉਹ ਤੁਸੀਂ ਜ਼ਰਾ ਗੌਰ ਨਾਲ ਸੁਣਿਆ ਜੇ ਤੇ ਦੱਸਿਆ ਜੇ ਆਂਦੇ ਕੀ ਮੈਂ ਕਿਹਾ ਵੀ ਮੈਂ ਰਾਤੀ 1937 ਦਾ ਪਿਆਮੇ ਸੁਲ੍ਹਾ ਅਖਬਾਰ ਪੇ ਪੜ੍ਹਦਾ ਸੀ ਲਾਹੌਰੀਆਂ ਦਾ ਤੇ ਉਹਦੇ 'ਚ ਚੌਧਰੀ ਮੁਹੰਮਦ ਇਸਮਾਈਲ ਨਾਂ ਦਾ ਇੱਕ ਲਾਹੌਰੀ ਮਰਜ਼ਾਈ ਹੈ ਉਹ ਕਹਿੰਦਾ ਹੈ ਕਿ ਮੈਂ ਰਵਾਇਤ ਪੜ੍ਹੀ ਹੈ ਸੀਰਤੁਲ ਮਹਿਦੀ ਨਵੀਂ ਉਦੋਂ ਛਪਦੀ ਸੀ ਕਹਿੰਦਾ ਮੈਂ ਨਵੀਂ ਰਵਾਇਤ ਪੜ੍ਹੀ ਹੈ ਸੀਰਤੁਲ ਮਹਿਦੀ ਵਿੱਚ ਛਪੀ ਹੈ ਕਿ ਜਦੋਂ ਚਸ਼ਮਾ ਮਾਰਫਤ ਕਿਤਾਬ ਛਪ ਰਹੀ ਸੀ ਤੇ ਮਿਰਜ਼ਾ ਸਾਹਿਬ ਕੋਲੇ ਖਾਜਾ ਕਮਾਲਦੀਨ ਆਇਆ ਤਾਂ ਉਹਨੇ ਆਖਿਆ ਮਿਰਜ਼ਾ ਸਾਹਿਬ ਇਹ ਲਫ਼ਜ਼ ਜਿਹੜਾ ਤੁਸੀਂ ਕਿਸੇ ਬੰਦੇ ਦੇ ਬਾਰੇ ਲਿਖਿਆ ਹੈ ਇਹ ਫਿਕਰਾ ਕੱਟ ਦਿਓ ਵਰਨਾ ਮਸਲਾ ਹੋ ਜਾਏਗਾ ਸਾਡੇ ਵਾਸਤੇ ਤੁਸੀਂ ਇਹ ਫਿਕਰਾ ਕੱਟ ਦਿਓ ਤੇ ਮਿਰਜ਼ਾ ਸਾਹਿਬ ਨੇ ਆਖਿਆ ਤੂੰ ਬੜਾ ਬੇਵਕੂਫ ਹੈ ਤੂੰ ਬੜਾ ਬੁਜ਼ਦਿਲ ਹੈ ਕੁਝ ਨਹੀਂ ਹੁੰਦਾ ਜੋ ਲਿਖਿਆ ਰਹਿੰਦਾ ਲੰਮੀ ਗੱਲ ਹੈ ਲੇਕਿਨ ਮੈਂ ਖੁਲਾਸਾ ਸੁਣਾਤਾ ਤੇ ਮੈਂ ਕਿਹਾ ਵੀ ਉਹ ਚੌਧਰੀ ਮੁਹੰਮਦ ਇਸਮਾਈਲ ਜਿਹੜਾ ਲਾਹੌਰੀ ਮਿਰਜ਼ਾਈ ਹੈ ਉਹ ਕਹਿੰਦਾ ਹੈ ਕਿ ਮਿਰਜ਼ਾ ਸਾਹਿਬ ਦੇ ਇਖਲਾਕੇ ਫਾਜ਼ਲਾ ਦੇ ਖਿਲਾਫ ਇਹ ਗੱਲ ਕਿ ਮਿਰਜ਼ਾ ਸਾਹਿਬ ਆਪਣੇ ਕਿਸੇ ਮੁਰੀਦ ਨੂੰ ਆਖਣ ਕਿ ਤੂੰ ਬੜਾ ਬੇਵਕੂਫ ਹੈ ਤੂੰ ਬੜਾ ਬੁਜ਼ਦਿਲ ਹੈ ਇਹ ਮਿਰਜ਼ਾ ਸਾਹਿਬ ਨਹੀਂ ਕਹਿ ਸਕਦੇ ਮਿਰਜ਼ਾ ਸਾਹਿਬ ਦੇ ਨਾਲ ਜਿਹੜੇ ਬੰਦੇ ਨੇ ਇੰਟਰੈਕਸ਼ਨ ਕੀਤਾ ਉਹਨੂੰ ਪਤਾ ਹੈ ਕਿ ਉਹਨਾਂ ਦਾ ਇਖਲਾਕ ਇਸ ਤਰ੍ਹਾਂ ਦਾ ਨਹੀਂ ਸੀ ਕਿ ਆਪਣੇ ਮੁਰੀਦ ਦੇ ਬਾਰੇ ਇਹੋ ਜਿਹੇ ਅਲਫਾਜ਼ ਉਹ ਇਸਤੇਮਾਲ ਕਰਨ ਲਿਹਾਜ਼ਾ ਇਹ ਰਵਾਇਤ ਸਹੀ ਨਹੀਂ ਹੈ ਇਹ ਉਹ ਲਾਹੌਰੀ ਕਹਿ ਰਿਹਾ ਸੀ ਤੇ ਮੈਂ ਕਿਹਾ ਵੀ ਸੈਣੀ ਸਾਹਿਬ ਮੈਂ ਤੁਹਾਨੂੰ ਪੁੱਛਣਾ ਹੈ ਇਹ ਰਵਾਇਤ ਤੁਹਾਡੇ ਖਿਆਲ 'ਚ ਸਹੀ ਹੈ ਕਿ ਗਲਤ ਹੈ ਮਿਰਜ਼ਾ ਸਾਹਿਬ ਕਿਹਾ ਹੋਣਾ ਕਿ ਨਹੀਂ ਕਿਹਾ ਹੋਣਾ ਤੇ ਸੈਣੀ ਸਾਹਿਬ ਆਂਦੇ ਮੇਰਾ ਵੀ ਇਹ ਖਿਆਲ ਹੈ ਕਿ ਮਿਰਜ਼ਾ ਸਾਹਿਬ ਦੇ ਇਖਲਾਕੇ ਫਾਜ਼ਲਾ ਨਾਲ ਮੁਤਾਬਕਤ ਨਹੀਂ ਰੱਖਦੀ ਗੱਲ ਤੇ ਗੱਲ ਠੀਕ ਨਹੀਂ ਹੋਣੀ ਇਹ ਰਵਾਇਤ ਸਹੀ ਨਹੀਂ ਲੱਗਦੀ ਫੀਸ ਸ਼ੇਖ ਨੂੰ ਮੈਂ ਪੁੱਛਿਆ ਫੀਸ ਸ਼ੇਖ ਨੇ ਵੀ ਆਖਿਆ ਵੀ ਮੇਰੇ ਖਿਆਲ 'ਚ ਵੀ ਇਹ ਰਵਾਇਤ ਝੂਠੀ ਹੈ ਹੁਣ ਮੈਂ ਟਰੁੱਥ ਸੀਕਰ ਨੂੰ ਪੁੱਛਾਂ ਤੇ ਟਰੁੱਥ ਸੀਕਰ ਜਵਾਬ ਦੇਣ ਦੀ ਬਜਾਏ ਪਾਏ ਰੋਲਾ ਕਿਉਂ
ਉਹਨੂੰ ਮਸਲਾ ਸੀ, ਜੇ ਉਹ ਆਖੇ ਰਵਾਇਤ ਝੂਠੀ ਹੈ ਤੇ ਸੀਰਤੁਲ ਮਹਿਦੀ ਡੈਮੇਜ ਹੁੰਦੀ ਹੈ, ਜੇ ਆਖੇ ਰਵਾਇਤ ਸੱਚੀ ਹੈ ਤੇ ਮਿਰਜ਼ਾ ਸਾਹਿਬ ਦਾ ਕਿਰਦਾਰ ਡੈਮੇਜ ਹੁੰਦਾ ਹੈ। ਤੇ ਟਰੁੱਥ ਸੀਕਰ ਪਾਏ ਚੀਕ ਝਾੜਾ ਤੇ ਬੋਲਣ ਨਾ ਦੇ, ਮੈਨੂੰ ਰੋਲਾ ਪਾਏ ਉੱਤੋਂ ਚੌਹਾਨ ਸਾਹਿਬ ਆ ਗਏ। ਮੈਂ ਕਿਹਾ ਚੌਹਾਨ ਸਾਹਿਬ ਮੈਂ ਤੁਹਾਨੂੰ ਗੱਲ ਸੁਣਾਣੀ ਹੈ ਤੇ ਸੁਣਾਣ ਨਹੀਂ ਪਿਆ ਦਿੰਦਾ। ਤੇ ਚੌਹਾਨ ਸਾਹਿਬ ਨੇ ਇਹਨੂੰ 2-3 ਵਾਰੀ ਬੜਾ ਡੱਕਿਆ ਡੁੱਕਿਆ ਤੇ ਬੜੇ ਵਕਤ ਨਾਲ ਮੈਂ ਸੁਣਾਈ, ਪਰ ਉਹ ਸੁਣਾਣ ਦਿੰਦਾ ਨਹੀਂ ਸੀ, ਰੋਲਾ ਪਾਉਂਦਾ ਸੀ ਵਿੱਚ। ਤੇ ਚੌਹਾਨ ਸਾਹਿਬ ਨੇ ਤਕਰੀਬਨ ਗਾਲਾਂ ਗੂਲਾਂ ਕੱਢ ਕੇ ਉਹਨੂੰ ਚੁੱਪ ਕਰਾਇਆ ਵੀ ਹਿਜੜੇ ਖਲੀਫਾ ਦੇ ਹਿਜੜਿਆ ਪੈਰੋਕਾਰ ਚੁੱਪ ਕਰ, ਬਕਵਾਸ ਬੰਦ ਕਰ। ਤੇ ਉਹ ਨਾ ਵਿੱਚ ਮੈਂ ਜਿਸ ਵੇਲੇ ਵਕਫੇ ਨਾਲ 2-3 ਵਾਰੀ ਕਰਕੇ ਸੁਣਾ ਦਿੱਤੀ, ਮੈਂ ਕਿਹਾ ਉਹ ਚੌਹਾਨ ਸਾਹਿਬ ਤੁਹਾਡਾ ਕੀ ਖਿਆਲ ਹੈ, ਇਹ ਚੌਧਰੀ ਮੁਹੰਮਦ ਇਸਮਾਇਲ ਠੀਕ ਕਹਿੰਦਾ ਕਿ ਗਲਤ ਕਹਿੰਦਾ ਹੈ? ਤੇ ਚੌਹਾਨ ਸਾਹਿਬ ਕਹਿੰਦੇ ਨੇ ਲੱਗਦਾ ਉਹਨੇ ਮਿਰਜ਼ਾ ਸਾਹਿਬ ਦਾ ਅਖਲਾਕ ਸਹੀ ਪੜ੍ਹਿਆ ਨਹੀਂ ਹੈ। ਜਿਹੜਾ ਮਿਰਜ਼ਾ ਸਾਹਿਬ ने लिखे हमारे मुखालफ हमारे दुश्मन जंगलों के सुअर खंजीर और औरतें उनकी कुत्तियों से बढ़ गई, ये मेरा ख्याल मिर्ज़ा साहब के अखलाक नूं जानदा नहीं है ਜਿਹੜਾ ਇਹ ਪਿਆ ਗੱਲ ਆਖਦਾ। ਖੈਰ ਉਹ ਜਨਾਬ ਜਿੰਨੀ ਦੇਰ ਉੱਥੇ ਰਾਤ ਰੌਲਾ ਪਿਆ ਰਿਹਾ ਨਾ, ਐਸੇ ਗੱਲ ਦਾ ਰੌਲਾ ਪਿਆ ਰਿਹਾ ਵੀ ਟਰੁੱਥ ਸੀਕਰ ਨਾ ਉਹਨੂੰ ਰਵਾਇਤ ਨੂੰ ਸਹੀ ਆਖਦਾ ਸੀ ਤੇ ਨਾ ਉਹਨੂੰ ਗਲਤ ਆਖਦਾ ਸੀ, ਤੇ ਮੈਨੂੰ ਗੱਲ ਸੁਣਾਣ ਹੀ ਨਹੀਂ ਸੀ ਦਿੰਦਾ, ਰੌਲਾ ਪਾਉਂਦਾ ਸੀ ਬੱਚਿਆਂ ਹਾਰ ਵਿੱਚ। ਬੜੇ ਵਕਤ ਨਾਲ ਗੱਲ ਕੀਤੀ ਥੋੜੀ ਜਿਹੀ, ਫਿਰ ਖੀਰ ਤੇ ਆ ਕੇ ਨਾ ਥੋੜਾ ਜਿਹਾ ਜਿਸ ਤਰ੍ਹਾਂ ਕਹਿੰਦੇ ਨੇ ਨਾ ਸੂਈ ਮਾਰ ਕੇ ਤੇ ਮਾੜੀ ਜਿਹੀ ਹਵਾ ਲੀਕ ਕਰਾਈਏ, ਕਹਿੰਦਾ ਕਹਿ ਵੀ ਸਕਦੇ हैं मिर्जा साहब ऐसा कह भी सकते हैं। मैं क्या चल चंगा दस मिर्जा साहब का इखलाक इन्ना कोई है, कोई एडी वड्डी गल नहीं, कह सकते हैं मुरीद नूं तू बड़ा बेवकूफ है तो बड़ा बुज़दिल है, मैं तो पता कह सकते हैं, मैं तो जानना। लेकिन यह जिहड़ा बंदा है जिहड़ा कहंदा कि उन्हां दे इखलाक के फाजला दा लोकां नूं पता नहीं है, इहनूं ते मैं क्या तसल्ली इहदी ते कराओ भी मिर्जा साहब दा यही सी इखलाक के फाजला। अच्छा लामा साहब ਜਿਹੜੇ ਤਾਰਕ ਚੌਹਾਨ ਸਾਹਿਬ ਨੇ ਇਹਨਾਂ ਦਾ ਕੀ ਸਿਸਟਮ ਹੈ? ਮੈਨੂੰ ਤੇ ਇਹਨਾਂ ਦੀ ਅਜੇ ਤੱਕ ਸਮਝ ਨਹੀਂ ਆਈ। ਇਹ ਮਿਰਜ਼ਾ ਸਾਹਿਬ ਨੂੰ ਮੰਨਣ ਵਾਲਿਆਂ ਚੋਂ ਨੇ ਜਾਂ ਇਹ ਕਿਉਂਕਿ ਇੱਕ ਇਹਨਾਂ ਨੂੰ ਮੈਂ ਸੁਣਿਆ ਅਕਸਰ ਉਹਨਾਂ ਨੂੰ ਗਾਲ ਗੂਲ ਵੀ ਕੱਢ ਦਿੰਦੇ ਹੁੰਦੇ, ਇਹ ਕੀ ਇਹਨਾਂ ਦਾ ਸਿਸਟਮ? ਅਸਲ ਦੇ ਵਿੱਚ ਮਿਰਜ਼ਾ ਸਾਹਿਬ ਦੀ ਤਾਲੀਮ ਨੂੰ ਸਹੀ ਫਾਲੋ ਕਰਨ ਵਾਲਾ ਜਿਹੜਾ ਨਾ ਤਾਰਕ ਚੌਹਾਨ, ਉਹਦੇ ਇਲਾਵਾ ਕੋਈ ਬੰਦਾ ਨਹੀਂ। ਮੈਂ ਤੁਹਾਨੂੰ ਅੱਜ ਦੱਸ ਮਤਲਬ ਗਾਲਾਂ ਕੱਢਦੇ ਨੇ ਤਾਂ ਨਹੀਂ, ਮਿਰਜ਼ਾ ਸਾਹਿਬ ਨੇ ਜੋ ਤਾਲੀਮ ਦਿੱਤੀ ਹੈ, ਜੋ ਦੱਸਿਆ ਨਾ ਕਿ ਇਲਜ਼ਾਮੀ ਤੌਰ ਉੱਤੇ ਅਗਲੇ ਨੂੰ ਗੱਲ ਸਮਝਾਉਣ ਵਾਸਤੇ ਸਖਤ ਲਫ਼ਜ਼ ਬੋਲਨੇ, ਆਪਣੇ ਅਕਾਬਰ ਦੇ ਬਾਰੇ ਵੀ ਬਈ ਉਹ ਇੱਥੇ ਫਿਰ ਝੱਕ ਮਾਰ ਕੇ ਗਿਆ, ਉਹ ਫਿਰ ਇੱਥੇ ਝੂਠ ਬੋਲ ਕੇ ਗਿਆ, ਇਹ ਫਿਰ ਤੇਰੀ ਨਜ਼ਰ 'ਚ ਕਜ਼ਾਬ ਹੈ, ਝੂਠ ਬੋਲਦਾ ਰਿਹਾ, ਇਹੋ ਜਿਹੇ ਅਲਫਾਜ਼ ਬੋਲਨੇ ਆਪਣੇ ਅਕਾਬਰ ਦੇ ਬਾਰੇ, ਆਪਣੇ ਬਜ਼ੁਰਗ ਦੇ ਬਾਰੇ, ਇਹੋ ਹੀ ਮਿਰਜ਼ਾ ਸਾਹਿਬ ਦੀ ਤਾਲੀਮ। ਅਗਲੇ ਨੂੰ ਸੱਟ ਜ਼ੋਰ ਦੀ ਵਜ੍ਹੇ ਤੇ ਉਹਦੇ ਅਸਰ ਹੁੰਦਾ ਨਾ, ਹਲਕੀ ਫੁਲਕੀ ਜਿਹੜੀ ਗੁਫ਼ਤਗੂ ਹੁੰਦੀ ਹੈ, ਹਲਕੀ ਤਹਿਰੀਰ ਤੇ ਹਲਕੀ ਗੁਫ਼ਤਗੂ ਕਈ ਵਾਰੀ ਸਖਤ ਦਿਲਾਂ ਦੇ ਉੱਤੇ ਅਸਰ ਨਹੀਂ ਕਰਦੀ ਹੈ। ਹੁਣ ਮਿਰਜ਼ਾਈ ਜਿੰਨੇ ਸਖਤ ਦਿਲ ਲੈਣ ਨੇ, ਇਹਨਾਂ ਉੱਤੇ ਤੇ ਥੋੜੇ ਦੀ ਜ਼ਰਬ ਵੱਜਣੀ ਚਾਹੀਦੀ ਹੈ, ਤੇ ਚੌਹਾਨ ਸਾਹਿਬ ਮਿਰਜ਼ਾ ਸਾਹਿਬ ਦੀ ਤਾਲੀਮ ਦੇ ਐਨ ਮੁਤਾਬਕ ਥੋੜੇ ਦੀ ਜ਼ਰਬ ਮਾਰ। ਮਿਰਜ਼ਾ ਸਾਹਿਬ ਦੀ ਤੋਹੀਨ ਨਹੀਂ, ਉਹ ਮਿਰਜ਼ਾ ਸਾਹਿਬ ਦੀ ਤੋਹੀਨ ਦੀ ਵਜ੍ਹਾ ਤੋਂ ਤੇ ਸਾਡੇ ਨਾਲ ਮੈਨੂੰ ਗਾਲਾਂ ਉਹਨਾਂ ਕਈ ਵਾਰੀ ਕੱਢੀਆਂ ਨੇ, ਇੱਕ ਵਾਰੀ ਤੋਂ ਜ਼ਿਆਦਾ ਵਾਰੀ। ਮਿਰਜ਼ਾ ਸਾਹਿਬ ਦੇ ਉਹ ਪੈਰੋਕਾਰ ਨੇ, ਇਹ ਨਹੀਂ ਕਿ ਮੈਂ ਖੁਦ ਤੋਹੀਨ ਕਰਦੇ। ਕੁਐਸਚਨ ਲਾਮਾ ਸਾਹਿਬ ਇਹ ਹੋਈ ਹੈ ਪੈਰੋਕਾਰ ਦੇ ਹਨ ਕਿ ਕਿਸ ਤਰ੍ਹਾਂ ਦੇ ਪੈਰੋਕਾਰ ਨੇ, ਕਿਉਂਕਿ ਉਹ ਖਿਲਾਫਤ ਦੇ ਅੰਦਰ ਨਹੀਂ ਹੁੰਦੇ, ਕਿਉਂਕਿ ਹਮੇਸ਼ਾ ਉਹਨਾਂ ਨੂੰ ਮੈਂ ਲੀਫਿਆਂ ਨੂੰ ਗਾਲਾਂ ਕੱਢਦਿਆਂ ਸੁਣਿਆ, ਖਾਸ ਤੌਰ ਤੇ ਕੀ ਉਹਨਾਂ ਦਾ ਨਾਂ ਹੈ ਜਿਨ੍ਹਾਂ ਦੀ ਬਾਤ ਉਹ ਲਾਹੌਰੀ ਅੱਗੇ ਹੋਏ ਸਨ, ਦੂਸਰਾ ਖਲੀਫਾ ਬਸ਼ੀਰਉੱਦੀਨ, ਹਾਂਜੀ ਉਹਨਾਂ ਨੂੰ, ਇਹ ਵੀ ਔਰ ਅਕਬਰ ਖਾਨ ਸਾਹਿਬ ਵੀ ਜਿਹੜੇ ਨੇ ਉਹਨਾਂ ਅਸਲ ਅਸੀਂ ਮੈਂ ਇਹ ਸਹੀ ਸਮਝਣਾ ਪਿਆ ਕਿ ਉਹ ਮਿਰਜ਼ਾ ਸਾਹਿਬ ਨੂੰ ਤੇ ਉਸੇ ਤਰ੍ਹਾਂ ਹੀ ਮੰਨਦੇ ਨੇ ਜਿਵੇਂ ਬਾਕੀ ਅਹਿਮਦੀ ਭਰਾ ਸਾਡੇ ਮੰਨਦੇ ਨੇ, ਲੇਕਿਨ ਉਹਨਾਂ ਨੂੰ ਮਸਾਇਲ ਖਲੀਫਿਆਂ ਦੇ ਨਾਲ ਨੇ ਜਾਂ ਉਸ ਤੋਂ ਬਾਅਦ ਜਿਹੜਾ ਨਿਜ਼ਾਮ ਚੱਲਿਆ ਉਹਦੇ ਨਾਲ ਨਹੀਂ। ਨਬੂਵਤ ਦੇ ਦਾਅਵੇ ਤੋਂ ਵੀ ਉਹ ਲਾਹੌਰੀਆਂ ਇਨਕਾਰ ਕਰਦੇ ਨੇ ਕਿ ਨਬੂਵਤ ਦਾ ਦਾਅਵਾ ਮਿਰਜ਼ਾ ਸਾਹਿਬ ਦਾ ਨਹੀਂ ਹੈ, ਬਸ ਉਹਨਾਂ ਨੇ। ਮੈਂ ਤੇ ਉਹਨਾਂ ਨੂੰ ਸੁਣਿਆ ਬਾਜ਼ ਕਾਤ ਆਖਿਆ ਕਿ ਤਿਆਰ ਹੈ ਕਿ ਰੰਗ ਮੇ ਔਰ ਇਹ ਹਾਂ ਦੇਖੋ ਮੈਂ ਤੁਹਾਡੇ ਸਾਹਮਣੇ ਸੈਣੀ ਸਾਹਿਬ ਦੀ ਬਰਾੜ ਜੋ ਅਕਸਰ ਆਖਿਆ ਕਿ ਉਹ ਡੱਬੀ ਹੈ ਸਨ ਇਸਤਿਆਰ ਆ ਕੇ ਰੰਗ ਮੇ, ਇਸ ਤਰ੍ਹਾਂ ਦੇ ਅਲਫਾਜ਼ को इस्तेमाल ਕਰਦੇ ਨੇ ਜ਼ਿੱਲੀ ਬਰੂਜ਼। ਹਾਂ ਹੋ, ਲੇਕਿਨ ਉਹ ਕਹਿੰਦੇ ਨੇ ਉਹ ਨਬੀ ਨਹੀਂ ਹੁੰਦਾ, ਜਿਹੜਾ ਇਸਤਿਆਰਾ ਉਸਤੂਰਾ ਹੁੰਦਾ ਹੈ ਜਾਂ ਉਹ ਜ਼ਿੱਲੀ ਬਰੂਜ਼ੀ ਹੁੰਦਾ, ਉਹ ਨਬੀ ਨਹੀਂ ਹੁੰਦਾ ਹੈ। ਇਸਤਿਆਰੇ ਦੇ ਰੰਗ 'ਚ ਤਾਂ ਉਹਦੇ ਨੇ ਖੁਦਾ ਦਾ ਬੇਟਾ ਵੀ ਸੀ ਉਹ, ਲੇਕਿਨ ਉਹ ਕੋਈ ਬੇਟਾ ਥੋੜੀ ਹੋ ਜਾਂਦਾ। ਲਾਮਾ ਸਾਹਿਬ ਜਾਂ ਤੇ ਬੰਦਾ ਨਬੀ ਹੁੰਦਾ ਹੈ ਤੇ ਜਾਂ ਨਹੀਂ ਹੁੰਦਾ, ਵਿੱਚ ਮੈਨੂੰ ਸਮਝ ਨਹੀਂ ਆਉਂਦੀ ਗੱਲ, ਮੈਨੂੰ ਇਹ ਜ਼ਿਆਦਾ ਚੀਜ਼ ਕਨਫਿਊਜ਼ ਕਰਦੀ, ਜਾਂ ਤੇ ਬੰਦਾ ਹੈ ਜਾਂ ਨਹੀਂ ਹੈ। ਇਹ ਤਾਂ ਸੱਚ ਹੈ ਨਾ, ਇਹ ਜਿਹੜਾ ਤੁਸੀਂ ਪੇ ਬੋਲਦੇ ਹੋ ਇਹ ਤਾਂ ਖਰੀ ਗੱਲ ਹੈ ਨਾ, ਤੇ ਖਰੀ ਨਾ ਕਰਨੀ ਹੋਵੇ ਤਾਂ ਫਿਰ ਕੀ ਕਰਨਾ ਹੁੰਦਾ ਬੰਦੇ? ਸੱਚ ਤੇ ਇਹ ਵੀ ਜਾਂ ਹੁੰਦਾ ਤੇ ਜਾਂ ਨਹੀਂ ਹੁੰਦਾ, ਲੇਕਿਨ ਜੇ ਰਫੇਰੀ ਕਰਨੀ ਹੋਵੇ ਤਾਂ ਫਿਰ
ਫਿਰ ਜਾਣੇ ਨਹੀਂ। ਭੱਜਣ ਖਾਰੀਆਂ ਦੇ ਬੱਦੋ ਵਾਲਾ ਰਾਹ ਘੁੰਮ ਘੁਮਾ ਕੇ ਉਹ ਤੂੰ ਚੱਕਰ ਮਾਰ ਕੇ ਗੇੜਾ ਮਾਰ ਕੇ ਪਿਛਾਂ ਨੂੰ ਆਓ। ਉਸ ਦਿਨ ਨਾ ਤੁਸੀਂ ਉਹ ਜਿਹੜੀ ਆਡੀਓ ਦਿਨ ਚਲਾਈ ਸੀ ਨਾ, ਉਸ ਤੋਂ ਬਾਅਦ ਮੇਰੇ ਖਿਆਲ ਨਾਲ ਉਹ ਫਿਰ ਉਹੀ YouTube ਵੀਡੀਓ ਤੁਸੀਂ ਬਾਅਦ ਵਿੱਚ ਸੁਣਾ ਨਾ, ਤੇ ਉਹਦੇ ਚ ਵੀ ਮੇਰੀ ਇਹਨਾਂ ਨਾਲ ਇੱਕ ਗੱਲ ਸੀ, ਉਹ ਇਹਦੇ ਨਾਲ ਮੈਂ ਤਾਹਿਰ हमजा साहब को लोग लफ्ज़ मांगो महज इनकार ਇਹ ਸਹੀ ਨਹੀਂ ਹੈ, ਤੇ ਮੈਂ ਜਾਂ ਤੇ ਇਨਕਾਰ ਹੁੰਦਾ ਹੈ ਤੇ ਜਾਂ ਇਨਕਾਰ ਨਹੀਂ ਹੁੰਦਾ। ਇਹ ਜਿਹੜੀ ਵਿਚਲੀ ਇਸਤਲਾਹ ਹੈ ਨਾ, ਇਹ ਮਸਲਾ ਕਰਦੀ। ਹਾਂ ਬਿਲਕੁਲ ਸਹੀ ਗੱਲ। ਇਹੋ ਹੀ ਤਾਂ ਖਰਾਬੀ ਏ। ਇਹ ਖਰਾਬੀ ਖੁਦ ਮਿਰਜ਼ਾ ਸਾਹਿਬ ਕਰਕੇ ਗਏ ਨੇ। ਮੈਂ ਇਨਕਾਰ ਵੀ ਦਰੁਸਤ ਨਹੀਂ, ਤੇ ਮੈਂ ਸੈਣੀ ਸਾਹਿਬ ਨੂੰ ਆਖਿਆ ਜੇ ਇਕਰਾਰ ਕਰੀਏ ਤੇ ਫੇਰ ਕਹਿੰਦੇ ਨੇ ਉਂਝ ਵੀ ਮਰਦਾ ਤੇ ਬੰਦਾ, ਤੇ ਉਂਝ ਵੀ ਮਰਦਾ, ਫਿਰ ਇੱਧਰ ਵੀ ਮੌਤ ਹੈ ਤੇ ਉੱਧਰ ਵੀ ਮੌਤ ਹੈ। ਮੈਂ ਨਾ ਜਿਸ ਕਹਿੰਦਾ ਬੰਦਾ महज ਇਨਕਾਰ ਵੀ ਦਰੁਸਤ ਨਹੀਂ ਔਰ महज ਇਕਰਾਰ ਵੀ ਦਰੁਸਤ ਨਹੀਂ, ਤੇ ਜਿਸ ਚੀਜ਼ ਦਾ ਇਕਰਾਰ ਹੀ ਦਰੁਸਤ ਨਾ ਹੋਵੇ ਉਹਦਾ ਯਕੀਨ ਕਰੋ ਇਸ ਤਰ੍ਹਾਂ ਦੀ ਸਟੇਟਮੈਂਟ ਆ ਕਿ ਬੰਦਾ ਹਿੱਲ ਜਾਂਦਾ। ਕੀ ਮਤਲਬ ਉਹ ਇੱਕ ਇੰਡੀਅਨ ਮੂਵੀ ਦਾ ਇੱਕ ਬੜਾ ਜਿਹਾ ਮਸ਼ਹੂਰ ਜਿਹਾ ਡਾਇਲੌਗ ਸੀ, ਉਹ ਭਾਈ ਕਹਿਣਾ ਕਿਆ ਚਾਹ ਰਹੇ ਹੋ। ਮੈਨੂੰ ਉਸ ਬੜੀ ਯਾਦ ਉਹਦੀ ਹੁੰਦੀ ਹੈ। ਉਹ ਆਪਣੀ ਕੋਈ ਨਾ ਕੋਈ ਐਕਸਪਲੇਨੇਸ਼ਨ ਦਿੰਦੇ ਹੋਣੇ ਨੇ, ਲੇਕਿਨ ਇਹ ਵੀ ਕਿ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ, ਜਾਂ ਤਾਂ ਬੰਦਾ ਹੈ ਜਾਂ ਨਹੀਂ ਹੈ। ਮੈਨੂੰ ਲਾਹੌਰੀਆਂ ਦੀ ਬਿਲਕੁਲ ਨਹੀਂ ਸਮਝ ਆਉਂਦੀ ਕਿਉਂ ਇੰਝ ਕਰਦੇ ਨੇ, ਜਾਂ ਤਾਂ ਮਿਰਜ਼ਾ ਸਾਹਿਬ ਨੇ ਨਬੀ ਨਬੂਵਤ ਦਾ ਦਾਅਵਾ ਕੀਤਾ ਤੇ ਜਾਂ ਨਹੀਂ ਕੀਤਾ। ਵਿਚਲੀ ਗੱਲ ਹੋ ਹੀ ਨਹੀਂ ਸਕਦੀ, ਪੋਸੀਬਲ ਹੀ ਨਹੀਂ ਕਿਸੇ ਤਰੀਕੇ ਨਾਲ। ਨਹੀਂ, ਤੁਸੀਂ ਲਾਹੌਰੀਆਂ ਨੂੰ ਕਿਉਂ ਦੋਸ਼ ਦਿੰਦੇ ਹੋ? ਇਹ ਖੁਦ ਮਿਰਜ਼ਾ ਸਾਹਿਬ ਦੀ ਤਲੀਮ ਹੈ ਵੀ ਮੈਂ ਇਨਕਾਰ ਵੀ ਦਰੁਸਤ ਨਹੀਂ ਤੇ ਮੈਂ ਮੁਦਈਏ ਨਬੂਵਤ ਵੀ ਨਹੀਂ। ਮੇਰੇ ਤੇ ਜਾਇਲ ਮੁਖਾਲਫ ਇਲਜ਼ਾਮ ਲਾਉਂਦੇ ਨੇ ਕਿ ਮੇਰਾ ਨਬੂਵਤ ਦਾ ਦਾਅਵਾ। ਦੱਸੋ ਕਿ ਤੁਸੀਂ ਜਾਣਾ ਕਿਹੜੇ ਪਾਸੇ? ਲਾਹੌਰੀਆਂ ਨੂੰ ਇੱਕ ਮਿੰਟ ਸਾਈਡ ਤੇ ਰਹਿਣ ਦਿਓ। ਮਿਰਜ਼ਾ ਸਾਹਿਬ ਦੀ ਗੱਲ ਦੀ ਸਮਝ ਆਉਂਦੀ? ਮੈਂ ਪਹਿਲਾਂ ਇਸ ਸਟੇਟਮੈਂਟ ਕਿਉਂਕਿ ਉਹ ਸੈਣੀ ਸਾਹਿਬ ਦੀ ਬਰਾੜ ਦੇ ਕੋਲ ਮਿਲੀਅਨਸ ਆਫ ਦਾ ਟਾਈਮ ਵਿੱਚ ਚਲਾਈ ਜਾ ਚੁੱਕੀ, ਉਸ ਤੋਂ ਅੱਗੇ ਜਾ ਕੇ ਵੀ ਫਿਰ ਇਸੇ ਗੱਲ ਨੂੰ ਰਿਵਰਸ ਕਰਦੇ, ਫਿਰ ਅੱਗੇ ਜਾਂਦੇ ਨੇ ਤੇ ਦੁਬਾਰਾ ਉਹਦਾ ਲੁਬੇ ਲੁਬਾਬ ਐਂਡ ਤੇ ਮੇਰੇ ਨਜ਼ਦੀਕ ਮੇਰਾ ਜਿਹੜਾ ਜ਼ਾਤੀ ਕਿ ਉਹਨਾਂ ਦਾ ਨਬੂਵਤ ਦਾ ਦਾਵਾ ਹੈ, ਜਿਹੜਾ ਮੈਨੂੰ ਜ਼ਾਤੀ ਤੌਰ 'ਤੇ ਲੱਗਦਾ, ਠੀਕ ਹੈ। ਲੇਕਿਨ ਉਹਦੇ ਅਗੇਂਸਟ ਅਗਰ ਜਾ ਕੇ ਲਾਹੌਰੀ ਇੱਕ ਸਿਰਫ ਸੱਤਰ ਨੂੰ ਬਿਆਨ ਕਰਕੇ ਆਉਂਦੇ ਉਹਦਾ ਨਹੀਂ ਹੈ, ਉਹ ਤਾਂ ਫਿਰ ਤੁਹਾਡੇ ਵਾਲੀ ਗੱਲ ਸਹੀ ਆਉਂਦੀ ਹੈ ਨਾ ਕਿ ਉਹ ਤਾਂ ਫਿਰ ਉਹਨਾਂ ਦੀ ਜ਼ਾਤੀ ਨਾਂ ਦੀਆਂ ਲੜਾਈਆਂ ਸਨ। ਨਜਫ ਅਬਾਸ ਕੋਈ ਸ਼ਾਇਰ ਸਨ ਜਾਂ ਕੋਈ ਇਸ ਤਰ੍ਹਾਂ ਦਾ ਸੀ। ਅਗਰ ਕੋਈ ਬੰਦਾ ਇਹ ਆਂਦਾ ਹੈ ਕਿ ਉਹਨਾਂ ਦਾ ਨਬੂਵਤ ਦਾ ਦਾਵਾ ਨਹੀਂ ਸੀ, ਮੇਰੇ ਖਿਆਲ ਨਾਲ ਉਹ ਆਪਣੇ ਆਪ ਨਾਲ ਝੂਠ ਬੋਲਦਾ। ਅਗਰ ਇੰਜ ਦਾ ਇਨਕਾਰ ਕਰਨਾ ਸੀ ਜਿਸ ਤਰ੍ਹਾਂ ਲਾਹੌਰੀ ਕਰਦੇ ਨੇ, ਇਹਦੀ ਵਜ੍ਹਾ ਤੋਂ ਉਹਨਾਂ ਰਸਾਲਾ ਲਿਖਿਆ ਇੱਕ ਗਲਤੀ ਦਾ ਦਲਾ ਕਿ महज इनकार दुरुस्त नहीं। महज इनकार ਕਰਨ ਨਾਲ ਤੁਸੀਂ ਗਲਤ ਹੋ। महज इनकार नहीं करना, ਇਹਦੀ ਵਜ੍ਹਾ ਤੋਂ ਰਸਾਲਾ ਲਿਖਿਆ ਇੱਕ ਗਲਤੀ ਦਾ ਦਲਾ। ਤੇ ਲਾਹੌਰੀ ਕਹਿੰਦੇ ਨੇ महज इनकार। ਪੁੱਛੋ ਵੀ ਮਿਰਜ਼ਾ ਸਾਹਿਬ ਨਬੀ ਐਸਨ ਉਹਨੇ ਨਹੀਂ। ਲੇਕਿਨ ਇਹ ਆਮ ਬੰਦੇ ਵਾਸਤੇ ਸਾਰਿਆਂ ਵਾਸਤੇ ਮੁਸ਼ਕਲ ਹੈ। ਅਸੈਂਬਲੀ ਵਿੱਚ ਜਾ ਕੇ ਮਿਰਜ਼ਾ ਨਾਸਰ ਨੂੰ ਪੁੱਛਿਆ ਮਿਰਜ਼ਾ ਸਾਹਿਬ ਨਬੀ ਐਸਨ, ਕਹਿੰਦਾ ਨਹੀਂ। ਉਹਨਾਂ ਵੀ ਉਹੀ ਉਹਨਾਂ ਗੱਲ ਇਸ ਤਰ੍ਹਾਂ ਕਰਕੇ ਉਸ ਤੋਂ ਅੱਗੇ ਉਹਦੀ ਫਿਰ ਉਸੇ ਤਰੀਕੇ ਨਾਲ ਐਕਸਪਲੇਨ ਕੀਤੀ ਜਿਵੇਂ ਆਖਰੀ ਗਲਤੀ ਦਾ ਜ਼ਾਲਾ ਹੋਇਆ ਨਾ, ਜਿਸ ਕਿਉਂਕਿ ਮੈਂ ਗੱਲਾਂ ਦੇ ਵਿੱਚ ਦਾ ਹਿੱਸਾ ਰਿਹਾ ਹਾਂ, ਇਹਦਾ ਮੈਂ ਬਕਾਇਦਾ ਡਿਟੇਲ ਨਾਲ ਸੁਣੀਆਂ ਨੇ ਨਾ ਹੁਸੈਨੀ ਸਾਹਿਬ ਦੀ ਬਰੋਡ ਦੇ ਉੱਤੇ ਵੀ, ਕਿਉਂਕਿ ਹੁਸੈਨੀ ਸਾਹਿਬ ਦਾ ਇੱਕ ਵਾਹਿਦ ਸ਼ਖਸ ਜਿਹਨਾਂ ਇਹ ਮਤਲਬ ਚੀਜ਼ ਅੱਗੇ ਲਿਆਂਦੀ ਸੀ ਕਿ ਕਿਆ ਮਿਰਜ਼ਾ ਸਾਹਿਬ ਦਾ ਨਬੂਵਤ ਦਾ ਦਾਵਾ ਹੈ ਵੀ ਹੈ ਕਿ ਨਹੀਂ। ਇਹ ਉੱਥੋਂ ਗੱਲ ਚੱਲੀ ਸੀ ਕਿ ਉਸ ਤੋਂ ਪਹਿਲਾਂ ਮੈਂ ਕਿਸੇ ਕੋਲ ਕੋਈ ਗੱਲ ਨਹੀਂ ਸੀ ਸੁਣੀ ਕਦੀ ਨਾ, 2-3 ਮਹੀਨੇ ਉਸ ਤੋਂ ਪਹਿਲਾਂ ਮੈਂ ਇੱਥੇ ਆਇਆ ਸੀ। ਇਹ ਉਹਨਾਂ ਦਾ ਹੀ ਮੇਰਾ ਮਤਲਬ ਇੱਕ ਪ੍ਰੋਗੇਟਿਵ ਸੀ ਜਾਂ ਉਹਨਾਂ ਦਾ ਇੱਕ ਇਨੀਸ਼ੀਏਟਿਵ ਸੀ ਜਿੱਦੋਂ ਉਹਨਾਂ ਗੱਲ ਸਟਾਰਟ ਕੀਤੀ ਹੈ। ਉਹ ਜਿਸ ਤਰੀਕੇ ਨਾਲ ਉਹ ਗੱਲ ਕਰਦੇ ਨੇ ਉਹ ਮੈਨੂੰ ਤਾਂ ਨਹੀਂ ਸਮਝ ਲੱਗਦੀ, ਕਿਉਂਕਿ ਉਹ ਵੀ ਤਹਿਰੀਰ ਪੜ੍ਹਦੇ ਨੇ ਤੇ ਉਸ ਤੋਂ ਅੱਗੋਂ ਆਉਂਦੇ ਨੇ ਬਸ ਜੋ ਕਿ ਇੰਨਾ ਹੈ ਇਸ ਤੋਂ ਅੱਗੇ ਪਿੱਛੇ ਜਾਂ ਵੇਰ ਐਜ਼ ਜਿੱਥੇ ਮੈਂ ਉਹ ਸਾਰੀ ਤਹਿਰੀਰ ਨੂੰ ਸੁਣਨਾ, ਕਿਉਂ ਮੈਂ ਗਲਤ ਵੀ ਹੋ ਸਕਦਾ, ਮੈਂ ਨਹੀਂ ਆਉਂਦਾ ਮੈਂ ਠੀਕ ਹਾਂ, ਮੈਂ 100% ਗਲਤ ਹੋ ਸਕਦਾ, ਲੇਕਿਨ ਮੇਰਾ ਜ਼ਹਨ ਇਹ ਮੰਨਦਾ ਕਿ ਮਿਰਜ਼ਾ ਸਾਹਿਬ ਦਾ ਨਬੂਵਤ ਦਾ ਦਾਵਾ ਹੈ ਸੀ। ਸੈਣੀ ਸਾਹਿਬ ਤਰੀਕੇ ਹੋਰ ਨਾ ਪੇਸ਼ ਕਰਦੇ ਨੇ, ਫਿਰ ਉੱਥੇ ਮੈਨੂੰ ਉਹਨਾਂ ਤੇ ਜ਼ਿਆਦਾ ਹੁੰਦਾ ਜਦੋਂ ਬਾਅਦ ਗਾ ਤਾਂ ਉਹਨਾਂ ਨੂੰ ਉਸੇ ਤਰ੍ਹਾਂ ਹੀ ਮੰਨ ਕੇ ਤੇ ਲੱਗਦਾ ਨੇ ਕਿ ਉਹ ਐਂਬੀਅਨ ਹਿੱਟ ਕਰ ਰਹੇ, ਹਾਲਾਂਕਿ ਉਹ ਉਹਨਾਂ ਨੂੰ ਬੂਸਟ ਕਰ ਰਹੇ ਹੁੰਦੇ ਨੇ ਉੱਥੇ ਬਹਿ ਕੇ ਸਾਡੇ ਮੁਸਲਮਾਨ ਭਰਾ ਜਿਹੜੇ ਉਹਨਾਂ ਨੂੰ ਮਜ਼ੀਦ ਬੂਸਟ ਕਰ ਰਹੇ ਹੋ, ਕਿਉਂਕਿ ਉਹ ਉਸ ਟਾਈਮ ਹੁਸੈਨੀ ਸਾਹਿਬ ਦੀ ਬਰੋਡ ਹੁੰਦੀ ਹੈ, ਸ਼ਾਇਦ ਉਹਦਾ ਥੋੜਾ ਜਿਹਾ ਇੱਕ ਸਾਈਡ ਪਾਸੇ ਕਿਉਂਕਿ ਉਹ ਬੈਠੇ ਹੁੰਦੇ ਨੇ, ਤਾਂ ਸਮਝਦੇ ਹੋ ਜੋ ਮੈਂ ਆਖਣਾ ਚਾਹੁੰਦਾ, ਮੈਂ ਡਾਇਰੈਕਟ ਅਲਫਾਜ਼ ਯੂਜ਼ ਨਹੀਂ ਕਰਨਾ ਚਾਹ ਰਿਹਾ। ਇਹ ਮੇਰੇ ਖਿਆਲ ਨਾਲ ਇਹ ਵੀ ਕਿਸੇ ਹੱਦ ਤੱਕ ਉਹਨਾਂ ਨੂੰ ਬੂਸਟ ਕਰਨ ਦੇ ਬਰਾਬਰ ਹੁੰਦੀ ਹੈ ਗੱਲ। ਅਸਲ ਦੇ ਵਿੱਚ ਹੁਸੈਨੀ ਸਾਹਿਬ ਦਾ ਅੰਦਾਜ਼ ਜਿਹੜਾ ਉਹ ਸਾਡੇ ਤੋਂ ਮੁਖਤਲਿਫ ਇਸ ਗੱਲੇ ਵੇ। ਮੈਂ ਤਾਂ ਖੈਰ ਫਰੀਕੁਐਂਸੀ ਰਲਾ ਲੈਣਾ ਬੰਦੇ ਨਾਲ, ਕਿਸ ਤਰ੍ਹਾਂ ਦਾ ਵੀ ਬੰਦਾ ਹੋਵੇ, ਉਹਦਾ ਨਰਮ ਮਿਜ਼ਾਜ ਹੋਵੇ ਸਖਤ ਮਿਜ਼ਾਜ ਹੋਵੇ, ਮੈਂ ਕੋਸ਼ਿਸ਼ ਕਰਨਾ ਕਿ ਮੈਚ ਹੋ ਜਾਏ ਫਰੀਕੁਐਂਸੀ। ਠੀਕ ਹੈ, ਹਰ ਬੰਦੇ ਨੂੰ ਅੱਲਾਹ ਤਾਲਾ ਨੇ ਵੱਖੋ ਵੱਖ ਮਿਜ਼ਾਜ ਦਿੱਤੇ ਨੇ, ਵੱਖੋ ਵੱਖ ਅਕਲ ਦਿੱਤੀ ਹੈ, ਸੋਚ ਦਿੱਤੀ ਹੈ।
ਤੁਹਾਡਾ ਆਪਣਾ ਤਰੀਕਾ ਹੋ ਸਕਦਾ, ਸੇਮ ਗੱਲ ਅਸੀਂ ਦੋਏ ਪੇ ਕਰਦੇ ਵੀ, ਲੇਕਿਨ ਤੁਸੀਂ ਹੋਰ ਤਰੀਕੇ ਨਾਲ ਕਰਦੇ ਹੋਗੇ, ਮੈਂ ਹੋਰ ਤਰੀਕੇ ਨਾਲ ਕਰਦਾ। ਇੱਕੋ ਜਿਹੇ ਅੰਦਾਜ਼ ਨਾਲ ਬੰਦਾ ਗੱਲ ਨਹੀਂ ਦੋ ਬੰਦੇ ਕਰਦੇ, ਉਹਨਾਂ ਦਾ ਤਰੀਕਾ ਮੁਖਤਲਿਫ ਹੈ, ਲੇਕਿਨ ਉਹਨਾਂ ਦਾ ਵੀ ਮਕਸਦ ਹੈ ਹੀ ਇਹਨਾਂ ਨੂੰ ਸਮਝਾਉਣਾ ਹੀ ਮਕਸਦ ਹੈ। ਲੇਕਿਨ ਉਹ ਗੱਲ ਫਿਰ ਹੋਈ ਹੈ ਜਿਸ ਤਰ੍ਹਾਂ ਚੌਹਾਨ ਸਾਹਿਬ ਕਰਦੇ ਨੇ ਕਿ ਬਈ ਜਿਹੜੇ ਪੱਥਰ ਦੇ ਲੋਕ ਨੇ ਨਾ, ਸਖਤ ਮਿਜ਼ਾਜ ਹੋਏ ਲੋਕ, ਢੀਠ ਹੋਏ ਲੋਕ, ਉਹਨਾਂ ਨੂੰ ਹਲਕੀ ਫੁਲਕੀ ਜਿਹੜੀ ਜਿੱਤੀ ਹੈ, ਜਾਂ ਹੁਣ ਤੁਸੀਂ ਰਾਤ ਦਾ ਹੀ ਸਿਰਫ ਮੰਜ਼ਰ, ਅੱਜ ਰਾਤ ਵਾਲਾ ਹੀ ਵਾਕਿਆ ਸੋਚ ਲਓ ਕਿ ਉਹ ਗੱਲ ਕਰਦੇ ਸਨ, ਉਹਨਾਂ ਨੂੰ ਗੱਲ ਨਹੀਂ ਸਨ ਕਰਨ ਦਿੰਦੇ। ਅਖੀਰ ਉਹਨਾਂ ਤੰਗ ਪੈ ਕੇ ਉਹਨਾਂ ਕਿਹਾ ਅੱਛਾ ਚਲੋ ਮੈਂ ਮਿਊਟ ਕਰ ਲੈਣਾ, ਤੁਸੀਂ ਗੱਲ ਕਰ ਲਓ, ਮੈਨੂੰ ਤੁਸੀਂ ਗੱਲ ਨਹੀਂ ਕਰਨ ਦਿੰਦੇ ਤਾਂ ਮੈਂ ਚੁੱਪ ਕਰ ਜਾਣਾ। ਹੁਣ ਜਿਹੜਾ ਬੰਦਾ ਇਖਲਾਕੀ ਕਦਰਾਂ ਤੋਂ ਵਾਕਿਫ ਹੈ ਨਾ, ਉਹ ਇਸ ਤੋਂ ਬਾਅਦ ਇੱਕ ਲਫ਼ਜ਼ ਵੀ ਨਹੀਂ ਬੋਲਦਾ, ਉਹ ਆਪਣਾ ਮਾਈਕ ਮਿਊਟ ਲਾ ਲੈਂਦਾ, ਹੁੰਦਾ ਨਹੀਂ ਭਾਈ ਗਲਤੀ ਹੋ ਗਈ, ਤੂੰ ਨੀਵੀਂ ਫੜ ਗਿਆ ਤੇ ਮੈਂ ਕੋਈ ਤੇਰੇ ਨਾਲ ਮਤਲਬ ਜ਼ਿਆਦਤੀ ਕੀ ਕਰਨੀ। ਲੇਕਿਨ ਇਹ ਐਸੇ ਢੀਠ ਨੇ, ਅੱਲਾਹ ਮਾਫ ਕਰੇ ਹੁਣ ਸਖਤ ਲਫ਼ਜ਼ ਨੇ, ਅਸੀਂ ਤਾਂ ਫਰੀਕੁਐਂਟਲੀ ਬੋਲ ਜਾਂਦੇ ਹਾਂ ਨਾ ਕਿ ਐਸੇ ਢੀਠ ਨੇ ਕਿ ਇਹਨਾਂ ਨੇ ਉਹਨਾਂ ਦੇ ਮਿਊਟ ਲਾਉਣ ਤੋਂ ਬਾਅਦ 4-5 ਨੇ ਵਾਰੀ-ਵਾਰੀ ਮਾਈਕ ਫੜੇ ਨੇ। ਸ਼ਰਮ ਹੀ ਨਹੀਂ ਇਹਨਾਂ ਨੂੰ ਆਈ ਕਿ ਉਸ ਬੰਦੇ ਨੇ ਨਾਰਾਜ਼ ਹੋ ਕੇ ਫੋਨ ਆਪਣਾ ਮਿਊਟ ਕਰ ਲਿਆ ਕਿ ਵੀ ਠੀਕ ਹੈ ਤੁਸੀਂ ਨਹੀਂ ਕਰਨ ਦਿੰਦੇ ਤਾਂ ਮੈਂ ਨਹੀਂ ਬੋਲਦਾ। ਇਹ ਕੰਟੀਨਿਊਸਲੀ ਇੱਕ ਬੋਲਦਾ ਸਾਹਿਬ ਇਸ ਚੀਜ਼ ਨੂੰ ਕਹਿੰਦੇ ਨੇ ਸਿਵਿਕ ਸੈਂਸ। ਹਮੇਸ਼ਾ ਉਹੀ ਗੱਲ ਨਹੀਂ ਮੰਨੀ ਜਾਂਦੀ ਜਿਵੇਂ ਕੋਈ ਬੰਦਾ ਆਖ ਰਿਹਾ ਹੁੰਦਾ। ਬਾਅਦ ਮੈਂ ਤੇ ਯਕੀਨ ਕਰੋ ਖੁਦ ਹੁਸੈਨੀ ਸਾਹਿਬ ਦਾ ਸਟੂਡੈਂਟ ਹਾਂ, ਮੈਂ ਇੰਨੀਆਂ ਚੀਜ਼ਾਂ ਉਹਨਾਂ ਕੋਲ ਸਿੱਖੀਆਂ ਨੇ। ਕਮ ਅਜ਼ ਕਮ ਗੱਲ ਕਰਨ ਦਾ ਤਰੀਕਾ, ਉਹ ਜਿਸ ਤਰੀਕੇ ਨਾਲ ਚੀਜ਼ਾਂ ਨੂੰ ਬਿਆਨ ਕਰਦੇ ਉਹਨੂੰ ਯਕੀਨ ਕਰੋ ਜਿਸ ਤਰ੍ਹਾਂ ਹੁਸੈਨੀ ਸਾਹਿਬ ਬੋਲ ਰਹੇ ਹੁੰਦੇ ਨੇ, ਮੈਨੂੰ ਇੱਕ ਉਹਨਾਂ ਦੀ ਸੈਂਸ ਦੀ ਸਮਝ ਆ ਰਹੀ ਹੁੰਦੀ ਕਿਉਂਕਿ ਮੈਂ ਉਹਨਾਂ ਨੂੰ ਫੋਲੋ ਕਰਨਾ ਵਾ। ਔਰ ਉਹ ਹੁਸੈਨੀ ਸਾਹਿਬ ਐਸੇ ਬੰਦੇ ਨੇ ਕਿ ਉਹਨਾਂ ਨੂੰ ਫੋਲੋ ਕਰਨ ਦੀ ਲੋੜ ਵੀ ਹੈ, ਕਮ ਅਜ਼ ਕਮ ਇੱਕ ਗੁਫ਼ਤਗੂ ਦਾ ਅੰਦਾਜ਼ ਸਿੱਖਣ ਦੇ ਵਾਸਤੇ। ਮੈਂ ਸਾਰੀਆਂ ਗੱਲਾਂ ਨਾਲ ਮੈਂ ਐਗਰੀ ਨਹੀਂ ਕਰਦਾ, ਲੇਕਿਨ ਬਹੁਤ ਔਰ ਜਿਸ ਤਰ੍ਹਾਂ ਉਹ ਆਂਦੇ ਨੇ, ਮੈਂ ਨਹੀਂ ਇੱਕ 1000 ਦਫਾ ਚਲੋ ਅੱਛਾ ਮੇਰੀ ਗੱਲ ਲੰਮੀ ਹੋ ਗਈ, ਚਲੋ ਮੈਂ ਮਿਊਟ, ਤੁਸੀਂ ਗੱਲ ਕਰੋ। ਇਹਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਹੁਣ ਜ਼ਿਆਦਤੀ ਕਰਦੇ ਹੋ ਬੰਦੇ ਨਾਲ, ਲੇਕਿਨ ਉਹ ਸਮਝੇ ਤਾਂ ਉਹ ਬੰਦਾ ਨਾ ਕਿ ਜਿਹੜਾ ਉਹ ਉਸ ਲੈਵਲ ਤੱਕ ਪਹੁੰਚੇ ਗੱਲ ਨੂੰ ਖੜੇ। ਔਰ ਇਹ ਇੱਕ ਨਹੀਂ, ਇਹ ਮੈਜੋਰਿਟੀ ਦਾ ਇਹ ਹਾਲ। ਮੋਰਲੀ ਜਿਹੜਾ ਬੰਦਾ ਉਹਨਾਂ ਦੇ ਲੈਵਲ ਤੇ ਹੋਏਗਾ ਉਹ ਤੇ ਤੂੰ ਮਰ ਜਾਏਗਾ ਨਾ ਸ਼ਰਮ ਦੇ ਮਾਰਿਆ, ਜੁੱਤੀ ਹੈ ਬੜੀ ਵੱਡੀ। ਲੇਕਿਨ ਜਿਹੜਾ ਬੰਦਾ ਉਸ ਲੈਵਲ ਦਾ ਨਹੀਂ ਹੈ, ਗਿਰੇ ਹੈ, ਲੋ ਲੈਵਲ ਦਾ, ਲੋ ਕੈਲੀਬਰ ਦਾ, ਉਹਨੂੰ ਤਾਂ ਮਹਿਸੂਸ ਹੀ ਨਹੀਂ ਹੁੰਦਾ ਇਹ ਬੰਦਾ ਕੀ ਕਹਿ ਰਿਹਾ, ਉਹ ਆਪਣੇ ਹੀਰ ਗਾਈ ਜਾਂਦਾ। ਇਸ ਤਰ੍ਹਾਂ ਕਿ ਆਮਰ ਭਾਈ ਤੁਸੀਂ ਇਸ ਤਰ੍ਹਾਂ ਤੇ ਕਹਿ ਦਿੰਦੇ ਹੋ ਚਲੋ ਯਾਰ ਤੁਸੀਂ ਗੱਲ ਕਰ ਲਓ, ਮੈਂ ਇਹਦਾ ਨਾਮ ਮਸਰੂਫ ਹੋ ਜਾਣਾ। ਅਕਸਰ ਤੁਸੀਂ ਵੀ ਤੇ ਕਹਿੰਦੇ ਹੋ ਨਾ ਕਿ ਸਾਰੇ ਅਸੀਂ ਖਾਮੋਸ਼ ਹੋ ਜਾਂਦੇ, ਪਤਾ ਵੀ ਆਮਰ ਦੀ ਗੱਲ ਕਰਨੀ ਹੈ ਤੇ ਅਸੀਂ ਡਿਸਟਰਬ ਉਹਨਾਂ ਨੂੰ ਕਹਿਣਾ ਦੇ ਲਿਹਾਜ਼ਾ ਹੈ ਕਿ ਸਾਰੇ ਖਾਮੋਸ਼ ਹੋ ਜਾਏ। ਤਾਂ ਆਮਰ ਭਾਈ ਤੁਸੀਂ ਗੱਲ ਕਰੋ, ਅਸੀਂ ਐਸਾ ਨਹੀਂ ਕਹਿੰਦੇ। ਉਹ ਝਲਕ ਇੱਕ ਆਉਂਦੀ ਸੀ ਪਿਆਲੇ ਦੇ ਇਲਾਵਾ ਸਾਹਿਬ ਤੁਹਾਡੀ ਗੱਲ ਤੀ, ਜਦੋਂ ਤੁਸੀਂ ਕਿਸੇ ਬੰਦੇ ਨਾਲ ਗੱਲ ਕਰਦੇ ਹੋ, ਮੈਂ ਥੱਲੇ ਬੈਠ ਕੇ ਸੁਣਦਾ ਸਾਂ ਪਿਆ, ਤੇ ਵਿੱਚ ਇੱਕ ਤੀਸਰਾ ਬੰਦਾ ਬੋਲ ਚੁੱਕ ਲਿਆ ਤੇ ਬੋਲਿਆ, ਤੁਸੀਂ ਲੋਕਾਂ ਆਂਦੇ ਨੇ ਹਾਂ ਬਈ ਗੱਲ ਇਹ ਕਿੰਨਾ ਜ਼ਰੂਰੀ ਹੁੰਦਾ, ਦੋ ਬੰਦੇ ਗੱਲ ਕਰਦੇ ਹੋਣ ਨਾਲ ਤੀਸਰੇ ਬੰਦੇ ਦਾ ਚੁੱਕਣਾ ਕਿੰਨਾ ਜ਼ਰੂਰੀ ਹੁੰਦਾ। ਹੁਣ ਤੁਸੀਂ ਗੱਲ ਮੈਂ ਬਿਲਕੁਲ ਸੁਣਦਾ ਹਾਂ ਤੁਹਾਨੂੰ, ਤੇ ਮੈਨੂੰ ਤੁਹਾਡੀ ਹੁਸੈਨੀ ਸਾਹਿਬ ਦੀ ਝਲਕ ਨਜ਼ਰ ਆਉਂਦੀ ਸੀ ਉਹਦੇ 'ਚ ਨਾ, ਤੇ ਮੈਂ ਨਾ ਵੇਖੋ ਹੁਣ ਸਮਝਣ ਵਾਲੇ ਸਮਝਣ, ਔਰ ਜ਼ਿਆਦਾਤਰ ਲੋਕ ਇਹ ਤੇ ਸਮਝ ਗਏ ਕਿ ਉਹ ਨਹੀਂ ਉਹਨੂੰ ਚੁੱਕਣਾ, ਉਹਨੂੰ ਕਹਿਦਾ ਲਾਉਣਾ ਚਾਹੀਦਾ। ਮੇਰੇ ਖਿਆਲ ਨਾਲ ਸਾਰਿਆਂ ਨੂੰ ਜਿਹੜੀ ਸਿਵਿਕ ਸੈਂਸ ਹੈ ਜਾਂ ਉਹ ਇੱਕ ਜਿਹੜੀ ਗੱਲ ਦੇ ਵਿੱਚ ਛੁਪੀ ਹਕੀਕਤ ਹੈ ਨਾ, ਜਾਂ ਉਹ ਜੋ ਪੁਆਇੰਟ ਉਹਨੂੰ ਸਮਝਣ ਦਾ ਦਰਾਕ ਨਹੀਂ ਹੁੰਦਾ ਸਾਰਿਆਂ ਦਾ। ਉਸਤਾਦ ਜੀ ਹੁਣ ਜ਼ਿਮਨਨ ਸਵਾਲ ਤੁਸੀਂ ਲੈ ਲਿਆ ਤਾਂ ਜਵਾਬ ਵੀ ਦੇ ਦਿਓ। ਖਲੀਫਾ ਖਾਮਿਸ ਦਾ ਮੌਕਫ, ਇਹ ਜਿਹੜਾ ਇੱਥੇ ਤਬਲੀਗ ਦਾ ਬੈਨਰ ਚੁੱਕ ਕੇ ਆਏ ਨੇ, ਉਹਨਾਂ ਤੋਂ ਮੁਖਤਲਿਫ ਹੈ, ਤੇ ਹੁਣ ਉਹ ਆਪਣੇ ਹੀ ਨਾ ਮਸੀਹ ਮੌਦ ਦੀ ਗੱਲ ਨੂੰ ਮੰਨ ਰਹੇ ਨੇ ਜਿਹੜੀ ਤਫਸੀਰ ਉਹਨੇ ਕੀਤੀ ਹੈ, ਨਾ ਹੀ ਆਪਣੇ ਪੰਜਵੇਂ ਖਲੀਫਾ ਦੀ ਗੱਲ ਨੂੰ ਮੰਨ ਰਹੇ ਨੇ, ਬਲਕਿ ਉਸ ਪੁੱਠੀ ਗੱਲ ਪੇਸ਼ ਕਰ ਰਹੇ ਨੇ। ਤੇ ਜਮਾਤ ਦਾ ਮੌਕਫ ਇਹ ਹੁਣ ਤੇ ਸਮਝ ਹੀ ਨਹੀਂ ਆਉਂਦਾ ਕਿਹੜਾ ਬੰਦਾ ਜਿਹਨੂੰ ਪੁੱਛ ਸਕਦਾ ਬੰਦਾ ਸਵਾਲ ਤੋਂ ਜਮਾਤ ਦਾ ਮੌਕਫ ਪੇਸ਼ ਕਰੇ। ਤੇ ਹਰ ਬੰਦਾ ਭਾਈ ਮੇਰੇ ਹਿਸਾਬ ਸੇ ਤਾਂ ਮੇਰੇ ਲਿਹਾਜ਼ ਸੇ ਕੰਮ ਹੋ ਰਿਹਾ, ਤੇ ਹੁਣ ਕੀ ਕਰਨਾ? ਇਹਦਾ ਜਵਾਬ ਉਹੀ ਹੋ ਜਿਹੜਾ ਇੱਕ ਸ਼ਾਇਰ ਨੇ ਨਹੀਂ ਆਖਿਆ, ਬੜਾ ਪਸੰਦ ਹੈ ਮੈਨੂੰ ਉਹ ਸ਼ੇਰ, ਕਿਸੇ ਵਕੀਲ ਕਰੇ ਕਿਸੇ ਮੁਨਸਫੀ ਚਾਹੇ, ਕਿਸੇ ਵਕੀਲ ਕਰੇ ਕਿਸੇ मुंसफी चाहे, बने हैं अहले हवस मुद्दई भी मुनसिफ भी। ਉਹਨੇ ਆਖਿਆ ਨਹੀਂ ਵੀ ਕਿਹੜਾ ਉੱਤੇ ਧਰੀਏ ਤੇ ਕਿਹੜਾ ਥੱਲੇ ਧਰੀਏ, ਕਿਹਦੇ ਨਾਲ ਗੱਲ ਕਰੀਏ, ਕਿਹਦੇ ਕੋਲੋਂ ਇਨਸਾਫ ਮੰਗੀਏ, ਕਿਹਦੇ ਅੱਗੇ ਮੁੱਦਾ ਪੇਸ਼ ਕਰੀਏ। ਬਨੇ ਹੈ ਅਹਲੇ ਹਵਸ ਮੁੱਦਈ ਵੀ ਮੁਨਸਿਫ ਵੀ।
ਇਹ ਜਿਹੜੇ ਅਹਿਲੇ ਹਵਸ ਨੇ, ਇਹਨਾਂ ਦੀ ਕੋਈ ਇਹਨਾਂ ਦਾ ਅਸੂਲ ਨਹੀਂ, ਕੋਈ ਇਹਨਾਂ ਦਾ ਬਿਆਨ ਨਹੀਂ, ਕੋਈ ਇਹਨਾਂ ਦਾ ਮੌਕਫ ਨਹੀਂ। ਸਵੇਰੇ ਕੁਝ, ਦੁਪਹਿਰੀ ਹੋਰ, ਸ਼ਾਮਾਂ ਨੂੰ ਹੋਰ। ਕੀ ਉਹਨਾਂ ਦੇ ਉੱਤੇ ਇੱਕ ਕਿਸੇ ਗੱਲ ਨੂੰ ਲੈ ਕੇ ਉਹ ਕਿਹੜਾ ਉਹਦੇ ਤੇ ਖੜੇ ਨੇ ਉਹਨਾਂ ਦਾ ਦੂਜਾ ਮੌਕਫ ਵੀ ਮੌਜੂਦ ਹੈ, ਉਹ ਲੈ ਲਓ, ਇਹ ਨਹੀਂ ਤੇ ਉਹ ਕਬੂਲ ਕਰ ਲਓ। ਨਹੀਂ ਇਹਦੇ ਨਾਲ ਸਦਾਕਤ ਸਾਬਿਤ ਹੋਏਗੀ ਜਮਾਤ ਯਾਰ, ਖੁਦਾ ਦਾ ਨਾਂ ਉਸਤਾਦ ਜੀ। ਤੁਸੀਂ ਕਹਿੰਦੇ ਖਲੀਫਾ ਖਾਮਦ ਦਾ ਨਹੀਂ ਆਇਆ, ਮਿਰਜ਼ਾ ਸਾਹਿਬ ਦਾ ਲੈ ਲਓ। ਮਿਰਜ਼ਾ ਸਾਹਿਬ ਨੇ ਤਾਂ ਇੱਥੇ ਜਿਹੜੇ ਤਬਲੀਗ ਦਾ ਛਾਪਰ ਲੈ ਕੇ ਫੇਰੇ ਨੇ ਉਹਨਾਂ ਦਾ ਲੈ ਲਓ। ਇਹ ਕਿਹੋ ਜਿਹਾ ਜਵਾਬ ਹੈ? ਇਹੋ ਕੋਈ ਹੈ ਜੋ ਕੋਈ ਹੈ। ਅੱਛਾ, ਇੱਕ ਦੋ ਦਫਾ ਨਾ ਮੈਂ ਵੇਖਿਆ ਮੂਸਾ ਨਾਮ ਦੀ ਜਿਹੜੀ ਆਈਡੀ ਹੁੰਦੀ ਹੈ ਨਾ, ਉਹਦੇ ਵਾਸਤੇ ਤੁਸੀਂ ਇਸਤੇਮਾਲ ਕਰਦੇ ਹੋ ਤਬਲੀਗ ਦਾ ਛਾਪਰ, ਤੇ ਉਹ ਬੜਾ ਫਿੱਟ ਹੁੰਦਾ ਉਹਨਾਂ ਤੇ ਹੁੰਦੇ ਨੇ, ਗੱਲ ਕਰਕੇ ਤੇ ਨੱਸ ਜਾਂਦੇ। ਉਹ ਤਾਂ ਨੱਸਦਾ ਬਰੀਨ ਆਂਦਾ ਜਿਹੜਾ ਤਬਲੀਗ ਦਾ ਛਾਪਰ ਛੱਡ ਕੇ ਨੱਸ ਗਿਆ ਹੱਸ ਕੇ ਨਾ ਮਾਈਕ ਦੇ ਵਿੱਚ, ਕਿਉਂਕਿ ਬਿਲਕੁਲ ਇਸ ਤਰ੍ਹਾਂ ਦੀ ਤਬਲੀਗ ਆਈ ਹੈ ਕਰ ਰਹੀ, ਜਵਾਬ ਨਹੀਂ ਲੈਣਾ, ਨਿਕਲ ਜਾਣ। ਤਾਂ ਕਿ ਮੈंने ਸੁਣਿਆ ਗੱਲ ਤਾਂ ਠੀਕ ਕਰ ਲੈ ਮਾਈਕ ਦੇ ਕਚਰੇ ਬਣੇ ਨੇ ਨਾ, ਯਾਨੀ ਕਿ ਉਹ ਸਵਾਲ ਕਰਨ ਆਪਣਾ ਕੀ ਕਹਿੰਦਾ ਛਾਪਰ ਸੁੱਟ ਛੜਿਆ, ਠੀਕ ਹੈ ਤਬਲੀਗ ਦਾ ਬਈ ਚਲੋ ਜਵਾਬ ਲੈ ਲਓ, ਤੇ ਉਹ ਨਾਲ ਹੀ ਨੱਸ ਗਏ। ਮੇਰੇ ਖਿਆਲ ਨਾਲ ਜਿੱਦਾਂ ਰਸੂਲ ਤੈਅ ਹੋ ਜਾਣ ਨਾ, ਇੱਥੇ ਵੀ ਅਗਰ ਵੇਖਿਆ ਜਾਏ ਅਬਰਾਡ ਜਦੋਂ ਚਲਦੀ ਹੈ ਪੇ, ਤੇ ਜੇ ਅਲਾਮਾ ਸਾਹਿਬ ਬੈਠੇ ਨੇ ਜਾਂ ਕੋਈ ਵੀ ਬੰਦਾ ਕਿ ਜਿਹਨੂੰ ਮੇਰੇ ਨਾਲ ਜ਼ਿਆਦਾ, ਮੇਰਾ ਤਾਂ ਖਰ ਜ਼ੀਰੋ ਤੋਂ ਵੀ ਥੱਲੇ, ਇਹ ਮੈਂ ਇੱਕ ਮਿਸਾਲ ਜਨਰਲ ਗੱਲ ਕਰਨਾ, ਉਹ ਬੈਠਾ ਹੋਵੇ ਨਾ, ਤੇ ਹਰ ਬੰਦੇ ਨੂੰ ਆਪਣਾ ਹਿੱਸਾ ਨਹੀਂ ਪਾਉਣਾ ਚਾਹੀਦਾ। ਅਗਰ ਇੱਕ ਬੰਦਾ ਹੁੰਦਾ ਉਹ ਇੱਥੇ ਮੈਂ ਵੇਖਿਆ ਦੋਹਾਂ ਸਾਈਡਾਂ ਤੇ ਸਮ ਟਾਈਮ ਨਾ, ਇੱਕ ਬੰਦਾ ਗੱਲ ਕਰਦਾ ਹੁੰਦਾ ਤੇ ਦੂਸਰੇ ਦੀ ਫਸੀ ਹੁੰਦੀ ਹੈ ਗੱਲ, ਉਹ ਆਂਦਾ ਕਿ ਮੇਰੀ ਪਹਿਲੂ ਹੋ ਜਾਏ ਤੇ ਮੈਂ ਪਹਿਲੂ ਕਰ ਲਾਂ। ਇਸ ਵਾਸਤੇ ਅਗਰ ਉਹ ਮਾਹੌਲ ਉਸ ਤਰ੍ਹਾਂ ਦਾ ਹੋਵੇ ਨਾ, ਤੇ ਨਾ ਤੇ ਫਿਰ ਦੂਸਰੇ ਨੂੰ ਨੱਸਣ ਦਾ ਮੌਕਾ ਮਿਲਦਾ। ਤੇ ਗੱਲ ਚਲੋ ਜੀ ਕੋਈ ਮੁਨਾਜ਼ਰਾ ਹੋ ਰਿਹਾ, ਕੋਈ ਡਿਬੇਟ ਹੋ ਰਹੀ ਹੈ, ਤੇ ਫਿਰ ਐਗਜ਼ੈਕਟ ਜਿਹੜਾ ਤੁਸੀਂ ਕਿਹਾ ਹੈ ਕਿ ਨਹੀਂ ਤੁਸੀਂ ਮੇਰੀ ਗੱਲ ਵੇਖੋ, ਇੱਥੇ ਲਾਮਾ ਸਾਹਿਬ ਬੈਠੇ ਨੇ, ਠੀਕ ਹੈ, ਇੱਕ ਬੰਦਾ ਅਸੀਂ ਅਹਿਮਦੀਆ ਨੂੰ ਬਾਹਰ ਕੱਢ ਦੇਣਾ, ਅਸੀਂ ਕ੍ਰਿਸਚਨ ਕਿਸੇ ਦੀ ਗੱਲ ਕਰ ਰਹੇ, ਕੋਈ ਕ੍ਰਿਸਚਨ ਸਵਾਲ ਲੈ ਕੇ ਆ ਜਾਂਦਾ ਤੇ ਲਾਮਾ ਸਾਹਿਬ ਸਾਡੇ ਕੋਲ ਬਿਹਤਰੀਨ ਆਪਸ਼ਨ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਬਹਿਰੀਨ ਨੂੰ ਜਵਾਬ ਦੇਣਾ ਚਾਹੀਦਾ ਜਾਂ ਮੈਨੂੰ ਜਵਾਬ ਦੇਣਾ ਚਾਹੀਦਾ, ਜਾਂ ਸਾਡੇ ਕੋਲ ਜਿਹੜਾ ਬੈਸਟ ਪੋਸੀਬਲ ਆਪਸ਼ਨ ਹੈ ਸਾਨੂੰ ਉਹ ਇਸਤੇਮਾਲ ਕਰਨਾ ਚਾਹੀਦਾ? ਬੈਸਟ ਪੋਸੀਬਲ ਆਪਸ਼ਨ ਹੈ। ਅਗਰ ਇੱਕ ਬੰਦਾ ਬੈਸਟ ਪੋਸੀਬਲ ਆਪਸ਼ਨ ਜਵਾਬ ਦੇ ਰਿਹਾ, ਉਹਦੇ ਵਿੱਚ ਜਾ ਕੇ ਆਪਣੇ 50 ਸੈਂਟ ਸੱਟ ਨੇ, ਉਹ ਤੁਹਾਨੂੰ ਲੱਗਦਾ ਉਸ ਬੰਦੇ ਦੀ ਤਸਦੀਕ ਨਹੀਂ ਹੁੰਦੀ? ਨਹੀਂ, ਉਹ ਨੁਕਸਾਨ ਦੇਵੇ ਨਾ, ਉਹ ਜ਼ਿਆਦਾ ਨੁਕਸਾਨ ਨੂੰ ਛੱਡੋ, ਨੁਕਸਾਨ ਹੋਰ ਇਲਜ਼ਾਮ ਹੀ ਹੈ ਲੱਗਦਾ ਕਿ ਅਮਨ ਤੁਸੀਂ ਕਿਸੇ ਨੂੰ ਬੋਲਣ ਨਹੀਂ ਦਿੰਦਾ ਸੀ, ਇਹਨੂੰ ਅਮਰ ਭਾਈ ਤੁਹਾਡਾ ਇਲਜ਼ਾਮ ਹੀ ਹੈ। ਉਹੀ ਗੱਲ ਅਲੀ ਭਾਈ ਉਹੀ ਗੱਲ ਤੁਸੀਂ ਕਰਦੇ ਹੋ ਜਿਹੜੀ ਹੁਣ ਜੇ ਨਾ, ਅਸੀਂ ਸੈਣੀ ਸਾਹਿਬ ਦੀ ਗੱਲ ਦੀ ਮਿਸਾਲ ਦਿੰਦੇ ਸਾਂ, ਮੈਂ ਜੋ ਗੱਲ ਕਰਨਾ ਉਹ ਥੋੜੀ ਜਿਹੀ ਮੁਖਤਲਿਫ ਹੈ, ਤੁਸੀਂ ਨਹੀਂ ਮੇਰਾ ਸਮਝ ਰਹੇ। ਮੈਂ ਜੋ ਪੁਆਇੰਟ ਆਨਾ ਪਿਆ, ਜਿਸ ਲਈ ਕੋਈ ਬੰਦਾ ਹੁੰਦਾ ਹੈ ਜਾਂ ਤੇ ਆਖੋ ਕਿ ਜਿਹੜਾ ਸਭ ਯੰਗ ਬਲੱਡ ਹੈ ਨਾ, ਯੰਗ ਬਲੱਡ ਨਹੀਂ ਨਾ ਸਬਰ ਕਰਦਾ, ਹੁਣ ਕੀ ਕਰੀਏ? ਤੁਸੀਂ ਵੀ ਚੋਟ ਲਾਉਣੋਂ ਬਾਜ਼ ਨਹੀਂ ਆਇਆ, ਤੁਹਾਨੂੰ ਪਤਾ ਮੈਂ ਰਾਜਾ ਸਾਹਿਬ ਨੂੰ ਬਹੁਤ ਪਸੰਦ ਕਰਦਾ। ਸਾਹਿਬ ਇਹ ਆਏ ਨੇ ਨਾਏ, ਇਹਨਾਂ ਨੂੰ ਨਹੀਂ ਤਾਂ ਪਤਾ, ਤੇ ਬੰਦਾ ਇਹਦਾ ਆ ਜੇ ਤੇ ਫਿਰ ਅਮਨ ਨਜ਼ੀਰ ਹੀ ਬਾਤ ਗੱਲ ਕਰਦੇ ਨੇ, ਬਗੈਰ ਖਾਮੋਸ਼ ਹੋ ਜਾਂਦੇ ਨੇ। ਇੱਥੇ ਅਮਨ ਨਜ਼ੀਰ ਦੇ ਇਲਾਵਾ ਕਿਸੇ ਦੀ ਨਹੀਂ ਚੱਲਦੀ, ਜੋ ਅਮਰ ਭਾਈ ਨਹੀਂ ਅਹਿਮਦ ਅਲੀ ਕਹਿ ਰਿਹਾ, ਅਸੀਂ ਵੀ ਯੰਗ ਬਲੱਡ ਹੈ ਨਾ, ਯੰਗ ਬਲੱਡ ਜਿਹੜਾ ਉਹ ਫਿਰ ਉਹ ਜੋਸ਼ ਮਾਰਦਾ, ਕੋਈ ਨਾ ਕੋਈ ਗੱਲ ਵਿੱਚੋਂ ਬਾਹਰ ਆ ਜਾਂਦੀ ਹੈ, ਕੀ ਕਰੀਏ ਬਈ? ਗੱਲ ਰਾਜਾ ਸਾਹਿਬ ਨੂੰ ਮੈਂ ਬੜੀ ਇੱਜ਼ਤ ਕਰਨਾ, ਮੇਰੇ ਬੜੇ ਪਿਆਰੇ ਨੇ, ਤੁਸੀਂ ਹੁਣ ਜਾਂਦੇ ਜਾਂਦੇ ਉਹਨਾਂ ਨੂੰ ਨਾ ਰਗੜੀ ਜਾਓ। ਭਾਈ ਅਸੀਂ ਕਿਸੇ ਦਾ ਨਾਂ ਲਿਆ ਜਨਾਬ, ਤੁਹਾਨੂੰ ਰਹਿ ਜਾਏ ਕਿ ਕੁਝ ਚੀਜ਼ਾਂ ਅੰਡਰਸਟੂਡ ਹੁੰਦੀਆਂ ਨਾ, ਕੁਝ ਚੀਜ਼ਾਂ ਅੰਡਰਸਟੂਡ। ਪਰ ਮੇਰਾ ਇਹ ਪੁਆਇੰਟ ਆਫ ਵੀ ਕਿ ਕੋਈ ਬੰਦਾ ਹੁੰਦਾ ਨਾ, ਤੇ ਆਪਣਾ ਜਿਹੜਾ ਤੁਹਾਡਾ ਸਭ ਨਾਲ ਬਿਹਤਰ ਆਪਸ਼ਨ ਹੁੰਦਾ ਨਾ, ਜਾਂ ਤੁਹਾਨੂੰ ਲੱਗਦਾ ਜਿਹੜਾ ਅਮੀਰ ਹੈ, ਤੁਹਾਡਾ ਅਮੀਰ ਤੇ ਖੈਰ ਉਹ ਪਤਾ ਨਹੀਂ ਕਿ ਇਸਲਾਮੀ ਤੌਰ ਤੇ ਲੋਕੀ ਕਿਸ ਤਰ੍ਹਾਂ ਜਿਹਦੇ ਸੇ ਤੁਸੀਂ ਮਿਸਟੇਕ ਸਾਹਿਬ ਰਾਹ ਖੁੱਲਾ ਕਰਨਾ ਚਾਹ ਰਹੇ ਹੋ, ਉਹਦੇ ਨਾਲ ਤੇ ਗੱਲ ਕਰਨ ਦੀ ਮੇਰੀ ਮੌਤ ਹੈ। ਕਿਸੇ ਮਸਲੇ ਨੂੰ ਪੁੱਛ ਲਓ, ਉਹਦੇ ਨਾਲ ਤੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਲਾਮਾ ਸਾਹਿਬ ਨਾਲ। ਮੈਂ ਲਾਮਾ ਸਾਹਿਬ ਅਸਲ ਪ੍ਰੋਬਲਮ ਇਹ ਹੈ ਕਿ ਮੈਂ ਇੱਕ ਦੋ ਬੰਦਿਆਂ ਨਾਲ ਗੱਲ ਇਸ ਬਾਰੇ ਕੀਤੀ ਸੀ ਕਿ ਲਾਮਾ ਸਾਹਿਬ ਨਾਲ ਕਿਉਂ ਨਹੀਂ ਗੱਲ ਹੁੰਦੀ। ਉਹ ਆਂਦੇ ਨੇ ਲਾਮਾ ਸਾਹਿਬ ਜਿਹੜੇ ਨਾ ਉਹ ਬਹੁਤ ਜ਼ਿਆਦਾ ਮਤਲਬ ਲਾਈਨ ਕ੍ਰਾਸ ਕਰ ਜਾਂਦੇ। ਮੈਂ ਆਖਿਆ ਅਗਰ ਤੇ ਤੁਸੀਂ ਬਕਾਇਦਾ ਸਹੀ ਤਰੀਕੇ ਨਾਲ ਗੱਲ ਕਰੋ ਤੇ ਮੈਨੂੰ ਨਹੀਂ ਲੱਗਦਾ ਕੋਈ ਵੀ ਜ਼ਹੀਸ਼ੂਰ ਬੰਦਾ ਲਾਈਨ ਕ੍ਰਾਸ ਕਰਨਾ ਚਾਹੇਗਾ। ਇਹਨੂੰ ਥੋੜੀ ਤੁਸੀਂ ਤਸ਼ਰੀਹ ਕਰੋ ਨਾ ਕਿ ਲਾਈਨ ਕ੍ਰਾਸ ਕੀ ਲਿਮਿਟ ਹੈ, ਲਾਈਨ ਕ੍ਰਾਸ ਕਰਨ ਦੀ, ਜਾਂ ਬਿਲੋ ਦ ਬੈਡ ਕੀ ਮਿਆਰ ਹੈ? ਇਹ ਵੇਖੋ ਹੁਣ ਤੁਹਾਨੂੰ ਕਿੱਦਾਂ ਕਨਵੀਨੀਅੰਟ ਤੁਹਾਡੇ, ਜਿਸ ਨਾਲ ਮੀਰ ਸਲੀਮ ਦੀ ਗੱਲ ਸੁਣੀ ਸੀ, ਇਹ ਸ਼ੁਰੂ ਕੀਤੀ ਸੀ, ਤੁਸੀਂ ਮੈਨੂੰ ਫੌਰਨ ਮਨਾ ਕੀਤਾ ਸੀ ਕਿ ਗੱਲ ਇੰਜ ਨਹੀਂ ਕਰਨੀ, ਤੇ ਹੁਣ ਤੁਸੀਂ ਉਸੇ ਮਾਮਲੇ 'ਚ ਮੈਨੂੰ ਚਾਹੁੰਦੇ ਹੋ। ਗੱਲ ਸੁਣ ਲਓ ਨਾ, ਗੱਲ ਸੁਣੋ, ਇੱਕ ਪੂਰੀ ਗੱਲ ਸੁਣ ਲਿਆ ਕਰੋ। ਹੁਣ ਤੁਸੀਂ ਦੂਸਰੇ ਪਾਸੇ ਦੀ ਗੱਲ ਤੁਸੀਂ ਮੇਰੇ ਕੋਲ ਪੂਰੀ ਸੁਣਨਾ ਚਾਹੁੰਦੇ, ਜਾਂ ਤੇ ਹੌਸਲਾ ਉਸ ਟਾਈਮ ਹੀ ਰੱਖਣਾ ਚਾਹੀਦਾ ਨਾ। ਇਸ ਵਾਸਤੇ ਗੱਲ ਨੂੰ ਜਿਹੜਾ ਪੁਆਇੰਟ ਹੁੰਦਾ ਨਾ, ਗੱਲ ਸੁਣੋ, ਸ਼ਾਤਮੀਅਤ ਨਹੀਂ ਦੁਹਰਾਨੀ ਇੱਥੇ, ਇਹ ਮੈਂ ਕਹਿਣਾ। ਤੁਸੀਂ ਮੈਂ ਤੁਹਾਨੂੰ ਲੱਗਦਾ ਕਿ ਮੈਂ ਆਖਾਂਗਾ ਗੱਲ ਸੁਣੋ, ਕੋਈ ਵੀ ਨਹੀਂ ਬੋਲ ਰਿਹਾ, ਮੇਰੀ ਗੱਲ ਤੁਸੀਂ ਸੁਣ ਵੀ ਲਵੋ। ਕਿਉਂਕਿ ਮੈਨੂੰ ਸਪੇਸ ਮਿਲ ਰਹੀ ਹੈ, ਮੈਂ ਇਸ ਵਾਸਤੇ ਗੱਲ ਕੇ ਬੈਠਾ ਹੋਇਆ ਕਿ ਅਗਰ ਮੈਨੂੰ ਮੇਰਾ ਗਲਾ ਦਬਾਉਣ ਦੀ ਕੋਸ਼ਿਸ਼ ਕਰੇਗਾ ਮੈਂ ਬਿਲਕੁਲ ਨਹੀਂ ਪਾਵਾਂਗਾ। ਮੈਂ ਸਿਰਫ ਇਹ ਆਨਾ ਪਿਆ ਕਿ ਤੁਸੀਂ ਸੋਚ ਸਕਦੇ ਹੋ ਕਿ ਮੈਂ ਕੋਈ, ਤੁਸੀਂ ਹੁਣ ਮਤਲਬ ਉਹਨਾਂ ਦੇ ਨਜ਼ਦੀਕ
ਅਗਰ ਤੁਹਾਡੇ ਨਜ਼ਦੀਕ ਸਾਡੇ ਸਾਰਿਆਂ ਦੇ ਨਜ਼ਦੀਕ ਹੋਣੀ ਚਾਹੀਦੀ ਵੈਸੇ ਤਾਂ। ਅਗਰ ਚਲੋ ਮੈਂ ਲੇਕਿਨ ਤੁਹਾਨੂੰ ਸਪੈਸੀਫਿਕ ਕਰਕੇ ਕਹਾਂਗੇ ਹਜ਼ਰਤ ਅਲੀ ਦੇ ਬਾਰੇ ਚ ਜਾਂ ਅਹਿਲੇ ਬੈਤ ਦੇ ਬਾਰੇ ਚ ਗੱਲ ਕੀ ਤੁਹਾਨੂੰ ਤਾਂ ਸ਼ਾਤਨੀਅਤ ਲੱਗਦੀ, ਤੁਹਾਨੂੰ ਲੱਗਦਾ ਉਹਨਾਂ ਦੇ ਨਜ਼ਦੀਕ ਮਿਰਜ਼ਾ ਸਾਹਿਬ ਦੇ ਬਾਰੇ ਚ ਗੱਲ ਕੀਤੀ ਸ਼ਾਤਨੀਅਤ ਨਹੀਂ ਹੋਏਗੀ। ਇਸ ਵਾਸਤੇ ਪੈਮਾਨਾ ਬਰਾਬਰ ਰੱਖੀਦਾ, ਪੁਆਇੰਟ ਨੂੰ ਸਮਝਣ ਦੀ ਕੋਸ਼ਿਸ਼ ਕਰੀਦੀ ਹੈ। ਬੇਸ਼ੱਕ ਪੈਮਾਨਾ ਬਰਾਬਰ ਰੱਖੋ, ਇਹ ਕਹਿ ਰਿਹਾ ਮੈਂ। ਅਸੀਂ ਤਾਂ ਕਦੇ ਵੀ ਨਹੀਂ ਕਿਹਾ ਕਿ ਬਈ ਪੈਮਾਨੇ ਤੋਂ ਥੱਲੇ ਲੈ ਕੇ ਤੁਸੀਂ ਗੁਫ਼ਤਗੂ ਕਰੋ। ਜਿਹੜਾ ਮੀਰ ਸਲੀਮ ਦੀ ਤੁਸੀਂ ਗੁਫ਼ਤਗੂ ਕਰ ਰਹੇ ਹੋ, ਜਿਹੜੇ ਉਹ ਹਾਸ਼ੀਏ ਚੜਾਉਂਦਾ, ਮੈਂ ਕਹਿੰਦਾ ਮੈਂ ਇਸ ਤੋਂ ਬਹੁਤ ਜ਼ਿਆਦਾ ਬਿਹਤਰ ਚੜਾ ਸਕਦਾ ਜਨਾਬ। ਮੈਂ ਉਹ ਜਿਹੜੀ ਤਬਰੀ ਖੋਲ ਕੇ ਸਾਰਾ ਦਿਨ ਹਾਸ਼ੀਏ ਚੜਾਉਂਦਾ, ਮੈਂ ਕਹਿੰਦਾ ਖਾਲੀ ਮੈਂ ਇੱਕ ਹਵਾਲਾ ਦਵਾਂਗਾ। ਇਹ ਤਾਂ ਪੁਆਇੰਟ ਹੀ ਮੀਰ ਸਲੀਮ ਡਿਸਕਸ ਹੋ ਰਿਹਾ ਨੂੰ ਨਾ ਕਬੂਲ ਹੁਣ। ਸੁਣ ਤੇ ਲਵਾਂ ਨਾ, ਤੁਸੀਂ ਦੁਬਾਰਾ ਉਹਦਾ ਨਾਂ ਲੈ ਆਇਓ। ਹੁਣ ਮੇਰਾ ਕੰਮ ਹੈ ਨਾ ਕਿ ਮੈਂ ਆਪਣੀ ਗੱਲ ਕਰ ਸਕਾਂ ਜਾਂ ਨਹੀਂ। ਗੱਲ ਲੰਬੀ ਤੇ ਨਹੀਂ ਨਾ ਹੋਈ ਮੇਰੀ, ਤੁਹਾਡਾ ਡਾਇਲੋਗ। ਮੈਂ ਕਹਿੰਦਾ ਜਿਹੜਾ ਉਹ ਹਾਸ਼ੀਏ ਰਾਮ ਨਾਲ ਲੜਨਾ ਨਹੀਂ ਹੈ, ਲੜਨਾ ਨਹੀਂ ਹੈ, ਰਾਮ ਨਾਲ ਬਹੁਤ ਸਹੀ ਗੱਲ ਤੇ ਕਰਦੇ ਹੋ, ਲੇਕਿਨ ਸਮਝਣ ਸਮਝਾਉਣ ਵਾਸਤੇ ਗੱਲ ਕਰੋ। ਸਮਝਣ ਇਹ ਕਹਿ ਰਿਹਾ ਕਿ ਜਿਹੜੇ ਹਾਸ਼ੀਏ ਉਹ ਚੜਾਉਂਦਾ ਹੈ ਉਸ ਤੋਂ ਬਿਹਤਰ ਮੈਂ ਚੜਾ ਸਕਦਾ। ਉਹਨੂੰ ਤਾਂ ਮੈਂ ਓਪਨ ਚੈਲੰਜ ਦਿੱਤਾ ਹੈ ਇਬਨ ਬਗਾ ਨੂੰ ਕਿ ਤੂੰ ਜਿਹੜਾ ਇਲਜ਼ਾਮ ਸਾਡੇ ਤੇ ਲਾਣਾ ਕਾਤਲੀਨ ਹਜ਼ਰਤ ਉਸਮਾਨ ਦਾ ਔਰ ਮਾਲਿਕ ਅਸ਼ਤਰ ਤੇ ਜਿੰਨਾ ਗੰਦ ਸੁੱਟਣਾ ਤੂੰ ਪੂਰਾ ਦਿਨ ਸੋ ਬਿਸਮਿਲ੍ਲਾ ਸੁੱਟ। ਮੈਂ ਖਾਲੀ ਤਾਰੀਖ ਤਬਰ ਦਾ ਇੱਕ ਹੀ ਹਵਾਲਾ ਦੇਣਾ, ਉਹਨੂੰ ਦੁਰਸਤ ਮੰਨ ਲਓ। ਜਿਹੜਾ ਇਲਜ਼ਾਮ ਸਾਡੇ ਤੇ ਲਾਣਾ ਮਨਜ਼ੂਰ, ਚੀਕਾਂ ਨਿਕਲ ਗਈਆਂ ਉਹ ਇਬਨ ਬਗਾ ਦੀ ਤੇ ਮੈਨੂੰ ਫੜ ਲੈਣਾ। ਲੇਕਿਨ ਇਹ ਗੱਲ ਹੈ ਕਿ ਉਹਨੇ ਪੜ੍ਹਨੀ ਵੀ ਤਬਰੀ ਉਸ ਜਗ੍ਹਾ ਤੋਂ ਹੈ ਜਿੱਥੇ ਮਤਨਾਜ਼ਾ ਕੰਮ ਹੈ, ਔਰ ਉੱਥੋਂ ਵੀ ਹਾਸ਼ੀਏ ਚੜਾ ਕੇ ਆਪਣੇ ਮੌਕਫ ਨੂੰ ਦਰੁਸਤ ਸਾਬਿਤ ਕਰਨਾ, ਔਰ ਉਹ ਵੀ ਕੱਲਾ ਕਰਨਾ। ਤੇ ਫਿਰ ਤਾਰੀਖ ਦੀ ਕਿਤਾਬ ਦੇ ਅੰਦਰ ਇੱਕ ਤਾਂ ਪਹਿਲੀ ਗੱਲ ਤਾਰੀਖ ਤਬਰੀ 250-300 ਸਾਲ ਬਾਅਦ ਲਿਖੀ ਗਈ। ਨਾ ਅਹਿਲੇ ਤਸ਼ੀਅ ਦੀ ਤਰਫ ਉਹ ਮੁਅਤਬਰ ਹੈ, ਨਾ ਅਹਿਲੇ ਸੁन्नत ਦੀ ਤਰਫ ਉਹ ਮੁਅਤਬਰ ਹੈ। ਠੀਕ ਹੈ, ਜਿੱਥੇ ਅਹਿਲੇ ਸੁन्नत ਅਸੇ ਉਹਦੇ ਹਰ ਬੰਦੇ ਨੂੰ ਤੇ ਹੱਥ ਹੋਏ ਨੇ। ਠੀਕ ਹੈ, ਤਬਰੀ ਇੱਕ ਐਸੀ ਤਾਰੀਖੀ ਕਿਤਾਬ ਹੈ। ਲੇਕਿਨ ਅਗਰ ਤੁਸੀਂ ਸਾਡੇ ਤੇ ਗੰਦ ਸੁੱਟਣਾ ਹੈ ਫਿਰ ਸਾਡਾ ਵੀ ਇੱਕ ਹਵਾਲਾ ਲੈ ਲਓ। ਅਸੀਂ ਇੱਕ ਹਵਾਲਾ ਦੇਣਾ, ਉਹਨੂੰ ਦਰੁਸਤ ਮੰਨ ਲਓ ਤਬਰੀ ਦਾ। ਜਿਹੜਾ ਇਲਜ਼ਾਮ ਲਾਣਾ ਸਾਡੇ ਮਨਜ਼ੂਰ ਹੈ, ਕਦੇ ਮੁਮਕਿਨ ਹੀ ਨਹੀਂ ਮੰਨ ਸਕਦੇ। ਠੀਕ ਹੈ, ਉਸ ਤੋਂ ਬਿਹਤਰ ਹਾਸ਼ੀਆ ਅਸੀਂ ਆਪ ਚੜਾ ਸਕਦੇ ਹਾਂ, ਲੇਕਿਨ ਉਸ ਗੁਫ਼ਤਗੂ ਦਾ ਕੋਈ ਫਾਇਦਾ ਨਹੀਂ ਹੋਏਗਾ। ਲੇਕਿਨ ਉਹ ਮੀਰ ਸਲੀਮ ਦਾ ਇਬਨ ਬਗਾ ਦਾ ਤੇ ਇਹ ਹਾਲ ਹੈ, ਉਹਦਾ ਸੱਕਾ ਪਨਵਈਆ ਉਹਨੂੰ ਸੁਣਨਾ ਪਸੰਦ ਨਹੀਂ ਕਰਦਾ। ਬਕੌਲ ਅਹਿਮਦੀ ਸੱਕੇ ਸਾਲੇ ਨੇ ਪਨਵਈਏ ਨੂੰ ਮੋਟਰਸ਼ਿਪ ਤੋਂ ਹਟਾਇਆ। ਉਹਨਾਂ ਦੇ ਘਰ ਦੇ ਮਸਲੇ ਨਹੀਂ ਖਤਮ ਹੁੰਦੇ, ਇੱਥੇ ਆ ਕੇ ਜਿਹੜਾ ਉਹ ਤਬਲੀਗ ਪੇਸ਼ ਕਰਨਾ ਚਾਹ ਰਹੇ ਨੇ, ਤੇ ਸਾਨੂੰ ਕੋਈ ਲੋੜ ਨਹੀਂ ਹੈ ਉਹਦੀ ਖਬਾਸਤ ਸੁਣਨ ਦੀ ਕਿ ਜਿਹੜਾ ਲਫ਼ਜ਼ ਉਹਨੇ ਦੁਹਰਾਏ ਵੀ ਨੇ ਅਸੀਂ ਆਪਣੀ ਜ਼ੁਬਾਨ ਤੋਂ ਵਾਪਸ ਉਹਦੇ ਫਿਕਰੇ ਜਾਰੀ ਕਰੀ। ਲੇਕਿਨ ਇਨਸ਼ਾਅੱਲਾਹ ਤਾਲਾ ਪਲੇਟਫਾਰਮ ਉਹਨੂੰ ਮੁਯੱਸਰ ਹੈ, ਜਿੱਥੇ ਹੁਣ ਅਗਰ ਉਹ ਖਬਾਸਤ ਕਰੇਗਾ ਉਹਨੂੰ ਖਬਾਸਤ ਦਾ ਜਵਾਬ ਇਨਸ਼ਾਅੱਲਾਹ ਤਾਲਾ ਇਹਦਾ ਜਵਾਬ ਪੱਥਰ ਨਾ ਦੇਵਾਂਗੇ। ਪਹਿਲੇ ਤੇ ਤਾਂ ਸੇ ਮੂੰਹ ਢੱਕਿਆ ਸੀ ਕਿਉਂਕਿ ਉਹਦਾ ਪਨਵਈਏ ਦਾ ਇਹਤਰਾਮ ਸੀ ਥੋੜਾ ਜਿਹਾ, ਹੁਣ ਉਹ ਵੀ ਮੁੱਕ ਗਿਆ ਸਾਨੂੰ। ਹੋਗੀ ਗੱਲ ਤੁਹਾਡੀ? ਜੀ ਮੁਕੰਮਲ ਹੋ ਗਈ, ਬਿਸਮਿਲ੍ਲਾ ਕਰੋ। ਮੈਂ ਮਿਊਟ ਲਾ ਲਾਂ। ਲਾਵਾ ਸਾਹਿਬ ਇਨਸਾਫ ਦਾ ਤਕਾਜ਼ਾ ਵੀ ਹੁਣ ਤੁਸੀਂ ਫੈਸਲਾ ਕਰੋ ਕਿ ਮੈਂ ਇਹੋ ਪੁਆਇੰਟ ਸੀ ਮੇਰਾ ਜੋ ਮੈਂ ਕਹਿਣਾ ਚਾਹ ਰਿਹਾ ਸੀ। ਨਹੀਂ ਤੁਸੀਂ ਹੋਰ ਗੱਲ ਕਰ ਰਹੇ ਸੀ, ਉਹਨਾਂ ਨੇ ਵੈਸੇ ਹੀ ਉਹ ਜਿਹੜੀ ਫਲੋ ਚ ਗੱਲ ਉਹ ਤੁਸੀਂ ਕਿਹਾ ਨਾ ਵੀ ਉਹ ਦੁਹਰਾਇਓ ਨਾ, ਤੇ ਉਹਨਾਂ ਨੇ ਉਹ ਫਲੋ ਚ ਕਰ ਦਿੱਤੀ। ਤੁਹਾਡਾ ਮੌਕਫ ਹੋ ਚਲੋ ਖੈਰ ਇੱਥੇ ਗੱਲ ਖਤਮ ਕਰਨੇ, ਅਸੀਂ ਇੱਥੇ ਗੱਲ ਖਤਮ ਕਰ ਦਿੰਦੇ ਹਾਂ। ਕਹਿਣ ਲੱਗੇ ਨਹੀਂ ਚੱਲਣਾ ਚਾਹੀਦਾ ਲੈ ਕੇ। ਮੈਂ ਉਹ ਪੁੱਛਿਆ, ਉਹ ਆਂਦੇ ਨੇ ਕੋਈ ਲਾਈਨ ਜਿਹੜੀ ਇਸ ਤਰ੍ਹਾਂ ਕ੍ਰਾਸ ਹੁੰਦੀ ਨਾ ਉਸ ਵਾਸਤੇ ਅਸੀਂ ਅਵੋਇਡ ਕਰਨੇ ਆ। ਉਸ ਤੋਂ ਬਾਅਦ ਜਿਹੜਾ ਅੱਜ ਕੱਲ੍ਹ ਅਲੈਹ ਸਲਾਤੁ ਵਸਲਾਮ ਦਾ ਮਸਲਾ ਚੱਲਿਆ ਉਹਦੇ ਤੇ ਇੱਕ ਦੋ ਚੀਜ਼, ਕਿਉਂਕਿ ਉਹਦੇ ਤੁਸੀਂ ਬੜਾ ਸਖਤ ਮੌਕਾ ਲਿਆ। ਲੇਕਿਨ ਮੈਂ ਲਾਮਾ ਸਾਹਿਬ ਤੁਹਾਨੂੰ 2 ਦਫਾ ਸੁਣਿਆ, ਇੱਕ ਆਡੀਓ ਮੈਂ ਸੁਣੀ ਹੈ, ਉਹਦੇ ਵਿੱਚ ਤੁਸੀਂ ਨਾਸਰ ਸਾਹਿਬ ਨਾਲ ਬਹਿ ਕੇ ਗੱਲ ਕਰਦੇ ਹੋ, ਮੁਸਲਸਲ ਅਲੈਹ ਸਲਾਤੁ ਵਸਲਾਮ ਆਖ ਰਹੇ ਤੇ ਉਹਦੇ ਤੇ ਤੁਸੀਂ ਰਿਐਕਟ ਨਹੀਂ ਕੀਤਾ ਜਾਂ ਉਹਨਾਂ ਨੂੰ ਮਨਾ ਨਹੀਂ ਕੀਤਾ। ਮਤਲਬ ਇਹ ਕਿ ਏਡਾ ਹਾਰਡ ਸਟਾਂਸ ਤੁਹਾਡਾ ਨਹੀਂ ਜਿੰਨਾ ਕਿ ਤੁਹਾਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾ। ਇਹਦਾ ਮਤਲਬ ਹੈ ਉਹਦੇ 'ਚ ਲਚਕ ਕਿਸੇ ਨਾ ਕਿਸੇ ਹੱਦ ਤੱਕ ਜਾ ਕੇ ਪੈਦਾ ਕੀਤੀ ਜਾ ਸਕਦੀ ਹੈ ਤੇ ਕੁਝ ਨਾ ਕਿਸੇ ਤੇ ਮੈਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕਰਦੇ ਹੋ, ਜਿਸ ਸਬਰ ਹੌਸਲੇ ਦੇ ਨਾਲ ਔਰ ਸੁਣ ਕੇ ਗੱਲ ਕਰਦੇ ਹੋ, ਘੱਟ ਬੰਦਿਆਂ 'ਚ ਇੰਨਾ ਹੌਸਲਾ ਮੈਂ ਵੇਖਿਆ ਕਿ 10-10 ਮਿੰਟ ਵੀ ਅਗਰ ਕਿਸੇ ਦੇ ਲੱਗੇ ਨੇ ਨਾ ਨਹੀਂ ਟਰਨ ਤੇ ਆ ਕੇ ਬੋਲਣਾ, ਤੇ ਉਹ ਮੇਰੇ ਖਿਆਲ ਨਾਲ ਅਗਰ ਕੁਛ ਮਤਲਬ ਹੈ ਕਿ ਚੀਜ਼ਾਂ ਉੱਤੇ ਜਿੱਥੇ ਤੁਸੀਂ ਇੱਕ ਦੂਸਰੀ ਬਰਾਡ ਤੇ ਕਰ ਲਿਓ, ਦੂਸਰੇ ਤੇ ਜਾ ਕੇ ਅਗਰ ਕਿਸੇ ਨੂੰ ਆਪਣਾ ਮੌਕਫ ਰੱਖਿਆ ਜਾਏ, ਉਹਦੇ ਮੁਤਲਕ ਤੁਹਾਡਾ ਕੀ ਖਿਆਲ? ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਬਿਲਕੁਲ ਮੇਰਾ ਪਹਿਲੇ ਦਿਨ ਤੋਂ ਕਦੇ ਵੀ ਇਹੋ ਜਿਹਾ ਕੋਈ ਹਾਰਸ਼ ਸਟੈਂਡ ਇਹਦੇ ਤੇ ਨਹੀਂ ਸੀ ਹੈ। ਯਕੀਨਨ ਤਕਲੀਫ ਹੁੰਦੀ ਹੈ, ਲੇਕਿਨ ਮੈਂ ਇਹਨਾਂ ਨੂੰ ਇਹੀ ਕਹਿੰਦਾ ਰਿਹਾ ਵਾਂ ਕਿ ਗੱਲ ਸੁਣੋ, ਗੁਫ਼ਤਗੂ ਨੂੰ ਸਮਝਣ ਸਮਝਾਉਣ ਵਾਸਤੇ ਕਰੋਗੇ ਤਾਂ ਉਹਦਾ ਤੇ ਫਾਇਦਾ ਹੈ। ਹੋ ਗਏ ਨਾ ਬਿਜ਼ੀ ਬੈਰੀਨ ਭਾਈ।
ਨਾ ਆ ਜਾਂਦੇ ਨੇ ਸ਼ਾਇਦ ਕੋਈ ਕਾਲ ਵਗੈਰਾ ਆਈ ਹੈ ਤੇ ਮਿਸਟਰ ਸਾਹਿਬ ਦੱਸਿਆ ਦੱਸੋ ਬਾਰਿਸ਼ ਦੇ ਨਾਲ ਪਾਕਿਸਤਾਨੀ ਆਵਾਮ ਨੂੰ ਪਕੌੜਿਆਂ ਦਾ ਕੀ ਸੀਨ ਹੈ ਕੰਬੀਨੇਸ਼ਨ ਸਮਝ ਨਹੀਂ ਆਇਆ ਤੇ ਨਿਕਲਿਆ ਕਿੱਥੋਂ ਆਪਣੇ ਆਪਣੇ ਸ਼ੌਕ ਕਲਚਰ ਦੇ ਗੱਲ ਹੁੰਦੀ ਹੈ। सिस्टम में ना बारिश लगी हुई है ना बरीन साहब कहते हैं यार बारिश वाला मौसम में दिखा दे के पकोड़े बनावा क्योंकि ठंडा ही मौसम होता है गरम गरम पकोड़े खाइए ਤੇ ਉਹ ਪਾਕਿਸਤਾਨੀ ਫੂਡ ਦੇ ਨਾਲ ਉਹ ਚਟਪਟਾਪਨ ਜਿਹੜਾ ਨਾ ਬੜਾ ਮਸ਼ਹੂਰ ਹੈ ਨਾ ਉਹ ਫਿਰ ਇੱਕ ਮਾਹੌਲ ਵੀ ਬਣਿਆ ਐਸਾ ਹੁੰਦਾ ਹੈ ਉਹ ਕਿਉਂਕਿ ਬਾਰਿਸ਼ ਦੇ ਆਮ ਰੂਟੀਨ ਦੇ ਵਿੱਚ ਦਿਨ ਦੇ ਤੁਸੀਂ ਬਾਹਰ ਨਿਕਲਦੇ ਹੋ ਤੇ ਫਿਰ ਜਦੋਂ ਦਿਨ ਹੈ ਫਿਰ ਬਾਰਿਸ਼ ਬੁਰਿਸ਼ ਹੁੰਦੀ ਤੇ ਫਿਰ ਪਕੌੜਾ ਕਿਉਂਕਿ ਘਰ ਬਹਿਣਾ ਇੱਕ ਮਾਹੌਲ ਬਣੇਗਾ ਤੇ ਬਾਰਿਸ਼ ਦਾ ਉਂਝ ਵੀ ਮੌਸਮ ਜ਼ਰਾ ਸੁਹਾਣਾ ਹੁੰਦਾ ਹੈ ਤੇ ਬਲਕਿ ਕਿ ਮਿਊਜ਼ਿਕ ਚੱਲ ਰਿਹਾ ਹੋਵੇ ਨਾਲ ਪਕੌੜੇ ਚੱਲ ਰਹੇ ਹੋਣ ਫਿਰ ਕਿਉਂਕਿ ਸਾਰੇ ਖਾਨਦਾਨ ਕਿਉਂਕਿ ਰਾਤ ਦਾ ਟਾਈਮ ਐਸਾ ਹੁੰਦਾ ਜਦੋਂ ਰਾਤ ਨੂੰ ਘਰ ਕਿਸੇ ਨੇ ਸੌਂ ਜਾਣਾ ਕਿਸੇ ਨੇ ਕੁਝ ਕਰਨਾ ਆਪਣਾ ਲੇਕਿਨ ਦਿਨ ਦਾ ਟਾਈਮ ਸਾਰੇ ਅਗਰ ਘਰ ਨੇ ਤੇ ਇਕੱਠਿਆਂ ਬਹਿਣ ਦਾ ਹੁੰਦਾ ਤੇ ਉਹਨੂੰ ਇਕੱਠਿਆਂ ਬਹਿਣ ਵਾਸਤੇ ਅਗਰ ਤੁਸੀਂ ਕੋਈ ਚੀਜ਼ ਪਕਾ ਲੈਂਦੇ ਐਸੀ ਜਿਹੜੀ ਸਾਰਿਆਂ ਨੂੰ ਪਸੰਦ ਹੁੰਦੇ ਪਕੌੜੇ ਤਾਂ ਮੇਰੇ ਖਿਆਲ ਹਰ ਘਰ ਦੇ ਵਿੱਚ ਹਰ ਬੰਦੇ ਨੂੰ ਪਸੰਦ ਹੁੰਦੇ ਨੇ ਉਹ ਇੱਕ ਮੇਰੇ ਖਿਆਲ ਨਾਲ ਬਹਿਣ ਦਾ ਰੀਜ਼ਨ ਵੀ ਬਣਦਾ ਤੇ ਨਾਲੇ ਫਿਰ ਚਟਪਟਾ ਤੇ ਕਿਸਾਨੀ ਖਾਣੇ ਦੇ ਨਾਲ ਉਂਝ ਹੀ ਲਾਜ਼ਮੋ ਮਲਜ਼ੂਮ ਹੈ ਨਾ ਉਰਦੂ ਬੜੀ ਖਰਾਬ ਮਜ਼ਾਕ ਨਾ ਬਣਾ ਲਿਆ ਜੇ ਮੇਰਾ ਉਹ ਨਹੀਂ ਤੁਸੀਂ ਪੰਜਾਬੀ ਇਹ ਵਜ੍ਹਾ ਹੋ ਬੋਲੋ ਸਕਦੀ। ਸਾਡੀ ਆਪਣੀ ਕਿਹੜੀ ਕੋ ਜਿਹੜਾ ਉਹ ਕੋਆਲਾ ਮਿਆਰ ਦੀ ਉਰਦੂ ਹੈ ਅਸੀਂ ਆਪ ਵੀ ਪੰਜਾਬੀ ਬੋਲਣ ਦੇ ਕਾਲ ਹੈ ਲੇਕਿਨ ਇਹ ਕਹਿਣਾ ਚਾਹਾਂਗਾ ਤੁਹਾਨੂੰ ਪਤਾ ਪਕੌੜਿਆਂ ਨੂੰ ਅਰਬੀ ਚ ਕੀ ਕਹੀਦਾ ਤੇ ਲਾਮਾ ਸਾਹਿਬ ਆ ਗਏ ਅੱਛਾ ਮੇਰੀ ਕਾਲ ਆ ਗਈ ਸੀ ਵਿੱਚ ਮੈਂ ਅਰਜ਼ ਕਰ ਰਿਹਾ ਸੀ ਕਿ ਭਾਈ ਮੈਂ ਸ਼ੁਰੂ ਤੋਂ ਇਹਨਾਂ ਨੂੰ ਇਹੀ ਕਹਿੰਦਾ ਰਿਹਾ ਵਾਂ ਕਿ ਗੁਫ਼ਤਗੂ ਨੂੰ ਇੱਕ ਹੀ ਦੂਸਰੇ ਦੇ ਸਮਝਣ ਸਮਝਾਉਣ ਵਾਸਤੇ ਰੱਖੋ ਨਾ ਕਿ ਆਪਣੇ ਜਿਹੜੇ ਤਰਾਨੇ ਤੇ ਨਗਮੇ ਗਾ ਕੇ ਤੇ ਦੂਜੇ ਨੂੰ ਇਰੀਟੇਟ ਕਰਨਾ ਉਹਦੇ ਨਾਲ ਨਫ਼ਰਤ ਪੈਦਾ ਹੁੰਦੀ ਹੈ ਉਹ ਸਮਝਣ ਸਮਝਾਉਣ ਵਾਲੀ ਗੱਲ ਕੋਈ ਨਹੀਂ ਰਹਿੰਦੀ ਲੇਕਿਨ ਇਹ ਜਮਾਤ ਅਹਿਮਦੀਆ ਦੇ ਬੰਦੇ ਇਹਨਾਂ ਦਾ ਇੱਕ ਐਸਾ ਯਾਨੀ ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਨੈਗੇਟਿਵ ਸੋਚ ਹੈ ਉਹ ਸਮਝਦੇ ਨੇ ਕਿ ਇਹ ਵੀ ਇੱਕ ਤਰੀਕਾ ਹੈ ਅੱਛਾ ਤਾਸੁਰ ਪਾਉਣ ਦਾ ਅੱਛਾ ਰੋਬ ਜਾਂ ਇੱਕ ਦਬਦਬਾ ਉਹਨਾਂ ਦੇ ਜ਼ਿਹਨ ਦੇ ਉੱਤੇ ਅਗਲੇ ਦੇ ਪੈ ਜਾਂਦਾ ਹੈ ਕਿ ਇਹ ਬੜੀ ਉੱਚੀ ਹਸਤੀ ਹੈ ਤੇ ਬੜੀ ਪਾਕ ਹਸਤੀ ਲਿਹਾਜ਼ਾ ਅਸੀਂ ਇਹ ਲਫ਼ਜ਼ ਜ਼ਰੂਰ ਨਾਲ ਆਪਸ 'ਚ ਗੱਲ ਕਰਦੇ ਹਾਂ ਕਈ ਵਾਰੀ ਨਹੀਂ ਕਰ ਰਹੇ ਹੁੰਦੇ ਬੜੀ ਵਾਰੀ ਮੈਂ ਵੇਖਿਆ ਆਪਸ 'ਚ ਗੱਲ ਕਰਦੇ ਹਾਂ ਹਜ਼ਰਤ ਮਿਰਜ਼ਾ ਸਾਹਿਬ ਹਜ਼ਰਤ ਮਸੀਹ ਮੌਦ ਕਹਿ ਰਹੇ ਹੁੰਦੇ ਨੇ ਜਦੋਂ ਸਾਡੇ ਸਾਹਮਣੇ ਆਵਣਗੇ ਉਹਨੂੰ ਕਰੋੜ ਕੇ ਕਰਨਗੇ ਮੈਂ ਬਰਦਾਸ਼ਤ ਕਰਦਾ ਰਹਿਣਾ ਵਾ ਮੈਂ ਕਹਿੰਦਾ ਚਲੋ ਕੋਈ ਨਹੀਂ ਗੱਲ ਲੇਕਿਨ ਮੈਂ ਉਹਨਾਂ ਨੂੰ ਹਮੇਸ਼ਾ ਹੀ ਆਖਿਆ ਕਿ ਸਾਡੇ ਵਾਸਤੇ ਵੀ ਦਰਵਾਜ਼ਾ ਖੁੱਲ੍ਹਾ ਹੈ ਸਾਡੇ ਕੋਲ ਵੀ ਇਹ ਰਸਤਾ ਹੈ ਕਿ ਜਿਸ ਵੇਲੇ ਅਸੀਂ ਚਾਹਾਂਗੇ ਫਿਰ ਅਸੀਂ ਵੀ ਆਪਣੇ ਅਕੀਦਤ ਔਰ ਅਕੀਦਤ ਦਾ ਇਜ਼ਹਾਰ ਕਰਾਂਗੇ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੋਣ ਲੱਗਾ ਵਾਕਿਆ ਮੈਂ ਅਗਰ ਇਹ ਦੇਖਾਂ ਕਿ ਗੁਫ਼ਤਗੂ ਦੇ ਵਿੱਚ ਕੋਈ ਪੋਜ਼ਿਟਿਵਿਟੀ ਮੌਜੂਦ ਹੈ ਤੇ ਮੈਂ ਰਿਬਟਲ ਨਹੀਂ ਦਿੰਦਾ ਸ਼ੁਰੂ ਤੋਂ ਲੈ ਕੇ ਮੇਰਾ ਇਹ ਮੌਕਾ ਹੈ ਅੱਜ ਵੀ ਮੌਕਾ ਅਗਰ ਉਹਦੇ ਵਿੱਚ ਮੈਨੂੰ ਕੋਈ ਚੀਜ਼ ਨਜ਼ਰ ਆਵੇ ਕਿ ਬਈ ਇਹਦੇ ਨਿਸਬਤ ਉਹ ਜ਼ਿਆਦਾ ਮੁਫੀਦ ਗੱਲ ਹੋ ਰਹੀ ਹੈ ਮੈਂ ਉਹਦਾ ਰਿਬਟਲ ਨਹੀਂ ਦਿੰਦਾ ਇਹ ਮੇਰੇ ਤੋਂ ਜ਼ਿਆਦਾ ਇਹਨਾਂ ਨੂੰ ਨਰਮ ਖੂਹ ਬੰਦਾ ਤੇ ਨਜ਼ਰ ਹੀ ਨਹੀਂ ਆਉਣਾ ਚਾਹੀਦਾ ਟਿਕਟਾਕ ਦੇ ਉੱਤੇ ਲੇਕਿਨ ਉਹ ਕਹਿੰਦੇ ਨੇ ਇਹ ਲਾਈਨ ਕ੍ਰਾਸ ਕਰ ਜਾਂਦਾ ਹੈ ਇਹਦਾ ਜਵਾਬ ਉਹੀ ਹੈ ਜਿਹੜਾ ਰਹੀਲ ਨੇ ਜੋ ਉਸ ਨੇ ਦਿੱਤਾ ਤੁਹਾਡੇ ਤੁਸੀਂ ਬਰਾੜ ਕਿਸੇ ਤੇ ਬੈਠੇ ਸੋ ਉਹਨੇ ਕਿਹਾ ਜਿਹੜਾ ਅਮਨ ਨਜ਼ੀਰ ਹੈ ਨਾ ਇਹਦੀ ਮੈਂ ਗਵਾਹੀ ਦੇਣਾ ਕਿ ਪਹਿਲ ਨਹੀਂ ਕਰਦਾ ਜਦੋਂ ਕਰਦੇ ਨੇ ਸਾਡੇ ਅਹਿਮ ਦੀ ਪਹਿਲ ਕਰਦੇ ਨੇ ਪਰ ਇੱਕ ਗੱਲ ਹੈ ਜਿਸ ਵੇਲੇ ਸਾਡੇ ਬੰਦੇ ਪਹਿਲ ਕਰਦੇ ਨੇ ਫਿਰ ਉਹ ਪਿੱਛੇ ਛੱਡਦਾ ਕੱਖ ਨਹੀਂ ਹੈ ਸਾਰੀਆਂ ਲੈਣਾ ਢਾਹ ਹਟਦਾ ਸਾਡੀਆਂ ਅੱਛਾ ਉਹ ਰਹੀਲ ਦੇ ਮੁਤਾਬਿਕ ਬੜਾ ਕਹਿੰਦੇ ਨੇ ਬਈ ਕਿ ਉਹ ਵੀ ਅਮਨ ਜੀ ਸਾਡੀ ਦੁਖੀ ਹੈ ਨਹੀਂ ਅਮਰ ਭਾਈ ਮੈਂ ਗੱਲ ਕੀਤੀ ਹੈ ਨਾ ਮੈਂ ਕਿਹਾ ਅਮਰ ਭਾਈ ਇਹਨਾਂ ਦੇ ਕਾਬਰੀਨ ਮੁਹੱਬਤ ਕਰਦੇ ਨੇ ਮਿਰਜ਼ਾ ਸਾਹਿਬ ਨਾਲ ਤੇ ਜੇ ਅਮਰ ਭਾਈ ਨਾਲ ਮੈਂ ਮੁਹੱਬਤ ਕਰਨਾ ਵਾ ਜੇ ਉਹਦੇ ਬਾਅਦ ਕੋਈ ਬੋਲਦਾ ਮੈਂ ਇਸੇ ਨਾਲ ਮਿਰਜ਼ੇ ਨੂੰ ਜੁੜ ਜਾਣਾ ਮੈਂ ਤੇ ਗੱਲ ਕਰਨਾ ਸਿੱਧੀ ਸਾਨੀ ਸਾਹਿਬ ਅਗਰ ਕਿਸੇ ਨੇ ਮੇਰੇ ਹੁੰਦਿਆਂ ਅਮਰ ਭਾਈ ਦੇ ਖਿਲਾਫ ਗੱਲ ਕੀਤੀ ਤੇ ਮੈਂ ਸਿੱਧਾ ਮਿਰਜ਼ੇ ਨੂੰ ਜੁੜ ਜਾਣਾ ਮੈਨੂੰ ਕਹਿਣਾ ਮੈਂ ਅਮਰ ਦੇ ਨਾਲ ਮੁਹੱਬਤ ਕਰਨਾ ਮੈਂ ਨਾ ਮਿਆਰ ਭਾਜੀ ਤੁਸੀਂ ਵੀ ਅੱਲਾ ਮਿਆਰ ਦੇ ਮਾਲਕ ਹੋ ਅੱਲਾ ਅਖਲਾਕ ਦੇ ਮਾਲਕ ਹੋ ਤੁਸੀਂ ਬੜੀ ਸੋਹਣੀ ਗੱਲ ਕਰਦੇ ਹੋ ਤੁਹਾਡੀ ਮੇਰੇ ਕੋਲ ਸੋਨੇ ਦੇ ਲਫ਼ਾਜ਼ ਨੇ ਕੀ ਉਹ ਪਾਣੀ ਨਹੀਂ ਮੈਂ ਉਹਦੇ ਨਾਲ ਅਲੀ ਯੰਗ ਬਿਲਕੁਲ ਅਲੀ ਯੰਗ ਹੈ ਅਲੀ ਦੀ ਗੱਲ ਦਾ ਨਹੀਂ ਅਸਲ ਨਹੀਂ ਮੈਂ ਬਿਲਕੁਲ ਨਹੀਂ ਲੈਂਦਾ ਵਾ ਟੈਂਸ਼ਨ ਮੈਂ ਤੇ ਭਾਈ ਨੇ ਸਾਰੇ ਮੇਰੇ ਮੈਨੂੰ ਤਾਂ ਜਿਸ ਲਈ ਆਖਣ ਨੂੰ ਮੈਂ ਰੁਕ ਜਾਵਾਂ ਮਿਸਟਰ ਸਾਹਿਬ ਤੁਹਾਨੂੰ ਆਖਣਾ ਯੰਗ ਬਲੱਡ ਕੀ ਕਰੀਏ ਯੰਗ ਬਲੱਡ ਜਿਹੜੀ ਦੁੱਖੀ ਵਾਲੀ ਗੱਲ ਹੈ ਕੱਲ ਸਵੇਰ ਤੁਹਾਡੇ ਤੇ ਵੀ ਫਤਵਾ ਲੱਗਿਆ ਹੋਵੇਗਾ ਅੱਜ ਤੁਹਾਨੂੰ ਘੰਟਾ ਹੋ ਗਿਆ 1.5-2 ਇੱਥੇ ਬੈਠਿਆ ਨਾ ਕੱਲ ਸਵੇਰ ਤਿਆਰ ਹੋ ਜਾਓ ਤੁਸੀਂ ਵੀ ਦੁੱਖੀ ਬਣੇ ਬੋਲਦੇ ਇੱਥੇ ਜਿਹੜਾ ਬੰਦਾ ਮੇਰੀ ਕਿਸਮਤ ਲਾਮਾ ਸਾਹਿਬ ਇਹ ਵੇ ਮੇਰੀ ਕਿਸਮਤ ਇਹ ਵੇ ਕਿ ਕਈ ਦਿਨਾਂ ਤੋਂ ਬਲਕਿ ਕਈ ਮਹੀਨਿਆਂ ਤੋਂ ਮੈਂ ਅੰਡਰ ਕਵਰ ਐਮਡੀ ਸਾਂ ਪ੍ਰੀਟੈਂਡ ਕਰ ਰਿਹਾ ਸਾਂ ਕਿ ਮੈਂ ਗੈਰ ਐਮਡੀ ਹੁਣ ਕੁਝ ਦਿਨਾਂ ਤੋਂ ਇਹ ਹੁੰਦਾ ਕਿ ਮੈਂ ਅਮਨ ਅਜ਼ੀਜ਼ ਸਾਹਿਬ ਦੇ ਦੁਖੀ ਮੇਰੇ ਤੋਂ ਇੱਕ ਦਫਾ ਹੋ ਚੁੱਕੀ ਹੈ ਗੱਲ ਲੇਕਿਨ ਇਹਨਾਂ ਚੀਜ਼ਾਂ ਨੂੰ ਮੈਨੂੰ
ਕੋਈ ਫਰਕ ਨਹੀਂ ਪੈਂਦਾ। ਇਹ ਅਲੀ ਵਾਲਾ ਸਾਹਿਬ ਮੈਨੂੰ ਕਿੰਨੀ ਦਫਾ ਆਖ ਬੈਠੇ ਨੇ ਕਿ ਇਹ ਪ੍ਰੀਟੈਂਡ ਕਰਦਾ ਹੈ। ਉਸ ਤੋਂ ਬਾਅਦ ਇੱਕ ਆਰ ਅਹਿਮਦ ਸਾਹਿਬ ਦੀ ਆਈਡੀ ਉਹ ਕਰ ਸਕੇ ਨੇ ਗੱਲ। ਅਗਲੇ ਦਿਨ ਇੱਕ ਮੀਰ ਨਾਂ ਦੀ ਆਈਡੀ ਉਹ ਵੀ ਮੈਨੂੰ ਕਿਤੇ ਅਹਿਮਦੀ ਆਉਂਦਾ ਸੀ। ਇਹਨਾਂ ਚੀਜ਼ਾਂ ਨਾਲ ਤੇ ਫਰਕ ਨਹੀਂ ਪੈਂਦਾ ਨਾ। ਮੈਂ ਤਾਂ ਛੋਟੀ बल्कि वो अगले दिन अलीम आया, उन्होंने मैंने पूछा ये मिस्टर एक सहमदी है? मैं कह नहीं, ये अहमदी वाली हरकतें हो ही नहीं सकती। मैं कहा की उन्हें जो अहमदी वाली हरकत नहीं हो सकती कीता की मिर्जा साहब ने कहा ਕੀ ਆਖਿਆ वो छड़ो की कहदा है इन गल पूरी करो ਤਾਂ ਮੈਨੂੰ ਪਤਾ ਲੱਗਿਆ। हाथ से नहीं आई, बस पूछने से आया सी कि ये अहमदी है। मैं क्या हाँ नहीं वो अहमदी नहीं है, रसन तो जमात ताल्लुक है, मुसलमान है। तो कहंदा नहीं मैनू, मैं भी आख्या कि ਇਹਦੀ ਹਰਕਤ ਹੈ ਜੀ ਅਹਿਮਦੀ। ਮੈਂ ਕਿਹਾ ਕੀਤਾ ਕੀ ਹੈ ਤੈਨੂੰ ਕਿਉਂ ਲੱਗਿਆ? ਕਹਿੰਦਾ ਬਸ ਛੋੜ ਦਿਆਂ। ਮੈਂ ਕਿਹਾ ਠੀਕ ਹੈ ਛੋੜ ਦੇ ਲੇਕਿਨ ਭੁਲੇਖਾ ਤੁਸੀਂ ਮੈਂ ਜਿੱਥੇ ਬੈਠਾ ਰਿਹਾ ਮਸਜਿਦ ਦੇ ਟੈਗ ਮੇਰੇ ਉੱਤੇ ਨਹੀਂ ਲੱਗੇ। ਠੀਕ ਹੈ ਹੁਣ ਤੱਕ ਮੇਰਾ ਇਖਰਾਜ ਹੋ ਗਿਆ ਜਮਾਤ ਤੋਂ। ਮੇਰਾ ਤਜਨੀਦ ਕਾਰਡ ਚੋਂ ਪਾੜ ਕੇ ਸੁੱਟਿਆ ਨੇ, ਕਹਿੰਦੇ ਇਹਨੂੰ ਜਮਾਤ ਤੋਂ ਖਰਾਜ ਕਰੋ। ਮੈਂ ਨਾ ਤੇ ਮੈਨੂੰ ਲੱਗ ਕੁਝ ਦਿਨ ਪਹਿਲੋਂ ਇੱਕ ਬਰੋਡ ਤੇ ਚੰਦ ਸਵਾਲ ਉਠਾਏ। ਅਸਲ ਵਿੱਚ ਅਗਰ ਉਹ ਪੂਰੀ ਉਹਦਾਂ ਦੀ ਆਡੀਓ ਚੱਲ ਜਾਂਦੀ ਨਾ ਜਾਂ ਉਹਨੂੰ ਪੂਰਾ ਸੁਣਿਆ ਜਾਂਦਾ, ਜਿਹੜੇ ਮੇਰੇ ਤੇ ਫਤਿਹ ਸਾਹਿਬ ਦੀ ਗੱਲ ਹੋ ਰਹੀ ਸੀ ਮੁਹੰਮਦੀ ਬੇਗਮ ਤੋਂ ਬਾਅਦ, ਉਸ ਤੋਂ ਬਾਅਦ ਦੀ ਅਗਰ ਕੁਝ ਸੁਣਦੇ ਨਾ ਤਾਂ ਉਹਦੇ 'ਚ ਬੜਾ ਚੀਜ਼ਾਂ ਹਨ, ਬਹੁਤ ਜ਼ਿਆਦਾ ਚੀਜ਼ਾਂ ਹਨ ਨਾ। ਤੇ ਉਹ ਮੈਂ ਕਿਉਂਕਿ ਮੈਂ ਕਦੀ ਸਖਤ ਗੱਲ ਨਹੀਂ ਕਿਸੇ ਨਾਲ ਕੀਤੀ ਤੇ ਉਦੋਂ ਮੈਂ ਥੋੜਾ ਜਿਹਾ ਸਟਾਂਸ ਲੈ ਕੇ ਨਾ ਆਪਣਾ ਮਤਲਬ ਗਰਾਊਂਡ ਤੇ, ਮੇਰਾ ਲੱਗਦਾ ਕਿ ਮੇਰੀ ਗੱਲ ਦੀ ਤੇ ਵੈਲਿਊ ਹੈ ਨਹੀਂ, ਕਿਉਂਕਿ ਮੈਂ ਤੇ ਆਪਣਾ ਜੋ ਮੈਂ ਕਦੀ ਕਿਸੇ ਤੇ ਜਿਰਾ ਨਹੀਂ ਕੀਤੀ, ਕਿਉਂਕਿ ਮੈਨੂੰ ਲੱਗਦਾ ਕਿ ਮੈਂ ਆਪਣੇ ਮਾਲ ਦਾ ਜਵਾਬ ਆਪਣਾ ਆਪ ਦੇਣਾ, ਆਪਣੇ ਕੀਦੇ ਦਾ ਜਵਾਬ ਮੈਂ ਦੇਣਾ। ਅਗਰ ਮੈਨੂੰ ਕੋਈ ਗੱਲ ਸਮਝ ਆਉਂਦੀ ਮੈਂ ਆਪਣੇ ਅੰਦਰ ਰੱਖਾਂਗਾ, ਮੈਨੂੰ ਨਹੀਂ ਆਉਂਦੀ ਮੈਂ ਚੁੱਪ ਕਰ ਜਾ। ਉਦੋਂ ਮੈਂ ਥੋੜੇ ਸਾਹ ਸੁਹਾਗੀ ਤੇ ਉਸ ਦਿਨ ਮੈਨੂੰ 3-4 ਬੰਦਿਆਂ ਮੈਨੂੰ ਇਹ ਆਖਿਆ ਕਿ ਅੱਜ ਕੱਲ੍ਹ ਤੂੰ ਕਿਸੇ ਹੋਰ ਜਗ੍ਹਾ ਤੇ ਜਾ ਕੇ ਬਹਿਣਾ ਪਿਆ ਤੇ ਤੈਨੂੰ ਇਹ ਅਸਰ ਹੋਣਾ ਸ਼ੁਰੂ। ਇਹ ਤੇ ਲਾਮਾ ਸਾਹਿਬ ਬੜੀ ਅੱਛੀ ਤਰ੍ਹਾਂ ਤੁਸੀਂ ਪਛਾਣਿਆ। ਤੇ ਮੈਂ ਕਦੀ ਬੋਲਦਾ ਹੀ ਨਹੀਂ। ਤੁਸੀਂ ਮੈਨੂੰ ਕੋਈ ਗੱਲ ਕਰੋਗੇ ਨਾ ਤਾਂ ਮੈਂ ਸੁਣਦਾ ਰਹਾਂਗਾ। ਮੈਂ ਉਹਦੇ 'ਚ ਆਪਣਾ ਮਤਲਬ ਜਿਹੜਾ ਮੇਰਾ ਜ਼ਹਨ ਐਕਸੈਪਟ ਕਰੇਗਾ ਨਾ, ਮੈਂ ਉਹਨੂੰ ਲੈ ਲਾਂਗਾ। ਜਿਹੜੀ ਮੈਨੂੰ ਚੀਜ਼ ਦੀ ਸਮਝ ਨਾ ਆਏਗੀ ਮੈਂ ਤੇ ਖਾਮੋਸ਼, ਮੈਂ ਜਿਰਾ ਕਰਦਾ ਹੀ ਨਹੀਂ ਕਿਸੇ ਦਾ, ਨਾ ਹੀ ਮੇਰੇ ਕੋਈ ਨਾ ਇਲਮ ਹੈ ਜਾਂ ਕੋਈ ਇਸ ਤਰ੍ਹਾਂ। ਜਿਹੜੀ ਚੀਜ਼ ਦੀ ਸਮਝ ਆ ਜੇ ਉਹ ਮੇਰੇ ਆਪਣੇ ਤੱਕ ਰਹੇ। ਤੇ ਜੇ ਮੈਂ ਆਪਣਾ ਉਹੀ ਕਿਸੇ ਤੇ ਜਾ ਕੇ ਫੋਰਸ ਕਰਾਂ, ਮੈਨੂੰ ਲੱਗੇਗਾ ਮੈਂ ਗਲਤ ਕਰ ਨਹੀਂ। ਗੱਲ ਤੇ ਆ ਜਿਹੜੀ ਦੁਖੀਆਂ ਤੀਕੀਆਂ ਮੈਨੂੰ ਤੇ ਪਹਿਲਾਂ 6 ਮਹੀਨੇ ਰਗੜਿਆ ਮੁਸਲਮਾਨ ਭਰਾਵਾਂ ਤੇ ਹੁਣ ਜੇ ਕੋਈ ਮਹੀਨਾ ਡੋੜੋ ਵੀ ਰਗੜ ਲੈਣ ਮੈਨੂੰ ਕੀ ਫਰਕ ਪੈ ਜਾਂਦਾ। ਦੁਖੀਆਂ ਤੇ ਚੁੱਕੀਆਂ ਕਹਿ ਰਹੇ ਨੇ, ਮੈਨੂੰ ਵੀ ਦੁੱਖੀ ਚੁੱਕੀ ਯਾਰ, ਮਨੋਂ ਤੇ ਦੁੱਖੀ ਚੁੱਕੀ, ਮਨੋਂ ਤੇ ਯਕਾ ਕਹੋ। ਮੈਂ ਤੇ 1.5 ਸਾਲ ਮਰ ਜਾਈਏ। ਸੁਹੇਬ ਰਾਜੇ ਦੀ ਗੱਲ ਹੋ ਰਹੀ ਸੀ। ਸੁਹੇਬ ਰਾਜੇ ਮੈਨੂੰ ਗੱਲ ਫਿਰ ਸੁਹੇਬ ਰਾਜੇ ਨੇ ਮੈਨੂੰ ਪੁੱਛਿਆ, ਜਿਹੜਾ ਇੱਕ ਨਾ ਪੈਟਰਨ ਕੁਐਸਚਨ ਹੁੰਦਾ ਨਾ, ਪਹਿਲੋਂ ਤੂੰ ਕੌਣ ਹੈ? ਮੈਂ ਮੁਸਲਮਾਨ। ਕਿਹੜਾ ਮੁਸਲਮਾਨ? ਤੇ ਮਿਰਜ਼ਾ ਸਾਹਿਬ ਨੂੰ ਕੀ ਸਮਝਣਾ? ਮੈਂ ਮਿਰਜ਼ਾ ਸਾਹਿਬ ਸਮਝਣਾ। ਤੇ ਇਸ ਤਰ੍ਹਾਂ ਕਰ ਕੇ ਉਹ ਵੀ ਮੇਰੇ ਤੇ ਟਰਾਈ ਕਰ ਬੈਠਾ। ਮੈਨੂੰ ਆਪਣਾ ਮੈਂ ਉਹਨੂੰ ਆਖਿਆ ਤੂੰ ਦੱਸ ਨਾ ਉਹ ਜਿਹੜੀ ਸ਼ੈ ਵੇ ਕਿ ਤੇਰੇ ਕੋਲ ਰੱਬ ਨੇ ਤੈਨੂੰ ਕੋਈ, ਮੈਨੂੰ ਬੜੇ ਸ਼ੁਰੂ ਦਿਨਾਂ ਦੀ ਗੱਲ ਕਿ ਰੱਬ ਨੇ ਤੈਨੂੰ ਕੋਈ ਸਰਟੀਫਿਕੇਟ ਬਣਾ ਕੇ ਦਿੱਤਾ ਹੋ ਕਿ ਜਾਂ ਲੋਕਾਂ ਕੋਲ ਪੁੱਛ ਤੇਰੇ ਕੋਲ ਜੋ ਹਾਕੀ ਕੋਣ, ਤੂੰ ਮੇਰੇ ਕੋਲ ਕਿਉਂ ਪੁੱਛਣਾ ਪਿਆ? ਉਸ ਦਿਨ ਇਹ ਤੁਹਾਡੀ ਬਰੋਡ ਸੀ ਸ਼ਾਇਦ, ਕਿਉਂਕਿ ਮੈਂ ਲਾਮਾ ਸਾਹਿਬ ਦੀ ਬੜੀ ਇੱਜ਼ਤ ਕਰਨਾ ਔਰ ਇਹਨਾਂ ਦੇ ਇਲਮ ਨੂੰ ਬੜਾ ਮਤਲਬ ਇਹਨਾਂ ਦੇ ਸਾਹਮਣੇ ਉਹ ਪਹਿਲੀ ਦਫਾ ਮੈਂ ਕੋਈ ਗੱਲ ਕੀਤੀ ਹੈ। ਲਾਮਾ ਸਾਹਿਬ ਯਾਦ ਹੈ ਤੁਹਾਨੂੰ? ਜੀ। ਉਸ ਦਿਨ ਮੈਂ ਸਿਰਫ ਲਾਮਾ ਸਾਹਿਬ ਵਾਸਤੇ ਉਹ ਗੱਲ ਕੀਤੀ। ਉਸ ਤੋਂ ਬਾਅਦ ਤੁਸੀਂ ਕੋਈ ਟੇਲ ਵੀ ਲਾ ਲੈਂਦਾ, ਮੈਂ ਕੋਈ ਗੱਲ ਨਹੀਂ ਸੀ ਕਰਦੀ। ਜੋ ਮੈਂ ਮੰਨਣਾ, ਜੋ ਮੇਰੇ ਅੰਦਰ ਟੇਲ ਦੇ ਸਾਹਿਬ ਬਹਿਰੀਨ ਕੋਲ ਵੀ ਲਵਾ ਲਿਆ ਸੀ ਤੇ ਫਿਰ ਰਿਕਾਰਡਿੰਗ ਰੱਖ ਲਈ ਸੀ ਤੇ ਬੋਲਦਾ ਸੀ। ਮੈਂ ਨਾ ਭਾਜੀ ਤੁਸੀਂ ਵੀ ਯੰਗ ਬਲੱਡ ਹੋ, ਮੈਂ ਨਾ ਤੁਸੀਂ ਯੰਗ ਆਮਰ ਭਾਈ, ਮੈਂ ਉਹਨਾਂ ਨੂੰ ਆਖਣ ਤੋਂ ਪਹਿਲਾਂ ਹੀ ਉਹਨਾਂ ਦੇ ਸਾਹਮਣੇ ਉਹਨਾਂ ਦੀ ਇੱਜ਼ਤ ਹੀ ਇੰਨੀ ਸੀ ਕਿ ਮੈਂ ਖੁਦ ਉਹਨਾਂ ਨੂੰ ਇੱਕ ਗੱਲ ਦੱਸੀ ਆਪਣੇ ਤਰੀਕੇ ਦੇ ਨਾਲ, ਉਹਨਾਂ ਨੂੰ ਸਮਝ ਉਹਨਾਂ ਦੀ ਮੇਰੀ ਗੱਲ। ਕੀ ਕਹਿੰਦੇ ਹੋ, ਕੀ ਟੈਸਟ ਕਰਨਾ ਹੈ? ਲਫਾਜ਼ ਕੀ ਬੋਲਦੇ ਹੋ, ਕੀ ਟੈਸਟ ਕਰਨਾ? ਅਲੀ ਜ਼ਰਾ ਮਿਊਟ ਰੱਖ ਇੱਕ ਮਿੰਟ। ਅਲੀ ਤੇ ਸ਼ੋਰ ਬਹੁਤ ਆਉਂਦਾ ਯਾਰ ਤੇਰੇ ਨਾਲ। ਮੇਰੇ ਕੋਲ ਅਗਰ ਕੋਈ ਬੰਦਾ ਆਂਦਾ ਹੈ ਨਾ, ਕੋਈ ਮੈਨੂੰ ਜ਼ੋਰ ਨਾ ਕੋਈ ਮੇਰੇ ਕੋਲ ਸਟੇਟਮੈਂਟ ਲੈ ਕੇ ਜਾਣਗੇ, ਉਹ ਉਹਦੀ ਮੇਰਾ ਵੀਰ ਭੁੱਲ ਆ, ਉਹ ਕਦੀ ਸਾਰੀ ਜ਼ਿੰਦਗੀ ਵੀ ਨਹੀਂ ਕਰ ਸਕੇਗਾ। ਮੈਂ ਆਪਣੇ ਭਾਈਆਂ ਵਾਸਤੇ ਮੈਂ ਇੱਕ ਗੱਲ ਜਿਹੜੀ ਹੈ ਨਾ, ਉਹ ਇੱਕ ਸ਼ਾਇਦ ਨਵੀਂ ਗੱਲ ਹੋਏਗੀ, ਅੱਗੇ ਵੀ ਕੋਈ ਇਸ਼ਾਰਾ ਤੰਤ ਮੈਂ ਕਈ ਵਾਰੀ ਕਿਹਾ ਹੈ ਕਿ ਕਿਸੇ ਵੀ ਬੰਦੇ ਨਾਲ ਇਸ ਤਰ੍ਹਾਂ ਧੱਕਾ ਕਰਕੇ, ਉਹਨੂੰ ਕਾਰਨਰ ਕਰਕੇ, ਉਹਨੂੰ ਦੀਵਾਰ ਨਾਲ ਲਾ ਕੇ ਉਹਦਾ ਅਕੀਦਾ, ਉਹਦਾ ਮਜ਼ਹਬ ਪੁੱਛਣ ਦੀ ਜ਼ਰੂਰਤ ਹੀ ਨਹੀਂ ਹੁੰਦੀ ਹੈ। ਜਦੋਂ ਇੱਕ ਬੰਦਾ ਕਹਿੰਦਾ ਮੇਰਾ ਇਹ ਅਕੀਦਾ ਹੈ ਜਾਂ ਮੇਰਾ ਇਹ ਮਜ਼ਹਬ ਹੈ ਜਾਂ ਮੈਂ ਮੁਸਲਮਾਨ ਹਾਂ ਜਾਂ ਮੈਂ ਕਾਦੀਆਨੀ, ਅਗਰ ਉਹ ਬੰਦਾ 2 ਨੰਬਰ ਹੋਏਗਾ ਨਾ ਤੇ ਉਹਦਾ ਬਿਹੇਵੀਅਰ ਦੱਸ ਦੇਗਾ। ਬੇਜਾ ਹਮਾਇਤ ਜਦੋਂ ਉਹ ਕਰੇਗਾ ਤੁਹਾਡੀ, ਉਹ ਕਹਿਣਗੇ ਤੁਹਾਡੀ ਤਰਫ ਹੈ, ਜਾਂ ਤੁਸੀਂ ਵੇਖਦੇ ਹੋ ਕਿ ਉਹ ਬੇਜਾ ਹਮਾਇਤ ਉਹਨਾਂ ਦੀ ਕਰਦਾ ਹੈ ਔਰ ਬਗੈਰ ਦਲੀਲ ਤੋਂ ਉਹਨਾਂ ਦੀ ਫੇਵਰ ਕਰਦਾ ਹੈ, ਸੱਚ ਨੂੰ ਝੁਟਲਾ ਰਿਹਾ, ਪਤਾ ਲੱਗ ਜਾਏਗਾ ਉਹਨਾਂ ਦੀ ਤਰਫ ਹੈ।
ਤੇ ਤੁਹਾਡੇ ਕੋਲ ਦਲੀਲ ਮੌਜੂਦ ਹੈ ਤੇ ਤੁਹਾਨੂੰ ਕੀ ਜ਼ਰੂਰਤ ਹੈ ਕਿਸੇ ਬੰਦੇ ਨੂੰ ਦੀਵਾਰ ਦੇ ਨਾਲ ਲਾ ਕੇ ਪੁੱਛਣ ਦੀ ਭਾਈ ਦੱਸ ਤੂੰ ਮੁਸਲਮਾਨ ਹੈ, ਕਿਹੜਾ ਮੁਸਲਮਾਨ ਹੈ, ਤੂੰ ਆਪਣਾ ਸ਼ਨਾਖਤੀ ਕਾਰਡ ਚੈੱਕ ਕਰਾ, ਤੂੰ ਆਪਣਾ ਪਾਸਪੋਰਟ ਚੈੱਕ ਕਰਾ ਤੇ ਜਨੀਦੀ ਨੰਬਰ ਚ ਰੱਖ, ਕੋਈ ਜ਼ਰੂਰਤ ਹੀ ਨਹੀਂ ਹੈ। ਠੀਕ ਹੈ, ਇੱਕ ਬੰਦਾ ਕਹਿੰਦਾ ਮੈਂ ਮੁਸਲਮਾਨ ਹਾਂ, ਸਹੀ ਹੈ ਮੁਸਲਮਾਨ, ਉਹਦੇ ਸਾਹਮਣੇ ਤੁਸੀਂ ਗੱਲ ਕੋਈ ਪੇਸ਼ ਕਰੋਗੇ ਬਗੈਰ ਗਾਲਮ ਗਲੋਚ ਤੋਂ, ਬਗੈਰ ਸਖਤੀ ਤੋਂ ਦਲੀਲ ਪੇਸ਼ ਕਰੋਗੇ ਔਰ ਜੈਨੂਇਨ ਦਲੀਲਾਂ ਸਾਡੇ ਕੋਲ ਜਦੋਂ ਮੌਜੂਦ ਨੇ ਔਰ ਸਾਡਾ ਦਾਅਵਾ ਕਿ ਸਾਡੇ ਕੋਲ ਦਲੀਲਾਂ ਐਸੀਆਂ ਮੌਜੂਦ ਨੇ ਜਿਨ੍ਹਾਂ ਨੂੰ ਕੋਈ ਝੁਟਲਾ ਸਕਦਾ ਹੀ ਨਹੀਂ ਹੈ, ਤੇ ਫਿਰ ਤੁਸੀਂ ਉਹ ਦਲੀਲ ਰੱਖ ਕੇ ਬੰਦੇ ਨੂੰ ਚੈੱਕ ਕਰ ਲਓ। ਜੇ ਉਹ ਤੁਹਾਡੇ ਨਾਲ ਹੀ ਖੜਾ ਤੇ ਫਿਰ ਇਹਦਾ ਮਤਲਬ ਉਹ ਸਹੀ ਬੋਲ ਰਿਹਾ ਹੈ, ਤੇ ਜੇ ਉਹ ਉਹਦੇ ਤੇ ਪੰਚਰ ਲਾ ਰਿਹਾ ਹੈ, ਥੁੱਕ ਲਾ ਕੇ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਤੁਹਾਨੂੰ ਪਤਾ ਲੱਗ ਜਾਏਗਾ ਬੰਦਾ ਝੂਠ ਬੋਲ ਰਿਹਾ ਸੀ, ਸੱਚ ਨਹੀਂ ਬਿਆਨ ਕਰ ਰਿਹਾ। ਇੰਨਾ ਹੀ ਕਾਫੀ ਹੁੰਦਾ, ਉਹਦੇ ਵਾਸਤੇ ਕਿਸੇ ਨੂੰ ਧੱਕਾ ਕਰਨ ਦੀ ਕਿਹੜੀ ਲੋੜ। ਅਗਰ ਇੱਕ ਬੰਦਾ ਕਿਸੇ ਵਕਤ ਕਿਸੇ ਵਾਸਤੇ ਕੋਈ ਫੇਵਰ ਦਾ ਲਫ਼ਜ਼ ਬੋਲ ਵੀ ਦੇਵੇ, ਥੋੜਾ ਬਹੁਤ ਬਰਦਾਸ਼ਤ ਕਰ ਲੈਣਾ ਚਾਹੀਦਾ। ਮੈਂ ਜਿੰਨਾ ਚਿਰ ਵੀ ਕੋਈ ਗੱਲ ਕੀਤੀ ਹੈ ਨਾ ਲਾਮਾ ਸਾਹਿਬ, ਮੈਂ ਹਮੇਸ਼ਾ ਉਸ ਗੱਲ ਤੇ ਬੋਲਿਆ ਕਿ ਜਿਸ ਲਈ ਗੈਰ ਕਾਨੂੰਨੀ ਤੌਰ ਤੇ ਕਿਸੇ ਦੇ ਘਰ ਸਾੜ ਦੇਣਾ, ਕਿਸੇ ਦੀ ਮੋਟਰਸਾਈਕਲ, ਕਿਸੇ ਦੀ ਬੱਕਰੀਆਂ ਖੋਲ ਕੇ ਲੈ ਜਾਣੀਆਂ, ਕਿਸੇ ਦਾ ਕੁਝ ਕਰ ਦੇਣਾ, ਮੈਨੂੰ ਇਹਨਾਂ ਚੀਜ਼ਾਂ ਦਾ ਇਤਰਾਜ਼ ਹੈ, ਮੈਨੂੰ ਅੱਜ ਵੀ ਹੈ ਕਿ ਤੁਸੀਂ ਕਿਸੇ ਨੂੰ ਮਾਰਨ ਦਾ ਤੁਹਾਡੇ ਕੋਲ ਹੱਕ ਕੋਈ ਨਹੀਂ। ਤੁਸੀਂ ਕਾਨੂੰਨ ਮੌਜੂਦ ਹੈ, ਅਗਰ ਕੋਈ ਬੰਦਾ ਖਿਲਾਫ ਵਰਜ਼ੀ ਕਰਦਾ, ਕਾਨੂੰਨ ਤੇ ਤੁਸੀਂ ਕੌਣ ਹੁੰਦੇ? ਤੁਹਾਨੂੰ ਰੱਬ ਨੇ ਕੋਈ, ਮੇਰਾ ਮਤਲਬ ਹੈ ਕੋਈ ਸਰਟੀਫਿਕੇਟ ਦਿੱਤਾ ਤੁਸੀਂ ਜਾ ਕੇ ਲੋਕਾਂ ਨੂੰ ਮਾਰ ਦਿਓ? ਕੋਈ ਬੰਦਾ ਗਲਤ ਕਰਦਾ, ਆਪਣੇ ਮਾਲ ਦਾ ਜ਼ਿੰਮੇਦਾਰ ਹੋਵੇ ਕਿ ਤੁਸੀਂ ਹੋ? ਇਹ ਵੇ ਕਿ ਕਾਨੂੰਨ ਨੂੰ ਹੱਥ ਨਹੀਂ ਕਰਦੇ ਨਾ ਸਿਰਫ ਅਸੀਂ ਮਜ਼ਮਤ ਕਰਨੇ ਆ, ਬਲਕਿ ਜਦੋਂ ਕ੍ਰਿਸ਼ਨਾ ਦੇ ਚਰਚਾਂ ਨੂੰ ਅੱਗ ਸ਼ੱਗ ਲਾਈ ਨਾ ਕੋਈ ਬੰਦਿਆਂ ਨੇ ਉੱਥੇ ਪਾਕਿਸਤਾਨ, ਪਤਾ ਜੜ੍ਹਾਂ ਵਾਲੇ ਵਾਕਿਆ ਹੋਇਆ ਕਿ ਕਿਹੜੀ ਜਗ੍ਹਾ ਤੇ 2 ਸਾਲ ਪਹਿਲਾਂ ਦੀ ਗੱਲ। ਅਸੀਂ ਜੋਸਫ ਸਾਹਿਬ ਤੇ ਸਾਡੇ ਨਾਲ WhatsApp ਤੋਂ ਹੀ ਪੁਰਾਣਾ ਤਾਲੁਕ ਹੈ, ਇਹ ਜਿਹੜੇ ਹਜ਼ਰਤ ਨੂਨ ਨੇ ਨਾ, ਇਹਨਾਂ ਨਾਲ ਕੋਈ ਜ਼ਿਆਦਾ ਮੇਰੇ ਨਾਲ ਬਾਤਚੀਤ ਨਹੀਂ ਸੀ WhatsApp ਤੇ, ਜਾਂ ਸੀ ਤੇ ਮੇਰੇ ਜ਼ਿਹਨ 'ਚ ਨਹੀਂ, ਸ਼ਾਇਦ ਚੀਮਾ ਸਾਹਿਬ ਦੇ ਗਰੁੱਪ 'ਚ ਹੋਈ ਸੀ। ਇਹਨਾਂ ਦੀ ਬਰਾੜ ਦੇ ਉੱਤੇ ਬੈਠੇ ਤੇ ਇਹ ਨਾ ਹਜ਼ਰਤ ਨੂਨ ਨੇ ਕਿਹਾ ਜਾਂ ਕਿਸੇ ਹੋਰ ਕ੍ਰਿਸਚਨ ਨੇ ਕਿਹਾ ਬਈ ਭਾਈ ਅਮਰ ਮੈਂ ਵੀ ਤੇ ਜ਼ਿਆ ਭਾਈ ਦੋਏ ਸੀ, ਤੁਹਾਨੂੰ ਸਹੀ ਗੱਲ ਦਸੀਏ। ਮੈਂ ਕਿਹਾ ਦੱਸੋ? ਕਹਿੰਦੇ ਬਈ ਸੱਚੀ ਗੱਲ ਹੈ ਵੇ ਕਿ ਤੁਸੀਂ ਅੱਛੇ ਹੋ, ਤੁਸੀਂ ਸਾਡੇ ਨਾਲ ਗੱਲਾਂ ਪਿਆਰ ਦੀਆਂ ਕਰਦੇ ਹੋ, ਹਮਦਰਦੀ ਦੀਆਂ ਕਰਦੇ ਹੋ, ਤੁਹਾਡੇ ਦਿਲ 'ਚ ਸਾਡੇ ਵਾਸਤੇ ਹਮਦਰਦੀਆਂ ਨੇ, ਲੇਕਿਨ ਸਾਨੂੰ ਪਾਕਿਸਤਾਨ ਰਹਿਣ ਦੇ ਬਾਵਜੂਦ ਮੁਸਲਮਾਨਾਂ ਤੋਂ, ਕਈਆਂ ਮੁਸਲਮਾਨਾਂ ਤੋਂ ਡਰ ਲੱਗਦਾ ਹੈ। ਬਾਵਜੂਦ ਇਸ ਦੇ ਕਿ ਅਸੀਂ ਸਿਕਿਉਰ ਵੀ ਫੀਲ ਕਰਨੇ ਆ, ਲੇਕਿਨ ਇਨਸਿਕਿਉਰ ਵੀ ਫੀਲ ਕਰਨੇ ਉਹਨਾਂ ਲੋਕਾਂ ਦੀ ਵਜ੍ਹਾ ਤੋਂ ਜਿਨ੍ਹਾਂ ਦਾ ਕੋਈ ਪਤਾ ਨਹੀਂ ਕਿ ਉਹ ਕਿਸੇ ਵੇਲੇ ਕੀ ਕੱਟਾ ਖੋਲ ਦੇਣ। ਮੈਂ ਕਿਹਾ ਜਿਨ੍ਹਾਂ ਤੋਂ ਤੁਹਾਨੂੰ ਡਰ ਲੱਗਦਾ ਉਹਨਾਂ ਤੋਂ ਮੈਨੂੰ ਤਾਂ ਜ਼ਹਿਰ ਸੁਲ ਵੀ ਡਰ ਲੱਗਦਾ ਜੇ। ਮੈਂ ਤਾਂ ਤੁਸੀਂ ਸਮਝੋ ਕਿ ਜਿਹੜੇ ਤੁਸੀਂ ਡਰਦੇ ਹੋ, ਉਹ ਜਿਹੜੇ ਮੁਤਸ਼ੱਦਦ ਸੋਚ ਦੇ ਮਾਲਕ ਲੋਕ ਨੇ ਨਾ, ਉਹਨਾਂ ਤੋਂ ਅਸੀਂ ਖੁਦ ਵੀ ਡਰਨੇ ਆ, ਜਿਹੜੇ ਬਗੈਰ ਵਜ੍ਹਾ ਤੋਂ ਕਿਸੇ ਦੇ ਘਰ ਵੜ ਜਾਂਦੇ ਨੇ, ਕਿਸੇ ਦੀ ਜਾਇਦਾਦ ਨੂੰ ਅੱਗ ਲਾ ਦਿੰਦੇ ਨੇ, ਕਿਸੇ ਤੇ ਹਮਲਾ ਬਗੈਰ ਪ੍ਰੋਵੋਕੇਸ਼ਨ ਦੇ ਜਾ ਕੇ ਉਹਦੀ ਜ਼ਾਤ ਉੱਤੇ, ਉਹਦੀ ਪ੍ਰਾਪਰਟੀ ਦੇ ਉੱਤੇ, ਉਹਦੀ ਜਾਨ ਦੇ ਉੱਤੇ, ਉਹਦੀ ਇੱਜ਼ਤ ਦੇ ਉੱਤੇ ਹਮਲਾ ਕਰਦੇ ਨੇ। ਨਾ ਸਿਰਫ ਅਸੀਂ ਉਹਦੀ ਮਜ਼ਮਤ ਕਰਦੇ ਹਾਂ, ਬਲਕਿ ਅਸੀਂ ਖੁਦ ਉਹਨਾਂ ਤੋਂ ਤਹਫਜ਼ਾਤ ਦਾ ਸ਼ਿਕਾਰ ਹਾਂ। ਸੋ ਐਸੇ ਲੋਕ ਜਿਹੜੇ ਹੁੰਦੇ ਨੇ ਉਹ ਸਿਰਫ ਕਮਿਊਨਿਟੀ ਨੂੰ ਬਦਨਾਮ ਕਰਦੇ ਨੇ। ਉਹਦਾ ਕੋਈ ਲਾਮਾ ਸਾਹਿਬ ਅਗਰ ਕੋਈ ਬੰਦਾ ਪ੍ਰੋਵੋਕ ਵੀ ਤੁਹਾਨੂੰ ਕਰਦਾ ਹੈ, ਕੋਈ ਗਲਤ ਹਰਕਤ ਵੀ ਕਰਦਾ ਹੈ, ਉਹਦੇ ਵਾਸਤੇ ਕਾਨੂੰਨ ਮੌਜੂਦ ਹੈ, ਥਾਣੇ ਇਸੇ ਵਾਸਤੇ ਬਣੇ, ਜਾ ਕੇ ਪਰਚਾ ਕਰਾਓ ਉਹਦੇ ਤੇ ਆਪਣਾ, ਮੇਰਾ ਮਤਲਬ ਕਾਨੂੰਨੀ। ਲੇਕਿਨ ਉਹਨੂੰ ਬਾਅਦ ਕਰ ਫਿਰ ਇੱਕ ਗਲਤ ਜਾਂਦੀ ਹੈ। ਅਗਰ ਕਿਸੇ ਬੰਦੇ ਨੇ ਇੱਕ ਜਿਹੜਾ ਆਸੀਆ ਬੀਬੀ ਦਾ ਵਾਕਿਆ ਜੋ ਕੋਈ ਖਬਰਾਂ 'ਚ ਸੁਣਿਆ, ਉਹ ਐਂਡ ਤੇ ਉਹੀ ਗੱਲ ਨਿਕਲੀ ਕਿ ਜਿਸ ਵਜ੍ਹਾ ਨਾਲ ਉਸ ਬੀਬੀ ਨੂੰ ਇੰਨਾ ਚਿਰ ਜੇਲ੍ਹ 'ਚ ਰੱਖਿਆ, ਜਾਂ ਕੋਈ ਗੱਲ ਵਿੱਚ ਹੋਰ ਨਿਕਲੀ ਸੀ। ਇਹ ਚਲੋ ਉਹਦਾ ਕੇਸ ਤੇ ਮੁਖਤਲਿਫ ਹੈ, ਲੇਕਿਨ ਮੈਂ ਇਹ ਤੇ ਅਰਜ਼ ਕਰਨਾ ਕਿ ਜਿਹੜੀ ਤੁਸੀਂ ਪ੍ਰੋਵੋਕੇਸ਼ਨ ਦੀ ਗੱਲ ਪੇ ਕਰਦੇ ਹੋ ਨਾ, ਪ੍ਰੋਵੋਕੇਸ਼ਨ ਇਨਸਾਨ ਨੂੰ ਕਰ ਦਿੰਦੀ ਹੈ, ਮਜਬੂਰ ਕਰ ਦਿੰਦੀ ਹੈ। ਉਹਦੇ ਨਾਲ ਬੰਦੇ ਜਿਸ ਤਰ੍ਹਾਂ ਜ਼ਾਤੀ ਤੌਰ ਤੇ ਲੜਾਈਆਂ ਹੁੰਦੀਆਂ ਨੇ ਤੇ ਸਾਰਿਆਂ ਨੂੰ ਪਤਾ ਥਾਣਾ ਮੌਜੂਦ ਹੈ, ਇਹਨੇ ਮੇਰੇ ਘਰ ਫਾਇਰਿੰਗ ਕੀਤੀ ਹੈ ਜਾਂ ਮੇਰਾ ਇਹਨੇ ਦਰਵਾਜ਼ਾ ਕ੍ਰਾਸ ਕੀਤਾ ਤੇ ਥਾਣਾ ਮੌਜੂਦ ਹੈ, ਮੈਂ FIR ਕਟਾਂਗਾ, 15 ਮੌਜੂਦ ਹੈ, ਕਾਲ ਕਰਾਂ ਪੁਲਿਸ ਆ ਜਾਏਗੀ। ਲੇਕਿਨ ਲੋਕ ਫੌਰੀ ਤੌਰ ਤੇ ਉੱਥੇ ਰਿਐਕਟ ਕਰ ਜਾਂਦੇ ਨੇ ਨਾ, ਕਿਉਂ? ਕਿਉਂਕਿ ਉਹਨੇ ਤੁਹਾਡੀ ਇੱਜ਼ਤ ਤੇ ਹਮਲਾ ਕਰਤਾ, ਤੁਹਾਡੀ ਜਾਨ ਤੇ ਹਮਲਾ ਕਰ ਦਿੱਤਾ ਹੈ, ਜਾਂ ਤੁਹਾਡੀ ਉਹ ਬਾਉਂਡਰੀ ਜਿਹੜੀ 4 ਦੀਵਾਰੀ ਉਹਨੂੰ ਕ੍ਰਾਸ ਕਰ ਦਿੱਤਾ ਹੈ, ਤੁਸੀਂ ਫਾਇਰ ਕਰ ਦਿਓਗੇ, ਤੁਸੀਂ ਰਿਬਟਲ ਦੇ ਦਿਓਗੇ, ਤੁਸੀਂ ਉਹਨੂੰ ਗਾਲ ਕੱਢ ਦਿਓਗੇ, ਪੱਥਰ ਮਾਰ ਦਿਓਗੇ। ਕਿਉਂ? ਕਿਉਂਕਿ ਉਹ ਤੁਹਾਨੂੰ ਤੁਹਾਡੀ ਉਹ ਲਿਮਿਟ ਕ੍ਰਾਸ ਪੈ ਕਰਦਾ ਹੈ। ਤੇ ਹਾਲਾਂਕਿ ਕਾਨੂੰਨ ਦਾ ਰਸਤਾ ਮੌਜੂਦ ਹੈ, ਪਰ ਫਿਰ ਵੀ ਉਹਦੀ, ਮੈਂ ਇਹ ਨਹੀਂ ਪਿਆ ਕਹਿੰਦਾ ਕਿ ਉਹਦੀ ਕੋਈ ਜਸਟੀਫਿਕੇਸ਼ਨ ਹੈ, ਪਰ ਨੈਚੁਰਲੀ ਹੁੰਦਾ ਹੈ, ਮਾਸ਼ਰੇ ਦੇ ਵਿੱਚ ਇੰਝ ਹੁੰਦਾ ਹੈ ਕਿ ਜਦੋਂ ਕੋਈ ਤੁਹਾਨੂੰ ਪ੍ਰੋਵੋਕ ਕਰਦਾ ਹੈ ਤੇ ਤੁਸੀਂ ਨਾ ਚਾਹੁੰਦਿਆਂ ਹੋਇਆਂ ਵੀ ਤੁਸੀਂ ਰਿਐਕਟ ਕਰ ਜਾਂਦੇ ਹੋ, ਔਰ ਤੁਸੀਂ ਬਾਵਜੂਦ ਇਸ ਕਿ ਕਾਨੂੰਨ ਦੇ ਇਦਾਰੇ ਮੌਜੂਦ ਹੁੰਦੇ ਨੇ, ਲਾ ਇਨਫੋਰਸਮੈਂਟ ਏਜੰਸੀਜ਼ ਮੌਜੂਦ ਹੁੰਦੀਆਂ ਨੇ, ਤੁਸੀਂ ਫਿਰ ਵੀ ਕੀ ਕਰਦੇ ਹੋ? ਤੁਸੀਂ ਕੋਈ ਰਿਐਕਸ਼ਨ ਦੇ ਦਿੰਦੇ ਹੋ ਆਪਣੀ ਤੌਰ ਤੇ, ਆਪਣੀ ਜ਼ਾਤ।
ਉਹਦੀ ਫਿਰ ਵੀ ਕੋਈ ਲੌਜਿਕ ਬਣਦੀ ਹੈ ਕਿ ਯਾਰ ਇਹਨੂੰ ਗੁੱਸੇ 'ਚ ਆ ਕੇ ਇਹਨੂੰ ਪ੍ਰੋਵੋਕ ਕੀਤਾ ਗਿਆ ਤੇ ਇਹਨੇ ਗੁੱਸੇ 'ਚ ਆ ਕੇ। ਕਈ ਬੰਦੇ ਨੇ ਉਹ ਜਿਹੜੇ ਬਗੈਰ ਕਿਸੇ ਵਜ੍ਹਾ ਤੋਂ ਕਿਸੇ ਦੇ ਜ਼ਾਤ ਉੱਤੇ ਕਿਸੇ ਦੀ ਜਾਨ ਉੱਤੇ ਹਮਲਾ ਕਰਨ, ਭਾਵੇਂ ਉਹ ਮਜ਼ਹਬੀ ਤੌਰ ਤੇ ਕਰਨ, ਮਜ਼ਹਬ ਦਾ ਨਾਂ ਉਹਨੂੰ ਦੇ ਕੇ ਕਰਨ, ਉਹਦੀ ਨਾ ਸਿਰਫ ਅਸੀਂ ਮਜ਼ਮਤ ਕਰਦੇ ਹਾਂ ਬਲਕਿ ਅਸੀਂ ਉਹਨਾਂ ਤੋਂ ਖੁਦ ਵੀ ਖਾਇਫ ਆ ਕਿ ਐਸੇ ਬੰਦੇ ਹੈ ਨੇ ਮੈਂਟਲ ਪਾਗਲ ਜੇ, ਉਹ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਇੱਥੇ ਸਾਨੂੰ ਨਹੀਂ ਇੱਥੇ ਟੰਗਿਆ। ਇਹ ਜਿੰਨੇ ਬੰਦਿਆਂ ਸਾਡੀਆਂ ਫੋਟੋਆਂ ਲਾਈਆਂ ਨੇ, ਇਹ ਹੁਣ ਸੁਬਾਹ ਦੀ ਗੱਲ ਏ। ਮੈਂ ਆਉਂਦੇ ਆ ਟਿਕਟਾਕ ਐਸ ਤੇ ਆਉਣ ਤੋਂ ਪਹਿਲੇ ਆਪਣੇ ਆਪ ਨੂੰ ਮੁਸਲਮਾਨ ਕਹਿਣ ਵਾਲਾ ਤੇ ਆਲਮੇ ਦੀਨ ਕਹਿਣ ਵਾਲਾ, ਉਹ ਜਾ ਕੇ ਉੱਥੇ ਮਰਜ਼ਈਆਂ ਦੇ ਨਾਲ ਰਲ ਕੇ ਬਹਿ ਕੇ ਦੋਏ ਭੈਣ ਭਰਾ ਸਾਡੀ ਮੰਜੀ ਠੋਕਣ ਲੱਗੇ ਸਨ। ਉਹ ਜੀ ਅਮਰ ਹਕ ਨੇ ਗੁਸਤਾਖੀ ਕੀਤੀ ਏ ਲੇਕਿਨ ਅਸੀਂ ਉਹ ਇੰਜ ਕਰ ਦਿਆਂਗੇ, ਉਹ ਕਰ ਦਿਆਂਗੇ, ਪਰ ਅਸੀਂ ਆਪਸ ਕਰ ਲਾਂਗੇ। ਨਾਨਸੈਂਸ। ਤੂੰ ਜਾ ਕੇ ਮਰਜ਼ਈਆਂ ਨਾਲ ਗੱਲਾਂ ਕਰਨੀਆਂ ਨੇ? ਤੂੰ ਮੁਸਲਮਾਨਾਂ ਦੇ ਵਿੱਚ ਬਹਿ ਕੇ ਗੱਲ ਕਰ। ਜਿਹੜਾ ਤੇਰਾ ਤਹਫਜ਼ਾਤ ਹੈ ਨੇ ਉਹਨੂੰ ਜਾ ਕੇ ਡਾਇਰੈਕਟ ਉਹਦੇ ਨਾਲ ਗੱਲ ਕਰ ਜਿਹਦੇ ਨਾਲ ਤੇਰੇ ਤਹਫਜ਼ਾਤ ਹੈ। ਲੇਕਿਨ ਸਾਡਾ ਸਾਰਾ ਦਿਨ ਬਹਿ ਕੇ ਮਾਤਮ ਕਰਨਾ, ਸਾਨੂੰ ਗਾਲਾਂ ਕੱਢਣੀਆਂ, ਸਾਨੂੰ ਬੁਰਾ ਭਲਾ ਕਹਿਣਾ। ਇਹ ਜਿਹੜੇ ਤੰਗ ਨਜ਼ਰ ਲੋਕ ਜਾਂ ਛੋਟੇ ਦਿਲਾਂ ਦੇ ਲੋਕ ਨੇ, ਛੋਟੀ ਸੋਚ ਦੇ ਲੋਕ ਨੇ, ਸਾਡੀਆਂ ਫੋਟੋਆਂ ਟੰਗੀਆਂ ਨੇ। ਕਿਆ ਤੁਹਾਡਾ ਕੀ ਖਿਆਲ ਹੈ ਕਿ ਅਸੀਂ ਕੰਫਰਟੇਬਲ ਫੀਲ ਕਰਨੇ ਇਹਨਾਂ ਤੋਂ? ਅਸੀਂ ਵੀ ਉਹਨਾਂ ਤੋਂ ਤੰਗ ਆ। ਮਤਲਬ ਇਨ ਸ਼ਾਰਟ ਗੱਲ ਇਹ ਵੇ ਕਿ ਇਸ ਤਰ੍ਹਾਂ ਦੇ ਲੋਕ ਹਰ ਕਮਿਊਨਿਟੀ 'ਚ ਪਾਏ ਜਾਂਦੇ ਨੇ ਔਰ ਉਹਨਾਂ ਤੋਂ ਲੋਕ ਤੰਗ ਨੇ। ਉਹਨਾਂ ਦੇ ਉਹ ਅਮਲ ਨੂੰ ਸਾਰੀ ਕਮਿਊਨਿਟੀ ਦਾ ਅਮਲ ਅਸੀਂ ਨਹੀਂ ਕਰਾਰ ਦੇ ਸਕਦੇ। ਦੂਸਰੇ ਨੰਬਰ ਤੇ ਇਹ ਵੇ ਕਿ ਮੈਂ ਨਾ ਇੱਕ ਤੁਹਾਨੂੰ ਆਪਣੇ ਨਾ ਜ਼ਾਤੀ ਮੁਸ਼ਾਹਦੇ ਜਿਹੜੀ ਮੇਰੀ ਗੱਲ ਉਹ ਦੱਸਣਾ। ਇੱਕ ਬੰਦਾ ਹੈ ਅਹਿਮਦੀ ਸਿੰਘ, ਉਹਦੇ ਕੋਲ ਕਿਸੇ ਬੰਦੇ ਨੇ ਪੈਸੇ ਲਏ। ਮੈਂ ਤੁਹਾਨੂੰ ਲਿਟਰਲੀ ਸਹੀ ਗੱਲ ਦੱਸਣਾ ਪਿਆ, ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ। ਉਹਦੇ ਕੋਲ ਲੈ ਕੇ ਨਾ ਪੈਸੇ 2000 ਰੁਪਏ ਸੀ। ਹੁਣ 2000 ਦੀ ਕੀ ਵੈਲਿਊ ਪਾਕਿਸਤਾਨ ਵਿੱਚ ਨਾ। ਅੱਛਾ, ਉਹਨੇ ਮੈਨੂੰ ਬੰਦੇ ਨੇ ਗੱਲ ਸੁਣਾਈ, ਕਹਿੰਦਾ ਕਿ ਉਹ 2000 ਬੰਦਾ, ਮੈਂ ਆਂਦਾ ਉਹ ਗਰੀਬ ਸੀ, ਉਹ ਸਮੋਸੇ ਕੱਢਦਾ ਹੁੰਦਾ ਤੇ ਉਹਨੇ ਕੀ ਕੀਤਾ ਕਿ ਉਹਦੇ ਕੋਲ 2000 ਲੈ ਲਿਆ ਤੇ ਉਹ ਬੰਦਾ ਆਂਦਾ ਕਿ ਮੈਂ ਉਹਦੇ ਕੋਲ ਵਾਪਸ ਹੀ ਨਹੀਂ ਸੀ ਲੈਣਾ। ਲੇਕਿਨ ਉਹ ਆਂਦਾ ਮੈਨੂੰ ਉਹ ਲੋਕਾਂ ਮੈਨੂੰ ਆ ਕੇ ਦੱਸਿਆ, ਜਾਂ ਉਹਨਾਂ ਸ਼ਰਾਰਤ ਕੀਤੀ ਜਾਂ ਸੱਚਾਈ ਸੀ। ਇਹ ਆ ਕੇ ਦੱਸਿਆ ਕਿ ਲੋਕਾਂ ਨੂੰ ਆਂਦਾ ਫਿਰਦਾ ਹੈ ਕਿ ਇਹ ਮੇਰੇ ਕੋਲ ਪੈਸੇ ਮੰਗੇ ਦਾ ਤੇ ਮੈਂ ਆਖਦਾ ਕਿ ਇਹਨੇ ਮੈਨੂੰ ਮਰਦਈ ਹੋਣ ਵਾਸਤੇ ਪੈਸੇ ਦਿੱਤੇ ਸੀ। ਹੁਣ ਇਹ ਰਵੱਈਏ ਕਿੱਡੇ ਮੇਰਾ ਮਤਲਬ ਕਾਬਲੇ ਮੇਰਾ ਮਜ਼ਮਤ ਨੇ। ਇਹ ਰਵੱਈਏ ਇੱਥੋਂ ਤੇ ਸਟਾਰਟ ਹੋ ਜਾਂਦੇ ਨੇ। ਲੇਕਿਨ ਪਿਛਲੇ ਦਿਨਾਂ 'ਚ ਇਹ ਨਹੀਂ ਕਿ ਇਹ ਜਦੋਂ ਅਸੀਂ ਇੱਥੋਂ ਤੱਕ ਰੱਖਾਂਗੇ ਇੱਥੇ ਤੱਕ ਹੀ ਰਹਿਣੇ ਨੇ, ਇਹ ਬੜੀ ਅੱਗੇ ਤੱਕ ਜਾਂਦੇ ਨੇ। ਜਿਹਦਾ ਸਾਨੂੰ ਮਿਸਾਲ ਪਿਛਲੇ ਦਿਨਾਂ 'ਚ ਇੱਕ ਵੀਡੀਓ ਵੇਖਣ 'ਚ ਮਿਲੀ ਹੈ। ਜਿਹਦੇ ਕੋਲ ਫੁੱਫੀ ਆਪਣਾ ਹਿੱਸਾ ਮੰਗਣ ਗਈ ਤਾਂ ਬੰਦੇ ਨੇ ਇਸ ਕਰਕੇ ਮਾਰ ਦਿੱਤਾ, ਮਾਰ ਕੇ ਆਖਿਆ ਕਿ ਗੁਸਤਾਖੀ ਇਹਨੇ ਕੀਤੀ ਸੀ ਕਿਸੇ ਤਰੀਕੇ ਦੀ। ਇਹ ਟੋਟਲੀ ਕੰਡੈਮ ਕਰਨ ਦੀ ਬੇਸਿਕ ਜਿਹੜੇ ਨਾ ਬੇਸਿਕ ਤਾਲੀਮ ਲੇਕਿਨ ਮਿਸਟਰ ਸਾਹਿਬ ਐਕਸਪੀਰੀਅੰਸ ਮੈਂ ਤੁਹਾਨੂੰ ਇੱਥੇ ਜ਼ਰੂਰ ਡਕਾਂਗਾ। ਲੇਕਿਨ ਉਹਦਾ ਜੋ ਹਾਲ ਹੋਇਆ ਹੈ, ਉਸੇ ਮਹੱਲੇ ਨੇ ਜੋ ਕੀਤਾ, ਤਹਿਕੀਕ ਜੋ ਕੀਤੀ ਹੈ, ਉਹ ਵੀ ਜ਼ਰੂਰ ਬਿਆਨ ਕਰੋ। ਉਹਨੇ ਗੁਸਤਾਖੀ ਕੀਤੀ ਲੇਕਿਨ ਗੱਲ ਪੂਰੀ ਕਰੋ। ਪੁਆਇੰਟ ਇਹ ਵੇ ਕਿ ਅਗਰ ਇਹ ਲੋਕਾਂ ਨੂੰ ਸ਼ੀ ਮਿਲ ਗਈ ਹੈ ਕਿ ਅਗਰ ਇਹ ਮੈਂ ਕੰਮ ਕਰਾਂਗਾ, ਹੋ ਸਕਦਾ ਉਹਨੂੰ ਪਤਾ ਹੁੰਦਾ ਕਿ ਲੋਕੀ ਮੈਨੂੰ ਕੰਡੈਮ ਕਰਨਗੇ, ਉਹ ਇਸ ਪਾਸੇ ਜਾਂਦਾ ਹੀ ਨਾ। ਲੇਕਿਨ ਕਿਉਂਕਿ ਸਾਨੂੰ ਇੱਕ ਰਾਹ ਲੱਗਦਾ ਹੈ ਕਿ ਇਹ ਇੱਕ ਐਸਾ ਮਾਮਲਾ ਹੈ ਕਿ ਇਹਨੂੰ ਮੈਂ ਚੁੱਕਾਂਗਾ ਤੇ ਲੋਕਾਂ ਦੇ ਮੂੰਹ ਬੰਦ, ਕਿਉਂਕਿ ਇਹ ਮੌਜੂ ਨਬੀ ਕਰੀਮ ਸੱਲੱਲਾਹੁ ਦੀ ਹੁਰਮਤ ਸਾਡੇ ਵਾਸਤੇ ਆਪਣੀ ਜਾਨਾਂ ਨਾਲੋਂ ਜ਼ਿਆਦਾ ਕੀਮਤੀ ਹੈ। ਇਸ ਹੱਦ ਤੱਕ ਸ਼ਊਰ ਆ ਗਿਆ ਕਿ 2-3 ਇੰਸੀਡੈਂਟ ਐਸੇ ਹੋਏ ਨੇ। ਮਤਲਬ ਇੱਕ ਬ੍ਰਾਂਚ ਮੈਨੇਜਰ ਸੀ ਬੈਂਕ ਦਾ, ਉਹਨੂੰ ਸਿਕਿਉਰਿਟੀ ਗਾਰਡ ਨੇ ਮਾਰਿਆ ਜੀ, ਇਹਨੇ ਕੀਤੀ ਹੈ। ਲੇਕਿਨ ਜਦੋਂ ਤਹਿਕੀਕ ਹੋਈ ਤਾਂ ਪਤਾ ਲੱਗਾ ਕਿ ਉਹਦੀ ਜ਼ਾਤੀ ਨਾ ਸੀ। ਠੀਕ ਹੈ, ਇਸ ਹੱਦ ਤੱਕ ਸ਼ਊਰ ਲੋਕਾਂ ਦੇ ਵਿੱਚ ਆ ਗਿਆ। ਰਜਬ ਭਾਈ ਇਹ ਮੇਰਾ ਪੁਆਇੰਟ ਹੈ ਕਿ ਲੋਕਾਂ ਦੇ ਵਿੱਚ ਸ਼ਊਰ ਜ਼ਰੂਰ ਆ ਗਿਆ। ਹੁਣ ਮੇਰੀ ਗੱਲ ਤੁਸੀਂ ਅਗਰ ਪੂਰੀ ਪਿਕ ਕਰੋ ਨਾ, ਲੇਕਿਨ ਉਹ ਬੰਦੇ ਦਾ ਜਿਹੜਾ ਐਕਟ ਹੈ ਉਹਦੇ ਪਿੱਛੇ ਜਿਹੜੇ ਰੀਜ਼ਨ ਹੈ ਉਹ ਇਹ ਵੇ ਕਿ ਉਹਨੂੰ ਲੱਗਦਾ ਹੈ ਕਿ ਮੈਂ ਹੈ ਤੇ ਮੇਰਾ ਜ਼ਾਤੀ ਮਸਲਾ ਹੈ, ਮੈਂ ਇਹਨੂੰ ਕਰ ਦਿਆਂਗਾ। ਲੇਕਿਨ ਕਿਉਂਕਿ ਰਾਇਜੁਲ ਵਕਤ ਚੀਜ਼ਾਂ ਐਸੀਆਂ ਨੇ ਕਿ ਅਗਰ ਮੈਂ ਇਹ ਪਲੀ ਲਵਾਂਗਾ ਇਹਦੇ ਅਗੇਂਸਟ ਸ਼ਾਇਦ ਮੇਰੀ ਕਾਬਲੇ ਕਬੂਲ ਹੋ ਜਾਏ। ਮੇਰਾ ਇਹ ਪੁਆਇੰਟ ਹੈ, ਇਹਨੂੰ ਬੇਸਿਕ ਚੀਜ਼ਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ। ਰਾਮ ਸਾਹਿਬ ਤੁਸੀਂ ਮੇਰੇ ਖਿਆਲ ਨਾਲ ਮੇਰੀ ਗੱਲ ਦੀ ਤਾਈਦ ਹੀ ਕਰੋਗੇ, ਜਾਂ ਅਗਰ ਮੈਂ ਗਲਤ ਕੀਤੀ ਤਾਂ ਮੈਨੂੰ ਰੋਕ ਦਿਓ ਉੱਥੇ। ਸਲਾਮ ਅਲੈਕੁਮ। ਰਾਏ ਸਾਹਿਬ ਕੀ ਹਾਲ ਹੈ? 100% ਐਗਰੀ ਹੈ, ਇਹਦੇ 'ਚ ਕੋਈ ਗਲਤ ਗੱਲ ਨਹੀਂ। ਸਹੀ ਕਰ ਸਰ ਮੇਰਾ ਵੀ ਇੱਕ ਸਵਾਲ ਹੈ, ਅਗਰ ਲੈ ਲਵੋ ਦੋ ਬਲਕਿ ਸਵਾਲ ਨੇ। ਪਹਿਲਾ ਇਹ ਵੇ ਕਿ ਦੁਨੀਆ ਦਾ ਉਹ ਕੋਈ ਕਾਨੂੰਨ ਜਾਂ ਕਿਸੇ ਮੁਲਕ 'ਚ ਕਾਨੂੰਨ ਹੈ ਵੇ ਕਿ ਜਿਹੜਾ ਮਿਸਯੂਜ਼ ਨਹੀਂ ਹੁੰਦਾ, ਤੇ ਦੂਸਰਾ ਇਹ ਵੇ ਕਿ ਅਗਰ ਕਾਨੂੰਨ ਮਿਸਯੂਜ਼ ਹੁੰਦਾ ਉਸ ਦੇ ਖਿਲਾਫ ਬਣਾਈ ਗਈ ਹੈ 10 ਸਾਲ ਸਜ਼ਾ ਕਰ ਦਿੱਤੀ ਗਈ ਹੈ। ਔਰ ਜਿੱਚੇ ਜੀਆਂ
ਪੂਰਾ ਐਵੀਡੈਂਸ ਨਾ ਹੋਵੇ ਪਰਚਾ ਵੀ ਨਾ ਦੇਣ ਦੀ ਹੈਵ ਇੰਸਟਰਕਸ਼ਨ ਔਰ ਐਸਪੀ ਲੈਵਲ ਦਾ ਬੰਦਾ ਜਿਹੜਾ ਉਹ ਇਨਵੈਸਟੀਗੇਟ ਕਰਦਾ, ਉਸ ਤੋਂ ਬਾਅਦ ਤੋਇਨ ਦਾ ਪਰਚਾ ਦਿੱਤਾ ਜਾਂਦਾ। ਪਹਿਲੀ ਤਾਂ ਗੱਲ ਇਹ ਹੈ। ਦੂਸਰੀ ਇਹ ਹੈ ਕਿ ਕਾਨੂੰਨ ਮੌਜੂਦ ਨੇ, ਮੈਂ ਐਕਸ ਸਾਹਿਬ ਨੂੰ ਕਹਿਣੇ ਸੁਣਿਆ, ਤੇ ਅਗਰ ਕਾਨੂੰਨ ਮੌਜੂਦ ਨੇ ਤੇ ਉਹ ਕਾਨੂੰਨ ਨੂੰ ਇੱਕ ਕਮਿਊਨਿਟੀ ਕਹਿੰਦੀ ਹੈ ਕਿ ਅਸੀਂ ਮੰਨਦੇ ਹੀ ਨਹੀਂ, ਆਇਨ ਨੂੰ ਅਸੀਂ ਮੰਨਦੇ ਹੀ ਨਹੀਂ, ਇਸ ਨਾਲ ਤੁਸੀਂ ਕੀ ਕਹਿ ਸੋ ਐਕਸ ਸਾਹਿਬ? ਮੇਰੇ ਖਿਆਲ ਨਾਲ ਤੁਸੀਂ ਸਾਰੀ ਗੁਫ਼ਤਗੂ ਚ ਨਾ ਸਿਰਫ ਲੇਟ ਆਏ ਹੋ ਸ਼ਾਇਦ। ਸਾਡੀ ਇਹਦਾ ਨਾ ਪਿੱਛੇ ਪੂਰਾ ਸਿਆਕੋ ਸਬਾਕ ਚੱਲਦਾ ਆ ਰਿਹਾ ਸੀ, ਸਿਰਫ ਇਸ ਗੱਲ ਤੇ ਗੱਲ ਨਹੀਂ ਕਰਦੇ ਸੀ ਪਏ। ਅਗਰ ਇਹ ਕਮਿਊਨਿਟੀ ਨਹੀਂ ਮੰਨਦੀ ਤੇ ਅਸੀਂ ਇਸ ਗੱਲ ਕਿ ਉਹਨਾਂ ਨੂੰ ਅਗੇਂਸਟ ਕਾਨੂੰਨ ਦਾ ਸਹਾਰਾ ਨਹੀਂ, ਕਿਉਂਕਿ ਉਹ ਨਹੀਂ ਮੰਨਦੀ। ਚੋਰ ਤੇ ਜਿੰਨਾ ਮਰਜ਼ੀ ਚੋਰ ਕਰਕੇ ਚੋਰੀ ਕਰੇ ਤੇ ਉਹ ਆਖੇ ਮੈਂ ਇਸ ਕਾਨੂੰਨ ਨਹੀਂ ਮੰਨਦਾ ਤੇ ਉਹਦੇ ਨਾਲ ਐਕਸ਼ਨ ਨਹੀਂ ਲਿਆ ਜਾਏਗਾ। ਇਹ ਤੇ ਕੋਈ ਪਲੀਨ ਨਾ ਹੋਏ ਰਾਏ ਸਾਹਿਬ, ਤੁਸੀਂ ਵਕੀਲ ਹੋ, ਇਹ ਤਾਂ ਤੁਹਾਡਾ ਲਾਸਟ ਪੁਆਇੰਟ ਹੋਣਾ ਚਾਹੀਦਾ। ਬਹਰਹਾਲ ਕਿਉਂਕਿ ਤੁਸੀਂ ਪੂਰੀ ਗੁਫ਼ਤਗੂ ਨਹੀਂ ਸੁਣੀ ਤੇ ਤਾਂ ਤੁਹਾਨੂੰ ਅੱਗੇ ਪਿੱਛੇ ਦਾ ਸਾਰਾ ਪਤਾ ਨਹੀਂ ਸੀ, ਤੁਸੀਂ ਇਹ ਗੱਲ ਕਰ ਦਿੱਤੀ। ਮੇਰਾ ਇਹ ਮਕਸਦ ਨਹੀਂ ਸੀ। ਅਲਾਮਾ ਸਾਹਿਬ ਨੂੰ ਤੁਸੀਂ ਮੇਰੇ ਨਾਲ ਇਹਦੇ ਨੂੰ ਬਿਹਤਰ ਡਿਟੇਲ 'ਚ ਤੁਹਾਨੂੰ ਗੱਲ ਕਰ ਸਕਦੇ ਹੋ। ਮੈਂ ਤੇ ਸਾਕੇ 'ਚ ਕਿ ਹਰ ਬੰਦਾ ਜਿਹੜੀ ਜਗ੍ਹਾ ਤੇ ਰਹਿੰਦਾ ਉਹ ਕਾਨੂੰਨ ਦਾ ਪਾਸਦਾਰੀ ਕਰਦਾ, ਉਹਨੂੰ ਅੰਡਰ ਹੀ ਰਹਿ ਕੇ ਕਰਨਾ ਪਿਆ। ਇਹ ਤੂੰ ਕੋਈ ਆਖ ਨਹੀਂ ਸਕਦਾ ਕਿਉਂਕਿ ਮੈਂ ਨਹੀਂ ਮੰਨਦਾ ਇਹ ਕਾਨੂੰਨ ਇਸ ਵਾਸਤੇ ਇਨਵੈਲਿਡ ਹੁੰਦਾ। ਉਹ ਕਾਨੂੰਨ ਹੀ ਰਹਿੰਦਾ। ਜੀ ਸ਼ੁਕਰੀਆ। ਚਲੋ ਫਿਰ ਮੈਂ ਨਹੀਂ ਗੱਲ ਸੁਣੀ ਤੇ ਮੈਂ ਸ਼ਾਇਦ ਆਊਟ ਆਫ ਟਰਨ ਗੱਲ ਕਰ ਰਹੀ। ਇਹੋ ਹੀ ਗੱਲ ਹੈ। ਠੀਕ ਹੈ, ਸਾਡੀ ਗੱਲ ਹੋਰ ਤਰੀਕੇ ਨਾਲ ਚੱਲਦੀ। ਠੀਕ ਹੈ, ਤੁਸੀਂ ਜਾਰੀ ਰੱਖੋ ਅਲਾਮਾ ਸਾਹਿਬ ਨੂੰ। ਠੀਕ ਜੀ ਅਲਾਮਾ ਸਾਹਿਬ। ਨਹੀਂ, ਇਹਦੀ ਮੈਂ ਕਹਿ ਰਿਹਾ ਕਿ ਕੋਈ ਵੀ ਬੰਦਾ ਜੀ ਸ਼ਊਰ ਜਿਹੜਾ ਨਾ ਉਹ ਇਹਦੀ ਮਜ਼ੰਮਤ ਕੀਤਿਓਂ ਬਗੈਰ ਰਹਿ ਹੀ ਨਹੀਂ ਸਕਦਾ। ਇਹੋ ਜਿਹੀ ਨੈਗੇਟਿਵਿਟੀ ਦੀ ਕਿ ਲੋਕ ਆਪਣੇ ਜ਼ਾਤੀ ਐਂਬੀਸ਼ਨ ਜਿਹੜੇ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਇਹੋ ਜਿਹਾ ਕੋਈ ਸਹਾਰਾ ਲੈਣ, ਉਹਦੀ ਕੋਈ ਹਮਾਇਤ ਦੀ ਕੋਈ ਗੁੰਜਾਇਸ਼ ਬਚਦੀ ਨਹੀਂ ਐਸੇ ਬੰਦੇ ਦੀ ਕਿ ਫਿਰ ਵੀ ਉਹਨੂੰ ਕੋਈ ਕਿਸੇ ਕਿਸਮ ਦਾ ਕੋਈ ਤੁਸੀਂ ਪਾਸਿੰਗ ਮਾਰਕਸ ਦਿਓ ਜਾਂ ਉਹਨੂੰ ਕੋਈ ਰਿਲੈਕਸੇਸ਼ਨ ਦਿਓ, ਮੁਮਕਿਨ ਹੀ ਨਹੀਂ ਹੈ। ਕਿਉਂਕਿ ਇਸ ਜ਼ੁਲਮ ਦੀ, ਇਸ ਜ਼ਿਆਦਤੀ ਦੀ ਗੁੰਜਾਇਸ਼ ਨਹੀਂ ਦਿੱਤੀ ਜਾ ਸਕਦੀ। ਲੇਕਿਨ ਕਈ ਬੰਦੇ ਫਿਰ ਵੀ ਇਹਦੇ ਵਿੱਚ ਵੀ ਜ਼ਿਆਦਤੀ ਕਰਦੇ ਨੇ। ਉਹ ਆਂਦੇ ਨੇ ਚਲੋ ਬੰਦਾ ਆਪਣਾ, ਇਹਨੂੰ ਫੇਵਰ ਦਿਓ, ਇਹਦੀ ਹਮਾਇਤ ਕਰੋ। ਨਹੀਂ ਕਰਨੀ ਚਾਹੀਦੀ। ਅਸੀਂ ਤਾਂ ਕਦੇ ਵੀ ਇਹੋ ਜਿਹੇ ਬੰਦੇ ਦੀ ਹਮਾਇਤ ਕਰਨ ਨੂੰ ਤਿਆਰ ਨਹੀਂ ਹਾਂ। ਲੇਕਿਨ ਮਾਸ਼ਰੇ ਦੇ ਵਿੱਚ ਜਿਹੜੀਆਂ ਮਾਸ਼ਰਤੀ ਬੁਰਾਈਆਂ ਦੀਗਰ ਨੇ, ਉਹਨਾਂ 'ਚ ਇੱਕ ਬੁਰਾਈ ਇਹ ਵੀ ਹੈ ਕਿ ਲੋਕ ਸਿਰਫ ਧੜਾ ਕੁੱਟਦੇ ਨੇ। ਆਪਣਾ ਬੰਦਾ, ਇਹਨੇ ਜ਼ਿਆਦਤੀ ਵੀ ਕੀਤੀ ਤਾਂ ਵੀ ਇਹਨੂੰ ਫੇਵਰ ਦਿਓ। ਵੀ ਜਿੰਨਾ ਕ੍ਰਿਸਚਨਾਂ ਦੇ ਜਾ ਕੇ ਚਰਚ ਸਾੜੇ, ਜਾਂ ਉਹਦੇ ਬਾਅਦ ਇੱਕ ਹੋਰ ਵੀ ਵਾਕਿਆ ਹੋਇਆ ਸੀ, ਉਹ ਛੁਰੀ ਮਾਰਤੀ ਕਿਸੇ ਕ੍ਰਿਸਚਨ ਨੂੰ, ਉਹ ਵੀ ਕੋਈ ਪੈਸਿਆਂ ਦਾ ਲੈਣ ਦੇਣ ਸੀ ਤੇ ਰੌਲਾ ਗੁਸਤਾਖੀ ਦਾ ਪਾ ਦਿੱਤਾ। ਜਿਸ ਤਰ੍ਹਾਂ ਪੇ ਰਾਜਾ ਸਾਹਿਬ ਪੇ ਕਹਿੰਦੇ ਨੇ ਕਿ ਵੀ ਕਾਨੂੰਨ ਜਿਹੜਾ ਗੌਰਮੈਂਟ ਵੀ ਨਜ਼ਰ ਰੱਖੇ ਹੋਈ ਹੈ ਤੇ ਉਹ ਕੋਸ਼ਿਸ਼ ਪੇ ਕਰਦੇ ਨੇ ਕਿ ਇਹਦੀ ਸਕਰੂਟਨਿੰਗ ਕਰਕੇ ਹੋਰ ਇਹਨੂੰ ਬਿਹਤਰ ਬਣਾਇਆ ਜਾਏ ਕਿ ਇਹੋ ਜਿਹੇ ਜਿਹੜੇ ਲੋਕ ਮਿਸਯੂਜ਼ ਕਰਦੇ ਨੇ ਐਸੇ ਕਾਨੂੰਨ ਨੂੰ, ਉਹਨਾਂ ਨੂੰ ਮਿਸਯੂਜ਼ ਕਰਨ ਦਾ ਮੌਕਾ ਨਾ ਦਿੱਤਾ ਜਾਏ ਔਰ ਉਹ ਇਹਨੂੰ ਮਿਸਯੂਜ਼ ਨਾ ਕਰ ਸਕਣ। ਕੋਸ਼ਿਸ਼ ਪੇ ਕਰਦੇ ਨੇ। ਆਸਤਾ ਆਸਤਾ ਮੁਆਸ਼ਰਾ ਸਹੀ ਹੁੰਦਾ, ਲੇਕਿਨ ਮੁਆਸ਼ਰਾ ਸਾਡਾ ਇਹ ਜ਼ਿਹਨ 'ਚ ਰੱਖੋ ਕਿ ਥਰਡ ਵਰਲਡ ਹੈ ਸਾਡਾ ਮੁਆਸ਼ਰਾ, ਜਿਹੜਾ ਥਰਡ ਵਰਲਡ ਦਾ ਮੁਆਸ਼ਰਾ। ਉੱਥੇ ਸਿਰਫ ਸਾਡੇ ਪਾਕਿਸਤਾਨ 'ਚ ਚੀਜ਼ ਨਹੀਂ ਪਾਈ ਜਾਂਦੀ। ਤੁਸੀਂ ਥੋੜਾ ਜਿਹਾ ਕੰਨ ਦੇ ਪਰਲੇ ਪਾਸੇ ਵੇਖੋ, ਉੱਥੇ ਵੀ ਆਹੀ ਕੰਮ ਪਿਆ ਹੁੰਦਾ। ਹਿੰਦੂ ਵੀ ਆਹੀ ਪੇ ਕਰਦੇ ਨੇ ਲੋਕਾਂ ਨਾਲ। ਉਹ ਇੱਕ ਮਾਸ਼ਰਤੀ ਬੁਰਾਈ ਹੈ ਔਰ ਉਹ ਕਾਬਿਲ ਮੁਜ਼ੰਮਤ ਹੈ। ਉਹਨੂੰ ਕੋਈ ਵੀ ਬੰਦਾ ਸਪੋਰਟ ਨਹੀਂ ਕਰਦਾ। ਔਰ ਇਸ ਤੋਂ ਜ਼ਿਆਦਾ ਆਮਰ ਭਾਈ ਰੇਸਿਜ਼ਮ ਦੇ ਵਿੱਚ ਵੀ ਵੇਖ ਦਿੱਤਾ ਜਾਏ ਨਾ ਕਿ ਸਿਰਫ ਔਰ ਸਿਰਫ ਮਜ਼ਹਬ ਦੀ ਬੁਨਿਆਦ ਦੇ ਉੱਤੇ ਜਾਂ ਰੰਗ ਦੀ ਬੁਨਿਆਦ ਦੇ ਉੱਤੇ ਹਰ ਜਗ੍ਹਾ USA ਦੇ ਵਿੱਚ ਸਭ ਤੋਂ ਜ਼ਿਆਦਾ US ਦੇ ਵਿੱਚ। ਹਾਂ, ਅਲਬੱਤਾ ਇਸ ਨੂੰ ਸੁਧਾਰਨਾ ਜ਼ਰੂਰੀ ਹੈ। ਇਹ ਰੰਗ ਦਾ ਤੁਸੀਂ ਗੱਲ, ਮੇਰੇ ਖਿਆਲ ਨਾਲ ਮਜ਼ਹਬੀ ਤੇ ਕੋਈ ਨਹੀਂ ਐਸਾ ਅਮਰੀਕਾ ਦੇ ਵਿੱਚ। ਰੇਸਿਜ਼ਮ ਦੇ ਵਿੱਚ ਹੀ ਆਉਂਦਾ ਹਰ ਚੀਜ਼ ਨਾ। ਮਜ਼ਹਬ ਤੋਂ ਅਲੱਗ ਹੈ ਨਾ, ਅਲੱਗ ਹੈ। ਮਿਸਟਰ ਸਾਹਿਬ 2001 ਦੇ ਬਾਅਦ ਇਸਲਾਮੋਫੋਬੀਆ ਔਰ ਇਸਲਾਮ ਦੇ ਖਿਲਾਫ ਕਿੰਨਾ ਪ੍ਰੋਪੇਗੈਂਡਾ ਹੋਇਆ ਹੈ। ਅਮਰੀਕਾ ਤੋਂ ਜ਼ਿਆਦਾ ਕਿਧਰੇ ਹੋਇਆ ਕਿ ਸਾਡੇ ਕਾਇਦ ਨੂੰ, ਨਜ਼ਰੀਆਤ ਨੂੰ ਗਲਤ ਪੇਸ਼ ਕਰਕੇ ਤੇ ਅਵਾਮ ਨਾਸ ਦੇ ਅੰਦਰ ਨੂੰ ਮੁਤਨਫਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਕਿਧਰੇ ਹੋਇਆ? ਬਰਤਾਨੀਆ ਦੇ ਅੰਦਰ ਬਹੁਤ ਬੜਾ ਇਸ਼ੂ ਹੈ ਇਸਲਾਮੋਫੋਬੀਆ। ਲੇਕਿਨ ਕਿਆ ਉਹਨੂੰ ਗਵਰਨਮੈਂਟ ਦੇ ਲੈਵਲ ਤੇ ਉਸੇ ਤਰ੍ਹਾਂ ਸਪੋਰਟ ਕੀਤਾ ਜਾਂਦਾ? ਜਨਾਬ ਇਹ ਵਾਈਟ ਸੁਪਰੀਮੇਸੀ ਕਿਹੜੀ ਜਗ੍ਹਾ 'ਚ ਗੱਲ ਸੁਣ ਲਓ। ਹੁਣ ਗੱਲ
ਹਰ ਜਗ੍ਹਾ 'ਚ ਦੋ ਓਪੀਨੀਅਨ ਰੱਖਣ ਵਾਲੇ ਬੰਦੇ ਹੁੰਦੇ ਨੇ। ਉਹ ਤੁਸੀਂ ਵੀ ਹੋ ਸਕਦੇ ਹੋ, ਮੈਂ ਵੀ ਹੋ ਸਕਦਾ, ਜਿੱਥੇ ਮਰਜ਼ੀ ਹੋ ਸਕਦੇ ਹੋ, ਲੇਕਿਨ ਗੱਲ ਉਹ ਮੰਨੀ ਜਾਏਗੀ ਜਿਹੜਾ ਤੁਹਾਨੂੰ ਤੁਹਾਡਾ ਸਟਾਰਟ ਕੀ ਹੈ ਨਾ, ਗਵਰਨਮੈਂਟ ਜਿਹੜੀ ਆਖੀ ਦੀ ਜਿਹੜੀ ਤੁਹਾਡੀ ਕੀ ਲਫ਼ਜ਼ ਇਸਤੇਮਾਲ ਕਰਨਾ ਮੈਨੂੰ ਸਹੀ ਨਹੀਂ ਹੁੰਦਾ ਪਿਆ, ਜਿਹੜਾ ਤੁਹਾਡਾ ਰੂਲ ਕਰਨ ਵਾਲਾ ਉਹ ਜੋ ਕਰੇਗਾ, ਜਾਂ ਜਿਹੜੀ ਤੁਹਾਡੀ ਗਵਰਨਮੈਂਟ ਹੀ ਮੇਰਾ ਬੈਸਟ ਲਫ਼ਜ਼ ਹੁੰਦਾ, ਉਹ ਕਰ ਕਿਸੇ ਕਮਿਊਨਿਟੀ ਦੇ ਵਿੱਚ, ਜਾਂ ਕਿਸੇ ਅਗਰ ਮਤਲਬ ਇੱਥੇ ਜਰਮਨੀ ਦੇ ਵਿੱਚ 80-82 ਮਿਲੀਅਨ ਲੋਕ ਨੇ, ਠੀਕ ਹੈ, ਅਗਰ ਉਹਦਾ 'ਚ 4 ਮਿਲੀਅਨ ਲੋਕ ਇਹ ਨਜ਼ਰੀਆ ਇੱਕ ਐਸਾ ਰੱਖਦੇ ਨੇ, ਇਹਦਾ ਮਤਲਬ ਨਹੀਂ ਕਿ ਜਰਮਨ ਸਾਰਾ ਹੀ ਉਹਦੇ ਅਗੇਂਸਟ ਜਾ ਰਿਹਾ। ਇਹ ਤੇ ਇਸਲਾਮ ਤੇ ਕੁਫਰ ਦੀ ਜੰਗ ਤੇ ਹਮੇਸ਼ਾ ਤੋਂ ਜਾਰੀ ਹੈ, ਨਜ਼ਰੀਆਤ ਦਾ ਇਖਤਲਾਫ ਤੇ ਹਮੇਸ਼ਾ ਹੀ ਤੇ ਰਹਿਣਾ, ਲੇਕਿਨ ਇਸ ਦੇ ਬਾਵਜੂਦ ਕਿਸੇ ਜਾ ਕੇ ਤੁਸੀਂ ਆਪਣੀ ਮਸਜਿਦ ਬਣਾ ਲੈਂਦੇ ਹੋ, ਉਹ ਤੁਹਾਨੂੰ ਇਜਾਜ਼ਤ ਦਿੰਦੇ, ਇਹ ਵੀ ਰਿਸਪੈਕਟ ਹੈ, ਫਰੀडम ਹੈ ਤੁਹਾਨੂੰ ਦਿੰਦੇ ਹਰ ਚੀਜ਼ ਦਾ। ਇਸ ਤਰ੍ਹਾਂ ਦੀ ਇਸ ਵਾਰ ਜਿਹੜੀ ਜਗ੍ਹਾ ਦੀ ਜਿਸ ਤਰ੍ਹਾਂ ਦੀ ਪਾਕਿਸਤਾਨ ਵੀ ਮੰਦਿਰ ਹੈ ਨੇ, ਚਰਚਿਜ਼ ਹੈ ਨੇ, ਹਰ ਕਿਸੇ ਨੂੰ ਆਪਣਾ ਮਜ਼ਹਬ ਪ੍ਰੈਕਟਿਸ ਕਰਨ ਦੀ ਇਜਾਜ਼ਤ ਹੈ। ਹੱਤਾ ਕਿ ਅਹਿਮਦੀਜ਼ ਦੀ ਦੀਵਾਰ ਦੇ ਅੰਦਰ ਉਹ ਆਪਣੀ ਜੋ ਮਰਜ਼ੀ ਇਬਾਦਤ ਕਰਨਾ ਚਾਹੇ, ਉਹਨਾਂ ਨੂੰ ਕੋਈ ਨਹੀਂ ਰੋਕਣ ਵਾਲਾ, ਕੋਈ ਡੱਕਣ ਵਾਲਾ ਨਹੀਂ ਹੈ। ਜੋ ਮਰਜ਼ੀ ਅੰਦਰ ਕਰ ਲੈਣ ਤੇ, ਲੇਕਿਨ ਬਾਅਦ ਵਿੱਚ ਜੁਮੇ ਤੋਂ ਬਾਅਦ ਉਹ ਆਪਣੇ ਅੰਦਰ ਜੋ ਮਰਜ਼ੀ ਕਰਕੇ ਆਏ ਨੇ, ਜੁਮੇ ਤੋਂ ਬਾਅਦ ਜੀ ਜਿਹੜਾ ਬਾਹਰ ਆ ਕੇ, ਮੇਰਾ ਮਤਲਬ ਹੈ ਕਿ ਉਹਨਾਂ ਨੂੰ ਹਜੂਮ ਇਕੱਠਾ ਹੋ ਜੇ, ਉਹਨਾਂ ਚੋਂ ਇੱਕ ਬੰਦੇ ਨੂੰ ਮਾਰ ਕੇ ਮਾਰ ਦੇ, ਕਿਉਂਕਿ ਉਹ ਆਪਣੀ ਦੀਵਾਰ ਚ ਉਹਨੂੰ ਸਟੇਟ ਨਹੀਂ ਨਾ ਪਿੱਛੋਂ ਸਪੋਰਟ ਕਰਦੀ, ਸਟੇਟ ਦੇ ਖਿਲਾਫ ਐਂਟੀ ਸਟੇਟ ਅਨਾਸਰ ਐਂਟੀ, ਇਹ ਸਾਰਾ ਕੰਮ ਐਂਟੀ ਸਟੇਟ ਹੈ। ਇਹਦਾ ਮਤਲਬ ਹੈ ਗੱਲ ਉਹ ਮੰਨੀ ਜਾਏਗੀ ਜੋ ਸਟੇਟ ਆਖੇਗੀ, ਗੱਲ ਉਹ ਮੰਨੀ ਜਾਏਗੀ ਜੋ ਸਟੇਟ ਆਖੇਗੀ। क्या स्टेट ऑफ अमेरिका इस चीज ਨੂੰ ਪ੍ਰਮੋਟ ਕਰਦੀ ਹੈ? ਨਹੀਂ। स्टेट ऑफ डॉइचलैंड जर्मनी इस चीज ਨੂੰ ਪ੍ਰਮੋਟ ਕਰਦੀ ਹੈ? ਨਹੀਂ। ਇਟਾਲੀਆ ਪ੍ਰਮੋਟ ਕਰਦੀ ਹੈ? ਬਿਲਕੁਲ ਨਹੀਂ। ਪਿਛਲੇ ਦਿਨਾਂ ਜੇ ਕਿ ਵੀ ਗੱਲ ਖਬਰ ਸੁਣੀ ਸੀ ਕਿ ਕਿਸੇ ਇੱਕ ਜਗ੍ਹਾ, ਮੈਨੂੰ ਐਗਜ਼ੈਕਟ ਮੁਲਕ ਦਾ ਨਾਮ ਸਾਹਮਣੇ, ਕਿਸੇ ਮੌਲਵੀ ਸਾਹਿਬ ਨੇ ਕੋਈ ਗੱਲ ਕੀਤੀ ਤਾਂ ਉਹਨਾਂ ਨੇ ਰਿਪੋਰਟ ਕਰ ਦਿੱਤਾ ਸੀ। ਇਸ ਵਾਸਤੇ ਕਿਸੇ ਆਪਣੇ ਪ੍ਰੀਚਰ ਨੂੰ, ਪੈਸਟਰ ਨੂੰ ਵੀ ਉਹ ਮੇਰੇ ਖਿਆਲ ਇਜਾਜ਼ਤ ਨਹੀਂ ਦਿੰਦੇ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨ ਦੀ। ਜਿਹੜੀ ਚੀਜ਼, ਜਿਸ ਚੀਜ਼ ਦਾ ਕੋਈ ਇਸ ਦਾ ਕ੍ਰੈਡਿਟ ਹੁੰਦਾ, ਉਹਨੂੰ ਦੇਣਾ ਚਾਹੀਦਾ। ਸਾਡਾ ਮੁਲਕ ਵੀ ਨਹੀਂ ਕਹਿੰਦਾ ਕਿ ਜੁਮੇ ਤੋਂ ਬਾਅਦ ਮਰਜ਼ਾਈਆਂ ਨੂੰ ਫੜ ਕੇ ਢਾ ਕੇ ਮਾਰੋ। ਲੋਕੀ ਜਿਹੜੇ ਕਰਦੇ ਨੇ ਉਹ ਐਂਟੀ ਸਟੇਟ ਹੀ ਹੁੰਦੇ ਨੇ, ਐਂਟੀ ਸਟੇਟ ਨੇ। ਇਹਦਾ ਮਤਲਬ ਹੈ ਜੋ ਉਹਨਾਂ ਦਾ ਅਮਲ ਹੈ ਉਹ ਸਟੇਟ ਦਾ ਅਮਲ ਨਹੀਂ ਗਿਣਿਆ ਜਾਏਗਾ। ਉਹ ਨਾ ਇਸਲਾਮ ਦਾ ਅਮਲ ਗਿਣਿਆ ਜਾਏਗਾ, ਨਾ ਸਟੇਟ ਦਾ, ਨਾ ਇਸਲਾਮ ਦਾ ਅਮਲ ਗਿਣਿਆ ਜਾਏਗਾ। ਉਹ ਲੋਕਾਂ ਦੀ ਇਲਿਟਰੇਸੀ ਹੋਏਗੀ, ਉਹ ਜਹਾਲਤ ਦੇ ਵਿੱਚ ਗਿਣਿਆ ਜਾਏਗਾ ਕਿ ਜਿਹੜੀ ਚੀਜ਼ ਦਾ ਤੁਹਾਡੇ ਕੋਲ ਇਖਤਿਆਰ ਹੀ ਨਹੀਂ, ਤੁਸੀਂ ਉਹ ਵੀ ਕਰਦੇ ਹੋ। ਬਿਲਕੁਲ। अस्सलामुअलैकुम रहमतुल्लाहि व बरकातुहू। उकाब आ गया है, उकाब दा वेलकम करो। उकाब ने सारी जिंदगी मुले जुत्ती थले रखे ने, ये मुले जुत्ती थले रखे ने। ਅੱਛਾ, ਇਹਨਾਂ ਨੂੰ ਮੈਂ ਚੁੱਕਿਆ ਸੀ ਤੇ ਨਹੀਂ ਖਲੋ ਜਾ, ਮੈਂ ਚੁੱਕਿਆ ਤੇ ਮੈਂ ਆਪਣਾ ਲਾਲਾ ਹੁਣ ਜਿਹਨੇ ਚੁੱਕਣਾ ਉਹ ਚੁੱਕ ਲਓ। ਇਹ ਭਾਈ ਜੀ ਜੋ ਕੁਝ ਤੁਸੀਂ ਤਾਲੀਮ ਪੇਸ਼ ਕਰਕੇ ਗਏ ਹੋ, ਏਡੀ ਸੋਹਣੀ ਗੱਲ ਹੋ ਰਹੀ ਸੀ, ਉਹਦੇ ਵਿੱਚ ਆ ਕੇ ਤੁਸੀਂ ਜ਼ਰੂਰ ਇਹ ਚਵਲ ਮਾਰ ਕੇ ਜਾਣੀ ਸੀ। ਕੋਈ ਬੰਦਾ, ਬਾਬੂ ਮਕਬੂਲ ਸਾਹਿਬ, ਕੋਈ ਬੰਦਾ ਗਾਲ ਨਹੀਂ ਕੱਢਦਾ ਪਿਆ, ਕੋਈ ਬੰਦਾ ਬਦਤਮੀਜ਼ੀ ਨਹੀਂ ਕਰਦਾ ਪਿਆ। ਤੁਸੀਂ ਆ ਕੇ ਆਪਣੇ ਲੁੱਚ ਤਲ ਕੇ ਸਾਰੀ ਗੱਲ ਦਾ ਬੇੜਾ ਗਰਕ ਕਰਕੇ ਟੋਲ ਗਏ ਤੇ ਹੁਣ ਤੁਹਾਡੇ ਜੀ ਹਿੰਮਤ ਦੇਵੇ ਕਿ ਦੁਬਾਰਾ ਰਿਕੁਐਸਟ ਪਾਉਂਦੇ ਹੋ। ਲੋੜ ਕਿਹੜੀ ਹੈ? ਸਕੂਨ ਨਾਲ ਗੱਲ ਕਿਸੇ ਹੋਰ ਪਾਸੇ ਜਾ ਰਹੀ ਹੈ, ਧੱਕੇ ਦੇ ਨਾਲ ਆ ਕੇ ਤੁਸੀਂ ਆਪਣਾ ਵੇਚ ਨਹੀਂ, ਮੈਂ ਕੋਈ ਗਾਲ ਕੱਢੀ ਨਹੀਂ ਮਿਸਟਰ ਜੀ, ਮੈਂ ਤੇ ਗਾਲ ਕੱਢੀ ਕਿਸੇ ਨੂੰ ਮੁੰਡਿਆਂ ਨੂੰ ਆਖੋ ਤੇ ਜੁੱਤੀ ਰੱਖੇ ਨੇ ਮੁੱਲਾ। ਮੁੱਲੇ ਜਿਹੜਾ ਗੰਦ ਹੁੰਦਾ, ਗੰਦ ਜੁੱਤੀ ਥੱਲੇ ਰਹਿੰਦਾ। ਇਹ ਕੋਈ ਗਾਲੀ ਨਹੀਂ ਕੀਤੀ, ਗੰਦ ਜੁੱਤੀ ਥੱਲੇ ਰਹਿੰਦਾ। ਇਹ ਮੁੱਲੇ ਗੰਦ ਨੇ, ਮੁੱਲਿਆ ਗੰਦ ਪਾਇਆ। ਇਹ ਮੁੱਲਿਆਂ ਦੀ ਸਫਾਈ ਹੋ ਗਈ ਤੇ ਦੁਨੀਆ ਦੇ ਵਿੱਚ ਸਾਰੀ ਜ਼ਿੰਦਗੀ ਜੁੱਤੀ ਥੱਲੇ ਰੱਖਿਆ। ਨਹੀਂ ਨਜਮ ਨਹੀਂ, ਬਸ ਇੱਕ ਹੀ ਚੀਜ਼। नजम मैं 3 बार तेनू म्यूट कीता है। खालिद बिन वलीद ने कल किया है कि जी आप लोग तौहीन करते हैं। मैं खालिद बिन वलीद अगर थल्ले बैठा, मैंने थोड़ी देर पहले देखी ਉਹਦੀ ਆਈਡੀ ਐਂਟਰ ਹੋਈ। ਐਸਾ ਰਾਮਜ਼ਾਦੇ ਨੂੰ ਉੱਤੇ ਚੁੱਕਿਆ ਤੇ ਉਹਨੂੰ ਮੈਂ ਪ੍ਰੈਕਟੀਕਲ ਵਿਖਾਇਆ ਕਿ ਜਦੋਂ ਵੀ ਆਂਦਾ ਬਕਵਾਸ ਕਰਦਾ ਔਰ ਮਜਬੂਰ ਕਰਦਾ ਹੈ ਕਿ ਫਿਰ ਸਖਤ ਰਵੱਈਆ ਇਖਤਿਆਰ ਕੀਤਾ ਜਾਏ।
ठीक है, लेकिन फिर भी ऐसे अपने नजफ ਨੂੰ ਬਾਜ਼ ਕੀਤਾ ਤਾਂ ਬਾਜ਼ ਆ ਗਏ, ਲੇਕਿਨ ਇਹ ਉਹ ਖਬੀਸ ਸ਼ੈ ਵੇ, ਉਹ ਗੋਬਰ ਦੀ ਢੇਰੀ ਹੈ ਜਿਹਦੇ ਨਾਲ ਖਾਲੀ ਬੋ ਹੀ ਆਉਂਦੀ ਕਿ ਇਹ ਚਾਹੁੰਦੇ ਨੇ ਕਿ ਤੋਹੀਨ ਹੋਵੇ। ਕੋਈ ਮਸਲਾ ਨਹੀਂ, ਉਹਨਾਂ ਨੂੰ ਵਾਪਸ ਲੈ ਲਵੋ ਤੇ ਅਮਰ ਭਾਈ ਸਿਰਫ ਇੰਨਾ ਪੁੱਛ ਕੇ, ਬਲਕਿ ਮਿਸਟਰ ਐਕਸ ਤੁਸੀਂ ਉਹਦੇ ਕੋਲੋਂ ਨਾ ਇੰਨਾ ਸਿਰਫ ਪੁੱਛ ਕੇ ਦੱਸ ਦਿਓ कि मिर्जा साहब आंदे ने कि मुझे मुश्तजन ने जख्मी किया, ते मुश्तजन जेड़ा केड़ी शै नूं जेड़ा वे जख्मी करदा है, ते मिर्जा साहब ने अपने आप नूं मुशाबत किस शै नाल दित्ती है? ਉਹ ਬਕਰ ਮੀਰ ਭਾਈ, ਮੈਂ ਨਾ ਤੁਸੀਂ ਅਗਰ ਮੈਨੂੰ ਸੁਣਿਆ ਹੋਵੇ ਨਾ, ਮੈਂ ਇਹੋ ਜੀ ਗੁਫ਼ਤਗੂ ਤੋਂ ਨਾ ਪਰਹੇਜ਼ ਕਰਨਾ ਬੜੀ, ਤੇ ਮੈਂ ਇਹ ਵੀ ਗੁਜ਼ਾਰਿਸ਼ ਕਰਾਂਗਾ ਇਹਨਾਂ ਭਾਈਆਂ ਨੂੰ ਥੱਲੇ ਹੀ ਰਹਿਣ ਦਿਓ। ਇਹ ਆਂਦੇ ਨੇ ਮੈਂ ਕੋਈ ਗਾਲ ਨਹੀਂ ਕੱਢੀ, ਤੇ ਨਾਲ ਹੀ ਜੋ ਮੁੱਲਾਂ ਨੂੰ ਤੇ ਥੱਲੇ ਤੇ ਇਹ ਕਰ ਕੀ ਗਏ ਨਾ, ਮੈਂ ਤੇ ਇਸ ਲੈਵਲ ਦੀ ਗੁਫ਼ਤਗੂ ਨੂੰ ਸਪੋਰਟ ਨਹੀਂ ਕਰਦਾ। ਤੇ ਜੇ ਕਿਸੇ ਹੋਰ ਨੂੰ ਸ਼ੌਕ ਹੈ ਕਰਨਾ ਚਾਹੁੰਦਾ ਤਾਂ ਬਿਸਮਿਲ੍ਲਾ। ਨਹੀਂ ਇਹਦੀ ਗੱਲ ਹੀ ਮੈਂ ਤੁਹਾਡੇ ਨਾਲ ਕਰਾਣੀ ਹੈ, ਤੇ ਨਜਫ ਨੇ ਬਾਰ-ਬਾਰ ਮਾਈਕ ਖੋਲਿਆ, ਮੈਂ ਤਾਂ ਥੱਲੇ ਲਾਉਣ ਲੱਗਾ ਸੀ ਨਜਫ ਨੂੰ, ਹੁਣ ਜਿਹੜਾ ਬੋਲਿਆ ਮੈਂ ਥੱਲੇ ਲਾ ਦੇਣਾ। ਮੁੱਲਿਆਂ ਦੀ ਔਕਾਤ ਹੀ ਜੁੱਤੀ ਏ, ਇਹਨਾਂ ਦੀ ਔਕਾਤ ਜੁੱਤੀ ਏ। ਇਹਨਾਂ ਮੁੱਲਿਆਂ ਨੇ ਦੁਨੀਆ ਦੇ ਵਿੱਚ ਗੰਦ ਪਾਇਆ, ਇਸਲਾਮ ਨੂੰ ਬਦਨਾਮ ਕੀਤਾ ਇਹਨਾਂ ਮੁੱਲਿਆਂ ਨੇ। ਇਹਨਾਂ ਮੁੱਲਿਆਂ ਨੂੰ ਜੁੱਤੀ ਥੱਲੇ ਰੱਖੋ। ਇਹ ਮੁੱਲੇ ਖਬੀਸ ਨੇ, ਇਹ ਨਜਸ ਨੇ, ਇਹ ਨਪਾਕ ਨੇ, ਪਲੀਤ ਨੇ ਮੁੱਲੇ। ਇਹ ਦੁਨੀਆ ਦੇ ਉੱਤੇ ਬੋਝ ਨੇ। ਇਹਨਾਂ ਨੇ ਦੁਨੀਆ ਨੂੰ ਤਬਾਹ ਕੀਤਾ ਹੈ, ਇਹਨਾਂ ਇਸਲਾਮ ਨੂੰ ਬਦਨਾਮ ਕੀਤਾ ਹੈ। ਇਹ ਨਪਾਕ ਬੰਦਰ ਔਰ ਸੂਰ ਨੇ ਇਸ ਆਸਮਾਨ ਦੇ ਨੀਚੇ। ਇਹ ਨਪਾਕ ਮਖਲੂਕ ਹੈ, ਬੰਦਰ ਨੇ, ਬਦਤਰੀਨ ਨਜਸ, ਜਿਹੜੀ ਕੁਰਾਨ ਦੇ ਅੰਦਰ ਅੱਲਾਹ ਤਾਲਾ ਨੇ ਕਫਾਰਾਂ ਵਾਸਤੇ ਲਿਖਿਆ, ਉਹ ਸਾਰਾ ਕੁਝ ਇਹ ਖੁਦ ਨੇ। ਇਹ ਨਜਸ ਨੇ, ਪਲੀਤ ਲੋਕ ਨੇ ਮੁੱਲੇ, ਕਿਉਂਕਿ ਇਹਨਾਂ ਨਫ਼ਰਤ ਫੈਲਾਈ ਹੈ। ਪਲੀਤ ਨੇ, ਪਲੀਤ। थक गए हो? अच्छा तौर क्या लाया कि ना? शायद मैंने तो नहीं लाया। किसे लाया तो नहीं थले नजर? नहीं किसी ने लाया। नहीं अमरो मैं तो ਗੱਡੀ ਚਲਾ ਰਿਹਾ, ਔਰ ਮੈਂ ਤੁਹਾਨੂੰ ਇੰਨਾ ਦੱਸ ਦਿਆਂ, ਉਸ ਬੰਦੇ ਨੇ ਰਿਕਾਰਡਿੰਗ ਚਲਾਈ ਹੈ ਅਕਾਬ ਦੀ, ਉਹਨੇ ਆਪ ਨਹੀਂ ਬੋਲਿਆ। ਉਹ ਨਹੀਂ, ਅਕਾਬ ਦੀ ਆਵਾਜ਼ ਹੀ ਨਹੀਂ ਹੈ। ਨਹੀਂ ਅਕਾਬ ਦੀ ਉਹਨੇ ਰਿਕਾਰਡਿੰਗ ਲਾਈ। ਉਹ ਭਾਈ ਜੀ ਆਵਾਜ਼ ਹੀ ਨਹੀਂ। ਨਵੀਂ ਸਾਇੰਸ ਪੇਸ਼ ਕਰਨ ਦੀ ਕਿਹੜੀ ਲੋੜ ਹੈ? ਉਹਨੂੰ ਫਿਰ ਉੱਤੇ ਲੋਕ ਨੂੰ ਆਖਵਾ ਕੇ ਫਿਰ ਤਬਲੀਗ ਕਰ, ਜ਼ਰੂਰ ਕਰ, ਇਹਨੂੰ ਰਿਕਾਰਡ ਕਰੋ, ਖਾਲਿਦ ਬਿਨ ਵਲੀਦ ਦੀ ਬਰਾੜ ਤੇ ਲੈ ਜਾਓ, ਉਹਨੂੰ ਦੱਸੋ ਵੀ ਦੱਸ ਇਹਦਾ ਕੀ ਜਵਾਬ ਅਸੀਂ ਦਈਏ। ਅੱਛਾ ਤਲੇ ਤਸਦੀਕ ਕਰਨ ਵਾਲੇ ਵੀ ਆ ਗਏ ਜਿਹਨਾਂ ਗਾਲਾਂ ਨਹੀਂ। ਅੱਛਾ ਯਾਰ ਥੋੜੀ ਰਿਕਾਰਡਿੰਗ ਔਨ ਕਰੋ ਤੇ ਇਹਨੂੰ ਸ਼ਾਰਫ ਨੂੰ ਤਬਲੀਗ ਕਰਨ। ਸ਼ਾਰਫ ਯਾਰ ਦੁਬਾਰਾ ਬੋਲ, ਰਿਕਾਰਡ ਨਹੀਂ ਹੋਈ, ਦੁਬਾਰਾ ਬੋਲ ਲੈ। ਅੱਛਾ ਤੁਸੀਂ ਕਹਿ ਰਹੇ ਸੀ ਰਿਕਾਰਡਿੰਗ ਦਾ, ਤੁਸੀਂ ਕਹਿ ਰਹੇ ਸੀ ਨਾ ਰਿਕਾਰਡਿੰਗ ਕਰਨਾ ਦਾ। ਕਿਹੜਾ ਖਬੀਸ ਇਨਸਾਨ ਹੈ, ਦੁਨੀਆ ਦਾ ਲਾਨਤੀ ਇਨਸਾਨ ਹੈ, ਖੁਦਾ ਦੀ ਲਾਨਤ ਹੋਏ ਉਹਦੇ ਤੇ, ਜਿਹੜਾ ਤੁਹਾਡੀ ਬਰੋਡ ਤੇ ਆ ਕੇ ਰਿਕਾਰਡਿੰਗ ਕਰੇ। ਤੁਸੀਂ ਕਰਨੀ ਹੈ ਤੇ ਬੇਸ਼ੱਕ ਕਰੋ, ਮੈਂ ਕਰਾਂ ਤੇ ਖੁਦਾ ਦੀ ਲਾਨਤ ਹੋਏ ਮੇਰੇ ਤੇ, ਮੇਰੀ ਆਉਣ ਵਾਲੀਆਂ ਨਸਲਾਂ ਤੇ ਵੀ ਲਾਨਤ ਹੋਏ ਅਗਰ ਮੈਂ ਰਿਕਾਰਡਿੰਗ ਕਰਾਂ। ਮੈਂ ਸਿਰਫ ਤੁਹਾਡੀ ਔਕਾਤ ਦਿਲਾਨ ਆਣਾ, ਤੇ ਤੁਸੀਂ ਜਿਹੜੇ ਉਹਨਾਂ ਮੁੱਲਿਆਂ ਦੇ ਪੈਰੋਕਾਰ ਹੋ, ਉਹਨਾਂ ਮੁੱਲਿਆਂ ਦੇ ਜਿਨ੍ਹਾਂ ਨੂੰ ਜਿਹੜਾ ਪੂਰੀ ਦੁਨੀਆ ਨੇ ਜੁੱਤੀ ਥੱਲੇ ਰੱਖਿਆ ਹੈ, ਕਿਉਂਕਿ ਨਪਾਕ ਨੇ, ਇਹਨਾਂ ਨੇ ਇਸਲਾਮ ਨੂੰ ਬਦਨਾਮ ਕੀਤਾ ਹੈ। ਨਪਾਕ ਨਜਸ ਨੇ ਜਿਹੜੇ ਨਫ਼ਰਤ ਫੈਲਾਉਂਦੇ ਨੇ। ਇਸਲਾਮ ਦਾ ਨਾਮ ਹੈ ਅਮਨ ਔਰ ਸਲਾਮਤੀ, ਮੁਹੱਬਤ, ਭਾਈਚਾਰੇ का दीन। ਉਹ दीन ਜਿਹੜਾ नबी पाक सल्लम लेके आए, नबी पाक सल्लम ਦੇ इखलाक और किरदार की वजह से इस्लाम दुनिया में फैला। और आप लोग सारा दिन गालियां देने वाले हो, आपका इस्लाम के साथ कोई तल्लक नहीं, आप सब सेम क्रिश्चियन हो, लानती हो। थक गया यार, फिर ला सड़िया जी, ਇਹਨੂੰ ਪਾਣੀ ਨਹੀਂ ਲਾਇਆ। बस जी एतबार सानू देख के ना, अगर किसी भाई ने मुजाहिद ने रिकॉर्ड की है, मैं थोड़ा जिहा पहुँचा दे। बाकी मैं आप खालिद ਨੂੰ ਗੱਲ ਕਰਨਾ ਕਿ ਜੀ ਆਪ ਸ਼ਰੀਅਤ ਨਹੀਂ ਬਿਆਨ ਕਰੇ, ਤੁਸੀਂ ਸ਼ਰੀਅਤ ਨਾਲ ਬਿਆਨ ਕਰੋ। ਇਹੋ ਜਿਹੇ ਨੂੰ ਅਸੀਂ ਕੀ ਜਵਾਬ ਦਈਏ? ਜੇ ਥੱਲੇ ਇੱਕ ਮੌਲਾ ਬਾਸ ਸਾਹਿਬ ਬੈਠੇ ਨੇ ਤੇ ਉਹਨਾਂ ਨੂੰ ਇਸ ਪੁਆਇੰਟ ਨਾਲ, ਮੌਲਾ ਬਾਸ ਸਾਹਿਬ ਤੁਸੀਂ ਉੱਤੇ ਆਓ ਥੋੜੇ ਜਿਹੇ, ਤੁਸੀਂ ਤਬਲੀਗ ਕਰ ਲਓ। ਕਾਲ ਪਾਓ ਇਹਨਾਂ ਨੂੰ, ਮੁਬਾਰਕ ਨਾ ਇਹਨਾਂ ਦਾ ਕਾਲ ਪਾਓ। ਉਹ ਜੀ ਮੌਲਾ ਬਾਸ ਸਾਹਿਬ ਤੁਹਾਨੂੰ ਕਾਲ ਤੇ ਪਾ ਦਿੱਤੀ। ਅੱਛਾ ਉਹ ਹੀ ਮੁਬਾਰਕ ਸਾਹਿਬ ਨੇ ਜੀ, ਤੁਹਾਡੇ ਪਿੱਛੇ ਇਟਲੀ ਆ ਗਏ ਸਨ, ਪਰ ਉੱਤੇ ਦੋ ਪੌੜੀਆਂ ਨਹੀਂ ਆ ਸਕਦੀਆਂ। ਹਾਂ ਜਾ ਫਿਰ ਕੀ ਬਣਿਆ? ਉਸ ਦਿਨ ਦੀ ਛੁੱਟੀ ਨਹੀਂ ਲੱਭੀ।
ਅੱਛਾ ਥੱਲੇ ਨਾ ਪਾਕਿਸਤਾਨ ਭਾਈ ਦੇ ਨਾਮ ਦੀ ਆਈਡੀ ਤੇ ਇਹਨਾਂ ਜ਼ਰਾ ਉੱਤੇ ਆਉਣਗੇ ਉਹਨਾਂ ਜ਼ਰਾ ਗੱਲ ਪਾਕਿਸਤਾਨ ਭਾਈ ਆਓ ਹਫਤੇ ਦੇ 2 ਮਿੰਟ ਤੁਸੀਂ ਮੋਡਰੇਟਰ ਹੋ ਤੇ ਤੁਸੀਂ ਆਪ ਹੀ ਲੈ ਲਓ, ਮੈਂ ਵੀ ਡਰਾਈਵ ਕਰ ਰਿਹਾ ਤੇ ਬਾਕੀ ਬੰਦੇ ਵੀ ਬਿਜ਼ੀ ਨੇ ਸਾਰੇ। ਅਗਰ ਉਹਨਾਂ ਕੋਲ ਟਾਈਮ ਹੋਵੇ ਤਾਂ ਆਓ, ਤੁਸੀਂ ਬੜੀ ਅੱਛੀ ਗੱਲ ਕਰਦੇ ਹੋ। ਇਹਨਾਂ ਨੂੰ ਪੁੱਛੋ ਵੀ ਪਿਛਲੇ 2 ਘੰਟੇ ਦੀ ਇੱਥੇ ਕਿਹੜੀ ਗੁਫ਼ਤਗੂ ਹੋ ਰਹੀ ਹੈ ਤੇ ਤੁਹਾਡੇ ਬੰਦੇ ਜਿਹੜੇ ਆ ਕੇ ਜੋ ਕੋਈ ਕਿਰਦਾਰ ਇਹਨਾਂ ਅਦਾ ਕੀਤਾ ਹੈ, ਇਹਦੇ ਚ ਸਾਡੀ ਤਰਫੋਂ ਕਿੱਥੇ ਗਲਤੀ ਹੋ ਰਹੀ ਹੈ। ਮਤਲਬ ਅਸੀਂ ਬੜੇ ਆਰਾਮ ਨਾਲ ਇੱਕ ਮੌਜੂ ਤੇ ਗੱਲ ਕਰ ਰਹੇ ਹਾਂ ਔਰ ਉਹ ਮੌਜੂ ਕਿਸੇ ਹੱਦ ਤੱਕ ਸਾਰੀਆਂ ਚੀਜ਼ਾਂ ਕਵਰ ਕਰਦਾ ਪਿਆ, ਉਹਦੇ 'ਚ ਐਸੀ ਕੋਈ ਲੋੜ ਹੀ ਨਹੀਂ ਤੁਸੀਂ ਆ ਕੇ ਬਦ ਜ਼ੁਬਾਨੀ ਕਰੋ ਇਹ ਸਭ। ਲੇਕਿਨ ਉਸ ਤੋਂ ਬਾਅਦ ਯਕੀਨ ਕਰੋ ਮੈਂ ਨਾ ਉਹਨਾਂ ਨੂੰ ਵੀ ਕਾਲ ਪਾ ਚੁੱਕਿਆ, ਉਹ ਪਤਾ ਨਹੀਂ ਹਿੰਮਤ ਨਹੀਂ ਹੁੰਦੀ ਵੀ ਇਹਨਾਂ ਹੋ ਸਕਦਾ ਕਿਧਰ ਨਹੀਂ ਨਿਊਟਰਲ ਪਲੇਟਫਾਰਮ ਤੇ ਗੱਲ ਕਰਨਾ, ਇਹਤਰਾਮ ਨਾਲ ਗੱਲ ਕਰਨਾ, ਤਮੀਜ਼ ਨਾਲ ਗੱਲ ਕਰਨਾ, ਮਰਦੀ ਸੇ ਮੌਤ ਹੈ ਉੱਥੇ। ਮੈਂ ਨਾ ਇਹਨਾਂ ਨੂੰ ਅੱਗੇ ਪੁੱਛਿਆ ਜਦੋਂ ਮੇਰੇ ਨਾਲ ਗੱਲ ਕਰਦੇ ਸੀ, ਮੈਂ ਖੁਦ ਸੀਕਰ ਸਾਹਿਬ ਅੱਜ ਤੱਕ ਤੁਹਾਨੂੰ ਕਿਸੇ ਸਕੂਨ ਦੇ ਨਾਲ 2-4-5 ਮਿੰਟ ਮਸਲਸਲ ਦੀ ਗੱਲ ਕੀਤੀ, ਕਿਸੇ ਨੇ ਤੁਹਾਨੂੰ ਅਜੇ ਤੱਕ ਕਰਨ ਦਿੱਤੀ? ਫਿਰ ਵੀ ਔਰ ਪਹਿਲੀ ਦਫਾ ਮੈਂ ਵੇਖਿਆ ਕਿ ਇਹਨਾਂ ਆਪ ਆਖਿਆ ਕਿ ਮੈਂ ਮਾਈਕ ਛੱਡ ਕੇ ਥੱਲੇ ਚੱਲਾਂ, ਫਿਰ ਰੋਕਿਆ ਨਹੀਂ ਤੇ ਹੁਣ ਆਉਂਦੇ ਨਹੀਂ ਪਏ। ਇੰਨਾ ਸਬਰ ਇਹਨਾਂ ਦੇ ਅੰਦਰ ਹੈ ਵੇ ਕਿ ਸਾਡੀ ਵੀ ਗੱਲ ਸੁਣ ਸਕਣ, ਆਪਣੀ ਬਰਾੜ ਤੇ ਜਾਂ ਸਾਡੀ ਬਰਾੜ ਤੇ ਇੰਨਾ ਸਾਹ ਹੈ ਵੇ ਇਹਨਾਂ ਕੋਲ। ਗੱਲ ਇਹ ਵੀ ਕਿ ਇਖਤਲਾਫੀ ਗੱਲ ਸੁਣਨਾ ਮੁਸ਼ਕਲ ਹੁੰਦਾ ਤੇ ਲੇਕਿਨ ਇਹ ਹਿੰਮਤ ਜ਼ਰੂਰ ਕਰਨੀ ਚਾਹੀਦੀ। ਮੈਂ ਸਿਰਫ ਪਾਕਿਸਤਾਨ ਭਾਈ ਅਗਰ ਉਹਨਾਂ ਕੋਲ ਟਾਈਮ ਹੈ ਹੁਣ, ਮੈਂ ਉਹਨਾਂ ਨੂੰ ਇਸ ਰਵੱਈਏ ਤੇ ਗੱਲ ਕਰਨਾ ਚਾਹੁੰਦਾ ਕਿ ਅਸੀਂ ਇੱਕ ਟੋਟਲ ਡਿਫਰੈਂਟ ਸਬਜੈਕਟ ਹਿਊਮੈਨਿਟੀ ਤੇ ਗੱਲ ਕਰ ਰਹੇ ਹਾਂ, ਟੋਲਰੈਂਸ ਤੇ ਗੱਲ ਕਰ ਰਹੇ ਹਾਂ, ਲੇਕਿਨ ਇੱਕ ਬੰਦਾ ਹੁੰਦਾ ਹੈ ਤੇ ਉਹ ਜਾਣ ਬੁੱਝ ਕੇ ਨਾ ਇੰਸਟੀਗੇਟ ਕਰਦਾ ਪਿਆ ਆ ਕੇ ਕਿ ਮੌਲਵੀ ਸਾਹਿਬ ਜੁੱਤੀਆਂ ਦੇ ਥੱਲੇ ਰੱਖਣੇ ਚਾਹੀਦੇ ਨੇ। ਕੀ ਇਹ ਗੱਲਾਂ ਕਰਨ ਵਾਲੀਆਂ ਨਹੀਂ? ਤੁਸੀਂ ਇਹਨਾਂ ਨੂੰ ਸਪੋਰਟ ਕਰਦੇ ਹੋ ਇਹੋ ਜਿਹੇ ਬੰਦਿਆਂ ਨੂੰ? ਕਿਆ ਇਹ ਅਹਿਮਦੀ ਸਨ? ਇਹਨਾਂ ਨੂੰ ਤੁਸੀਂ ਫੋਨ ਵੀ ਕਰਦੇ ਹੋ ਕਿ ਨਹੀਂ? ਯਾਰ ਜੇ ਹੋ ਰਹੀ ਹੈ ਇਹ ਜਿਹੜੇ ਪਾਕਿਸਤਾਨ ਨਾਮ ਦੀ ਆਈਡੀ ਕਹਿ ਰਹੇ ਹੋ ਨਾ, ਇਹ ਵਿਰਕ ਸਾਹਿਬ ਨੇ ਵੜੈਜ ਦੇ ਪਿੰਡ ਦੇ ਨੇ ਤੇ ਇਹ ਜਿਹੜੇ ਨੇ ਇਹਨਾਂ ਦੇ ਵੀ ਸੋਚ ਇਹ ਹੈ ਕਿ ਇਸ ਤਰ੍ਹਾਂ ਹੀ ਹੋਣੀ ਚਾਹੀਦੀ, ਤਬਲੀਗ ਇਸ ਤਰ੍ਹਾਂ ਹੀ ਹੋਣੀ ਚਾਹੀਦੀ, ਵਰਨਾ ਉੱਤੇ ਆ ਕੇ ਮਜ਼ਮਤ ਕਰਨ। ਬਹਰਹਾਲ ਜਿਹੜੀ ਗੱਲ ਜਿਹੇ ਦੀ ਹੈ ਨਾ ਅਲਾਮਾ ਸਾਹਿਬ, ਮੈਂ ਨਾ ਅਕਸਰ ਇਹਨਾਂ ਨੂੰ ਸੁਣਿਆ ਹਮੇਸ਼ਾ ਜਾ ਕੇ ਇਹਨਾਂ ਅਹਿਮਦੀ ਬਰੋਡਾਂ ਉੱਤੇ ਇਸ ਰਵੱਈਏ ਤੋਂ ਮਨਾ ਕੀਤਾ ਲੋਕਾਂ ਨੂੰ। ਮੈਨੂੰ ਹੈਰਾਨਗੀ ਜਾਂ ਤਾਂ ਬਿਜ਼ੀ ਨੇ ਨਹੀਂ ਆ ਰਹੇ ਤੇ ਜਾਂ ਮੇਰੇ ਖਿਆਲ ਨਾਲ ਵੈਸੇ ਨਹੀਂ ਅਵੋਇਡ ਕਰਨਾ ਚਾਹ ਰਹੇ ਨੇ। ਲੇਕਿਨ ਇਹਨਾਂ ਦੀ ਇੱਕ ਚੀਜ਼ ਮੈਂ ਤੁਹਾਨੂੰ ਉਹਨਾਂ ਦਾ, ਕਿਉਂਕਿ ਥੱਲੇ ਬੈਠੇ ਨੇ, ਉਹ ਹਮੇਸ਼ਾ ਇਸ ਚੀਜ਼ ਨੂੰ ਕੰਡੈਮ ਕਰਦੇ ਨੇ ਕਿ ਇਹ ਰਵੱਈਆ ਠੀਕ ਪਰ ਮੈਂ ਇਹ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਅਬੂ ਬਕਰ ਸਾਹਿਬ ਕਿ ਇਹ ਪਾਕਿਸਤਾਨ ਭਾਈ ਉਹਦੇ ਸ਼ਾਮਲ। ਓਏ ਸਮਾਨ ਕੋ ਸਾਰੇ ਨੰਗੇ ਜੇ ਨਾ ਕਰੋ ਦਾਅਵੇ ਨਾ ਕਰੋ ਨਹੀਂ ਨਾ ਬੱਲਾ ਅਸੀਂ ਆਈਆਂ ਦੇ ਬੰਦੇ ਨੂੰ, ਮੈਂ ਆਈਆਂ ਦੇ ਬੰਦੇ ਨੂੰ ਅਸਾਂ ਗਾਲਾਂ ਕੱਢਦੇ ਆ ਵੇਖਿਆ ਜਿਹੜਾ ਬੜੇ ਹਲਾਕ ਨਾਲ, ਜਿਵੇਂ ਤੁਸੀਂ ਨਹੀਂ ਗੁਫ਼ਤਗੂ ਕਰ ਰਹੇ। ਚਲੋ ਤੁਸੀਂ ਇਹ ਆਖਣਾ ਚਾਹੁੰਦੇ ਹੋ ਗਨ ਕਰੀਬ ਮੈਂ ਵੀ ਗਾਲਾਂ ਕੱਢਣੀਆਂ? ਨਹੀਂ ਪਰਸਨਲੀ ਨਾ ਲਵੇ, ਮੈਂ ਤੁਹਾਨੂੰ ਇਹੀ ਆਖਣਾ ਨਾ ਠੀਕ ਹੈ ਤੇ ਯਕੀਨ ਕਰੋ ਐਸੇ
ਕਿ ਅਸੀਂ ਇੱਕ ਹੱਥ ਤੇ ਔਰ ਫਿਰ ਉਹਨਾਂ ਦਾ ਦਾਵਾ ਵੀ ਹੈ ਕਿ ਅਸੀਂ ਇੱਕ ਹੱਥ ਤੇ ਆ, ਇੱਕ ਝੰਡੇ ਥੱਲੇ ਆ, ਮੁਨਜ਼ਮ ਆ, ਇੱਕ ਚੇਨ ਵਿੱਚ। ਅਗਰ ਉਹ ਇਹਨਾਂ ਦੀ ਮਜ਼ੰਮਤ ਕਰਨ ਔਰ ਇਹਨਾਂ ਲੋਕਾਂ ਨੂੰ ਫੜ ਕੇ ਬੰਨਣ ਤੇ ਖਿੱਚ ਪਾਣ, ਇਹ ਕਿਸ ਤਰ੍ਹਾਂ ਹੋ ਸਕਦਾ? ਇਹ ਸਾਰਾ ਕੰਮ ਉਹ ਕਰਾ ਰਹੇ ਨੇ ਭਾਈ ਸਾਹਿਬ। ਇਹ ਨਿਜ਼ਾਮ ਹੀ ਸਾਰਾ ਇਸ ਤਰ੍ਹਾਂ ਦਾ ਹੈ। ਦੇਖੋ ਤੁਸੀਂ ਖਾਤੂਨ ਦੇਖ ਲਓ, ਉਹਨੂੰ ਨਿਜ਼ਾਮ ਚੋਂ ਕੱਢ ਦਿੱਤਾ ਗਿਆ, ਉਹਨੂੰ ਦੱਸਿਆ ਤੱਕ ਨਹੀਂ ਗਿਆ ਕਿਉਂ ਕੱਢਿਆ। ਉਸ ਵਿਚਾਰੀ ਨੂੰ ਪਤਾ ਲੱਗਾ ਆਲੇ ਦੁਆਲਿਓਂ ਮੈਨੂੰ ਕੱਢ ਦਿੱਤਾ ਗਿਆ। ਇਹ ਜ਼ੁਲਮ ਦਾ ਨਿਜ਼ਾਮ ਹੈ। ਇਹਨਾਂ ਦੇ ਸਰਬਰਾਹਾਨ ਜਿਹੜੇ ਨੇ ਉਹ ਇਹਨੂੰ ਆਪਣੇ ਨਜ਼ਰੀਏ ਨੂੰ ਬਾਈ ਫੋਰਸ ਫੈਲਾਣਾ ਚਾਹੁੰਦੇ ਨੇ, ਬਾਈ ਫੋਰਸ, ਨਾਟ ਵਿਦ ਆਰਗੂਮੈਂਟ। ਲੇਕਿਨ ਉਹ ਸਾਡੇ ਪਿੰਡ ਦਾ ਵਾਕਿਆ ਮੈਂ ਅੱਗੇ ਵੀ ਕਈ ਵਾਰੀ ਸੁਣਾਇਆ ਬਈ, ਉਹ ਮੁੰਡਾ ਸੀ ਘੁਮਿਆਰਾਂ ਦਾ ਤੇ ਮਾੜਾ ਸੀ, ਯਾਨੀ ਮਾੜੇ ਘਰ ਦਾ ਸੀ, ਤੇ ਉਹ ਕਿਸੇ ਕੁੜੀ ਨੂੰ ਛੇੜ ਬੈਠਾ ਤੇ ਉਹਨੂੰ ਨਾ ਫੜ ਕੇ ਦੋਵੇਂ ਤਰੇ ਚਾਰੇ ਪੰਜੇ ਮੁੰਡੇ ਮਾਰਨ ਲੱਗੇ। ਤੇ ਇੱਕ ਸਾਡਾ ਯਾਰ ਸੀ ਵੱਡ ਤੇ ਉਹ ਕੋਲੋਂ ਲੰਘਿਆ ਤੇ ਉਹਨੇ ਕਿਹਾ ਮਾਰੋ ਇਹਨੂੰ ਹਰਾਮਦੇ ਨੂੰ, ਮਾੜਾ ਹਰਾਮਦਾ। ਮਤਲਬ ਮਾੜਾ ਹੋ ਕੇ ਤੇ ਉਹਨਾਂ ਦੀ ਕੁੜੀ ਨੂੰ ਛੇੜਦਾ ਪਿਆ। ਇਹੋ ਹੀ ਕੰਮ ਜੇ ਮਤਲਬ ਜੱਟਾਂ ਦੇ, ਗੁਜਰਾਂ ਦੇ, ਮਲਕਾਂ ਦੇ ਮੁੰਡੇ ਨੇ ਕੀਤਾ ਹੁੰਦਾ ਤੇ ਫਿਰ ਤੇ ਕਿਸੇ ਨਹੀਂ ਸੀ ਨਾ ਇਹਨੂੰ ਮਾਰਨਾ। ਮਾਰਿਆ ਤਾਂ ਵੀ ਘੁਮਿਆਰਾਂ ਦਾ ਮੁੰਡਾ ਮਾੜਾ। ਲੇਕਿਨ ਲਾਵਾ ਸਾਹਿਬ, ਉਹ ਜਿਹੜੀ ਖਾਤੂਨ ਦੀ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਦੇ ਮੁਤਲਕ ਤਾਂ ਮੈਂ ਸੁਣਿਆ ਸੀ ਇੱਕ ਹੋਰ ਮੁਜਾਹਿਦਾ ਕੋਲੋਂ ਕਿ ਉਹ ਤੇ ਆਂਦੇ ਨੇ 1 ਸਾਲ ਪਹਿਲਾਂ ਇਸਲਾਮ ਕਬੂਲ ਕਰ ਚੁੱਕਿਆ। ਬਈ ਹੁਣ ਸਾਨੂੰ ਵੀ ਨਹੀਂ, ਸਾਨੂੰ ਤੁਹਾਡੇ ਬਾਰੇ ਵੀ ਨਹੀਂ ਪਤਾ। ਤੁਸੀਂ ਇਸਲਾਮ ਵਿੱਚ ਹੋ ਕਿ ਕਾਦੀਆਨੀਅਤ ਚ, ਜੋ ਤੁਸੀਂ ਕਹਿ ਰਹੇ ਹੋ ਉਹੀ ਹੋਏਗਾ। ਮੈਂ ਕਹਿੰਦਾ ਅਗਰ ਇੱਕ ਬੰਦਾ ਤੁਹਾਨੂੰ ਸਾਹਮਣੇ ਗਵਾਹੀ ਦਿੰਦਾ ਪਿਆ, ਉਹਨੂੰ ਤੁਸੀਂ ਉਹਦੀ ਗਲਤੀ ਦੱਸੋ ਨਾ। ਅਗਰ ਉਹ ਸਾਹਮਣੇ ਤੁਹਾਡੇ ਕਹਿੰਦਾ ਮੈਂ ਮੁਸਲਮਾਨ ਹਾਂ, ਜਾਂ ਉਹ ਕਹਿੰਦਾ ਮੈਂ ਜਮਾਤ ਅਹਿਮਦੀਆ ਨਾਲ ਮੇਰਾ ਤਲਕ, ਤੁਸੀਂ ਮਜਬੂਰ ਹੋ ਉਹਦੇ ਉੱਤੇ ਇਤਬਾਰ ਕਰਨ ਤੇ, ਕਿਉਂਕਿ ਤੁਸੀਂ ਉਹਨੂੰ ਕੋਈ। ਤੇ ਫਿਰ ਅਗਰ ਉਹ ਇਸ ਤਰ੍ਹਾਂ ਦੀ ਕੋਈ 2 ਨੰਬਰੀ ਕਰਦਾ ਪਿਆ ਤੇ ਉਹਨੂੰ ਉਹਦੀ 2 ਨੰਬਰੀ ਪੇਸ਼ ਕਰਕੇ, ਸਬੂਤ ਪੇਸ਼ ਕਰਕੇ ਉਹਨੂੰ ਦੱਸੋ ਵੀ ਤੇਰਾ ਅਸੀਂ ਲਗੇ ਨਾ ਕੱਟਣ ਇਸ ਵਜ੍ਹਾ ਤੋਂ, ਕਿਉਂਕਿ ਤੂੰ ਜ਼ਿਆਦਤੀ ਕਰਦੀ ਪਈ ਹੈ। ਉਹਨੂੰ ਤਾਂ ਪਤਾ ਲੱਗਿਆ ਇੱਥੇ ਟਿਕਟਾਂ ਤੇ ਜਿਸੇ ਰੋਲਾ ਪਿਆ ਵੀ ਤੇਰਾ ਖਰਾਜ ਹੋ ਗਿਆ, ਖਰਾਜ ਹੋ ਗਿਆ। ਫਰਜ਼ ਕਰ ਲਓ ਤੁਹਾਡੀ ਗੱਲ ਨੂੰ ਦਰੁਸਤ ਵੀ ਮੰਨ ਲਿਆ ਜਾਏ ਕਿ ਇਸ ਤਰ੍ਹਾਂ ਦਾ ਕੋਈ ਵਾਕਿਆ ਹੋਇਆ ਹੈ, ਉਹਨਾਂ ਨੇ ਕਿਸੇ ਖਾਤੂਨ ਦੇ ਸਾਹਮਣੇ ਆਖਿਆ, ਹਾਲਾਂਕਿ ਆਖਿਆ ਨਹੀਂ, ਇਹ ਗੱਲ ਝੂਠ ਹੈ। ਲੇਕਿਨ ਅਗਰ ਕਰ ਲਓ 1 ਮਿੰਟ ਵਾਸਤੇ ਮੰਨ ਲਓ ਕਿ ਉਹਨਾਂ ਨੇ ਕਿਹਾ ਵੀ ਹੋਵੇ, ਤਾਂ ਉਹਨਾਂ ਨੂੰ ਉਹਨਾਂ ਦੀ ਗਲਤੀ ਦੱਸਣੀ ਚਾਹੀਦੀ ਨਾ। ਇਹ ਤਾਂ ਇਸ ਹੱਦ ਤੱਕ ਤਾਂ ਠੀਕ ਹੈ ਕਿ ਪੂਰਾ ਪ੍ਰੋਸੀਜਰ ਹੋਣਾ ਚਾਹੀਦਾ, ਬਕਾਇਦਾ ਉਹਨਾਂ ਨੂੰ ਦੱਸਿਆ ਜਾਏ ਕਿ ਇਹ ਤੇਰੀ ਵਜ੍ਹਾ ਹੈ। ਇਹ ਤਾਂ ਗੱਲ ਠੀਕ ਹੈ ਤੁਹਾਡੀ। ਲੇਕਿਨ ਉਹਨਾਂ ਦੀ ਗੱਲ ਮੈਂ ਉਮਰ ਰਬਾਬ ਸਾਹਿਬਾ ਕੋ ਸੁਣੀ ਸੀ, ਕਿ ਉਹ ਆਂਦੇ ਕਿ ਇਹਨਾਂ 1 ਸਾਲ ਪਹਿਲੋਂ ਮੈਨੂੰ ਆਖਿਆ ਸੀ ਜਾਂ ਕੁਝ ਅਰਸਾ ਪਹਿਲੋਂ, ਉਹਦੀ ਗਵਾਹੀ ਤਾਂ ਮੈਂ ਸ਼ਾਰਪ ਸ਼ੂਟਰ ਵੀ ਦਿੱਤੀ ਸੀ ਕਿ ਇਹ ਉਹ ਤੇ ਆਪਣੇ ਦੁੱਖ ਨਾਲ ਲੱਗੀ ਸੀ ਨਾ ਕਰਨਾ। ਉਹਦੇ ਸਾਹਮਣੇ ਬਾਪ ਦੇ ਸਿੱਧਾ ਕਰਦੇ ਆ, ਨਹੀਂ ਝੂਠਾ ਵੀ ਕਹਿੰਦੀ, ਫਿਰ ਉਹ ਗੱਲ ਕਿਉਂ ਨਹੀਂ ਮੰਨਦੇ ਆ ਲੋਕ? ਉਹ ਵੀ ਗੱਲ ਮੰਨਣ ਨਾ। ਅੱਲਾਹੁ ਅਕਬਰ। ਮੈਂ ਕਹਿੰਦਾ ਕਿ ਇਹੋ ਜਿਹੇ ਬੰਦੇ ਦੀ ਗਵਾਹੀ ਜਿਹੜੀ ਹੈ ਉਹ ਕਾਬਿਲ ਕਬੂਲ ਹੋ ਸਕਦੀ ਹੈ, ਜਿਹਦਾ ਆਪਣਾ ਇਹ ਬਿਆਨ ਹੋਵੇ ਕਿ ਮੇਰੇ ਬੱਚੇ ਜਿਹੜੇ ਨੇ ਉਹ ਕਾਦੀਆਨੀ ਸ਼ੋਹਰ ਚ ਨੇ, ਪਤਾ ਨਹੀਂ ਉਹ ਬੱਚੇ ਹੈ ਵੀ ਨੇ ਕਿ ਨਹੀਂ ਹੈ, ਹੁਣ ਪਤਾ ਨਹੀਂ, ਮਤਲਬ ਇਹ ਨਿਕਾਹ ਹੈ ਵੀ ਹੈ ਕਿ ਨਹੀਂ ਹੈ, ਮੈਂ ਉਹਦੀ ਤਲਾਕ ਕੀ ਲਵਾਂ ਤੇ ਮੈਂ ਉਹਨੂੰ ਰੱਖਾਂਗੀ ਤੇ ਛੱਡਾਂਗੀ। ਤੇ ਇਹਨਾਂ ਦੇ ਸ਼ੋਹਰ ਹੈ, ਇਹਨਾਂ ਦੀ ਅਹਿਮਦੀ ਨਾਲ ਸ਼ਾਦੀ ਹੋਈ ਸੀ ਪਹਿਲਾਂ? ਜੀ ਇਦਰੀਸ ਨਾਲ। ਅੱਛਾ, ਉਹ ਜਿਹੜੇ ਨੇ 17 ਵਾਲੇ। ਨਹੀਂ ਮੈਨੂੰ ਜ਼ਿਆਦਾ ਨਹੀਂ ਪਤਾ ਪਾਕਿਸਤਾਨ, ਲੇਕਿਨ ਤੇ ਮੇਰੇ ਪਾਸ ਉਹ ਇਦਰੀਸ ਹੈ ਬੰਦਾ, ਉਹਦੇ ਨਾਲ ਸ਼ਾਦੀ ਹੋਈ ਤੇ ਉਹ ਇੱਥੇ ਉਹਨਾਂ ਆਪ ਹੀ ਬਿਆਨ ਕੀਤਾ ਸੀ ਤੇ ਕੋਈ ਉਹਦੇ ਚ ਕੋਈ ਐਡ ਅਪ ਨਹੀਂ ਕਰਨਾ ਚਾਹੁੰਦੇ। ਉਹਨਾਂ ਕਿਹਾ ਕਿ ਮੈਂ ਇੱਥੇ ਆਈ ਤਾਂ ਮੈਨੂੰ ਪਤਾ ਲੱਗਾ ਕਾਦੀਆਨੀ, ਮੈਨੂੰ ਤਾਂ ਪਤਾ ਨਹੀਂ ਸੀ। ਫਿਰ ਉਹਨਾਂ ਕਿਹਾ ਫਿਰ ਤਲਾਕ ਲੈ ਲਈ। ਨਹੀਂ ਮੈਂ ਤੇ ਉਹਨੂੰ ਨਿਕਾਹ ਹੀ ਨਹੀਂ ਸਮਝਦੇ, ਫਿਰ ਉਹ ਤਾਂ ਮੈਂ ਤਲਾਕ ਕੀ ਲਵਾਂ? ਮੈਂ ਤਾਂ ਸਮਝਦੀ ਹਾਂ ਜੋ ਕੋਈ ਹੋਇਆ ਫਰਾਡ ਹੀ ਹੋਇਆ। ਬੱਚੇ 4 ਨੇ ਮੇਰੇ ਨਾਲ। ਮਤਲਬ ਇੰਨਾ ਚਿਰ ਪਤਾ ਹੀ ਨਹੀਂ ਲੱਗਾ। ਛੱਡੋ ਪਰ ਮੈਂ ਕਹਿੰਦਾ ਉਹਦਾ ਕਿੰਨਾ ਕੁ ਬੰਦਾ ਇਹੋ ਜਿਹੇ ਬੰਦੇ ਦਾ ਡਿਸਕਸ ਕਰ। ਮੈਂ ਸਿਰਫ ਇੱਕ ਇਸ਼ਾਰਾ ਦੇ ਦਿੱਤਾ ਤੁਹਾਨੂੰ ਕਿ ਉਸ ਬੰਦੇ ਦੀ ਗਵਾਹੀ ਤੁਹਾਡੀ ਨਜ਼ਰ ਚ ਕਾਬਿਲ ਕਬੂਲ ਹੈ। ਡਾਊਟਫੁਲ ਹੋ ਜਾਣਾ ਹਾਂ, ਤੇ ਫਿਰ ਅਗਰ ਉਹਨੇ ਕਹਿ ਦਿੱਤਾ ਤੇ ਉਹਦੀ ਕੋਈ ਅਹਿਮੀਅਤ ਨਹੀਂ ਹੈ। ਅਗਰ ਇਸ ਵਜ੍ਹਾ ਤੋਂ ਜਮਾਤ ਨੂੰ ਤਾਂ ਖਰਾਜ ਕੀਤਾ, ਇਹਦੇ ਬਿਆਨ ਤੇ ਜਮਾਤ ਨੇ ਖਰਾਜ ਕੀਤਾ। ਜਮਾਤ ਦਾ ਨਿਜ਼ਾਮ ਇੱਕ ਜ਼ੁਲਮ ਦਾ ਨਿਜ਼ਾਮ ਹੈ, ਇਲੀਗਲ ਸਿਸਟਮ ਹੈ। ਲੀਗਲ ਨਿਜ਼ਾਮ ਹੁੰਦਾ, ਲੀਗਲ ਲੋਕ ਹੁੰਦੇ ਤੇ ਉਹ ਕਹਿੰਦੇ ਭਈ ਇਸ ਖਾਤੂਨ ਦੇ ਬਾਰੇ ਸਾਡੇ ਕੋਲ ਰਿਪੋਰਟਾਂ ਆ ਰਹੀਆਂ ਨੇ ਕਿ ਇਹਨੇ ਇਸਲਾਮ ਕਬੂਲ ਕਰ ਰਿਹਾ, ਉਹਨੂੰ ਬੁਲਾ ਕੇ ਪੁੱਛਿਆ ਜਾਂਦਾ
ਕਿ ਤੂੰ ਕਿਆ ਛੋੜ ਦਿੱਤੀ ਜਮਾਤ? ਨਹੀਂ, ਤੇ ਤੇਰੀਆਂ ਐਕਟੀਵਿਟੀਜ਼ ਤੇ ਨਜ਼ਰ ਰੱਖਾਂਗੇ ਅਸੀਂ, ਅਗਰ ਤੂੰ ਕੋਈ ਕੀਤਾ ਤੇ ਤੈਨੂੰ ਅਸੀਂ ਵਾਰਨਿੰਗ ਦੇਵਾਂਗੇ, ਨਾ ਹੋਇਆ ਤੇ ਫਿਰ ਤੇਰਾ ਅਖਰਾਜ ਕਰ ਦਿਆਂਗੇ। ਇਹ ਹੁੰਦਾ ਤਰੀਕਾ। ਭਾਈ ਸਾਹਿਬ ਇੱਥੇ ਇਟਲੀ ਦੇ ਵਿੱਚ ਮੁੰਡਾ ਸੀ, ਜਦੋਂ ਮੈਂ 2008 ਚ ਆਇਆ ਨਾ, ਉਹਦੇ ਕੋਲ ਡਾਕੂਮੈਂਟ ਵੀ ਨਹੀਂ ਸਨ ਇਟਲੀ ਦੇ। 3 ਵਾਰੀ ਜਿਹੜੀ ਕ੍ਰਿਮੀਨਲ ਪੁਲਿਸ ਉਹਨਾਂ ਉਹਨੂੰ ਖੜ ਕੇ ਥਾਣੇ ਦੱਸਿਆ 3 ਵਾਰੀ, ਇਹ ਤੇਰੇ ਫੇਸਬੁੱਕ ਦੀਆਂ ਆਈਡੀਆਂ ਨੇ ਤੇ ਇਹ ਤੇਰੀਆਂ ਹਰਕਤਾਂ ਨੇ ਤੇ ਡਾਕੂਮੈਂਟ ਤੇਰੇ ਕੋਲ ਕੋਈ ਨਹੀਂ। ਜ਼ੀਲ ਦਾ ਤੇਰਾ ਕੇਸ ਹੈ, ਉਹ ਵੀ ਅਪੀਲ ਹੈ, ਪਤਾ ਨਹੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਤੇ ਤੂੰ ਬੰਦੇ ਦਾ ਪੁੱਤਰ ਬਣ ਜਾ, ਆਪਣੇ ਆਪ ਨੂੰ ਸਿੱਧਾ ਕਰ ਲੈ। ਨਾ ਸਿੱਧਾ ਹੋਇਆ। 3 ਵਾਰੀ ਉਹਨਾਂ ਸਿੰਮਾਂ ਵੀ ਉਹਦੀਆਂ ਦੱਸੀਆਂ, ਇਹ ਤੇਰੀਆਂ ਸਿੰਮਾਂ ਨੇ। ਇੱਕ ਦਿਨ ਸਵੇਰੇ ਸਵੇਰੇ ਅਖਬਾਰ ਤੇ ਰੌਲਾ ਪਿਆ, ਪਾਕਿਸਤਾਨੀ ਟੈਰੋਰਿਸਟ ਪਕੜਾ ਗਿਆ, ਪਾਕਿਸਤਾਨੀ ਟੈਰੋਰਿਸਟ ਪਕੜਾ, ਅਖਬਾਰ ਤੇ ਟੀਵੀ ਤੇ ਰੌਲਾ ਪੈ ਗਿਆ ਇੱਥੇ। ਉਹ ਮੇਰੇ ਨਾਲ ਵਾਲੇ ਪਿੰਡ ਦਾ, ਸਾਡੇ ਤੇ ਜਨਾਬ ਤਰੇਲੀ ਆ ਗਈ, ਅਸੀਂ ਆ ਕਿ ਸਾਨੂੰ ਵੀ ਪੁਲਿਸ ਆ ਕੇ ਫੜੇਗੀ, ਉਹ ਤੇ ਸਾਡਾ ਵਾਕਫ ਹੈ ਯਾਰ, ਦੋਸਤ। ਉਹ ਫਿਰ ਬਾਅਦ ਚ ਜਿਸ ਵੇਲੇ ਪੂਰੀ 3-4 ਦਿਨ ਬਾਅਦ ਰਿਪੋਰਟ ਆਈ ਨਾ, ਉਹਨਾਂ ਫਿਰ ਅਖਬਾਰ ਦੇ ਉੱਤੇ ਪੂਰੀ ਉਹਦੀ ਡਿਟੇਲ ਦਿੱਤੀ ਕਿ ਵੀ ਇਸ ਮੁੰਡੇ ਨੂੰ ਅੱਗੇ ਐਡੀ ਵਾਰੀ ਵਾਰਨਿੰਗ ਦਿੱਤੀ ਸੀ। ਹੁਣ ਸਿਰਫ ਕਾਰਬਨਰੀ ਪੁਲਿਸ ਸਾਡੀ ਜਿਹੜੀ ਕ੍ਰਿਮੀਨਲ ਪੁਲਿਸ ਹੁੰਦੀ, ਉਹਨਾਂ ਫੜ ਕੇ ਚੁੱਕ ਕੇ ਜੱਜ ਦੇ ਅੱਗੇ ਪੇਸ਼ ਕਰਕੇ ਇੰਨਾ ਆਖਿਆ ਕਿ ਇਸ ਬੰਦੇ ਕੋਲ ਡਾਕੂਮੈਂਟ ਵੀ ਨਹੀਂ ਹੈ ਤੇ ਇਹ ਇਹਦੀਆਂ ਸਰਗਰਮੀਆਂ ਨੇ। ਉਹ ਫਲਾਣਾ ਮੁੰਡਾ ਜਿਹੜਾ ਜਹਾਜ਼ ਤੇ ਗਿਆ ਵਾ ਮਿਸਰ, ਉੱਥੇ ਸੀਰੀਆ, 2008-9 ਦਾ ਵਾਕਿਆ, ਹੁੰਦਾ ਨਹੀਂ ਵਾਕਿਆ। ਉਹ ਇਹ ਦੀਆਂ ਤਸਵੀਰਾਂ ਨੇ ਉਹਦੇ ਨਾਲ। ਇਹਨੂੰ ਅਸੀਂ ਵਾਰਨਿੰਗ ਵੀ ਦਿੱਤੀ ਹੈ ਤੇ ਸਟਿਲ ਜਿਹੜਾ ਨਾ ਇਹਦੀ ਤਬੀਅਤ ਠੀਕ ਨਹੀਂ ਹੈ ਤੇ ਸਾਡੀ ਰਿਕੁਐਸਟ ਹੈ ਕਿ ਤੁਸੀਂ ਇਹਨੂੰ ਡਿਪੋਰਟ ਕਰ ਦਿਓ। ਜੱਜ ਨੇ ਉਸੇ ਵੇਲੇ ਆਖਿਆ ਠੀਕ ਹੈ, ਲਿਆਓ ਲੈਟਰ ਦੇ ਸਾਈਨ ਕਰਤੇ, ਡਿਪੋਰਟ ਕਰਤੇ। ਇੰਨੀ ਗੱਲ। ਨਾ ਉਹ ਕਿਸੇ ਟੈਰੋਰਿਜ਼ਮ ਐਕਟੀਵਿਟੀ ਵਿੱਚ ਮੁਲਵਸ ਸੀ, ਨਾ ਉਹਨੇ ਟੈਰੋਰਿਜ਼ਮ ਕੀਤੀ ਸੀ, ਲੇਕਿਨ ਉਹਨੂੰ ਸਿਰਫ ਔਰ ਸਿਰਫ ਸ਼ੱਕ ਦੀ ਬਣਾ ਤੇ ਕੱਢਿਆ। ਪਰ ਪਹਿਲਾਂ ਵਾਰਨਿੰਗ ਦਿੱਤੀ 3 ਵਾਰੀ, 2 ਜਾਂ 3 ਵਾਰੀ ਉਹਨੂੰ ਬੁਲਾ ਕੇ ਤੇ ਉਹਨਾਂ ਕਿਹਾ ਕਿ ਤੇਰੀਆਂ ਹਰਕਤਾਂ ਠੀਕ ਨਹੀਂ ਹੈ। ਜਿਹੜਾ ਇਸ ਤਰ੍ਹਾਂ ਕਿਸੇ ਨੂੰ ਆਪਣੇ ਨਿਜ਼ਾਮ ਚੋਂ, ਆਪਣੇ ਰੀਜਨ ਚੋਂ ਚੁੱਕ ਕੇ ਬਾਹਰ ਮਾਰਦਾ ਹੈ ਬਗੈਰ ਵਾਰਨਿੰਗ ਤੋਂ, ਬਗੈਰ ਦੱਸਿਓ ਬੁਝਿਓ, ਉਹ ਲੀਗਲ ਸਿਸਟਮ ਹੈ। ਇਲੀਗਲ ਤੇ ਬਦਮਾਸ਼ੀ ਦਾ ਸਿਸਟਮ ਹੈ। जिसकी लाठी उसकी भैंस। ठीक है, ज्यादती है इस तरह का जी। नहीं, मतलब कि बिल्कुल ही वो खारिज, मतलब वो ना जमात चो खारिज, मतलब हुण अहमदी नहीं रहे, जमात चो मैं ਕੱਢ ਦਿੱਤੇ ਹੈ। ਮਜ਼ਹਬ ਤੇ ਉਹਨਾਂ ਦਾ, ਉਹਨਾਂ ਦੇ ਨਾਲ ਈਮਾਨ ਅਕੀਦਾ ਤੇ ਉਹਨਾਂ ਨੂੰ ਪਤਾ ਹੈ ਤੇ ਉਹਨਾਂ ਦੇ ਰੱਬ ਨੂੰ ਪਤਾ ਹੈ। ਜਮਾਤ ਚੋਂ ਉਹਨਾਂ ਕੱਢ ਦਿੱਤੇ ਹੈ। ਹੁਣ ਬਲਕਿ ਉਹਨਾਂ ਅਦਾਲਤ ਵਿੱਚ ਕੋਈ ਮੇਰੇ ਨਾਲ ਕੇਸ ਕੀਤੇ ਹੈ ਕੋਈ ਇਹਨਾਂ ਦੇ ਖਿਲਾਫ ਕਿ ਮੈਨੂੰ ਬਗੈਰ ਦੱਸਿਓ ਕੱਢ ਦਿੱਤਾ ਗਿਆ ਹੈ ਔਰ ਮੇਰੀ ਹੈ ਜਿਹੜੀ ਹੈ ਮੇਰੇ ਨਾਲ ਜ਼ਿਆਦਤੀ ਜ਼ੁਲਮ ਹੋਈ ਹੈ। ਅੱਲਾਹ ਆਲਮ ਉਹ ਕੇਸ ਕਿਨ ਹੋਈ ਹੈ ਤੇ ਕਿੱਥੇ ਪਹੁੰਚੀ, ਲੇਕਿਨ ਕੋਈ ਕੇਸ ਸ਼ੇਸ ਹੋਇਆ। ਇਹ ਵੀ ਉਸੇ ਤਰ੍ਹਾਂ ਮੇਰੇ ਨਜ਼ਦੀਕ ਗਲਤ ਹੈ ਕਿ ਕਿਸੇ ਨੂੰ ਕੋਈ ਤੁਸੀਂ ਕੱਢ ਨਹੀਂ ਸਕਦੇ ਕਿਸੇ ਚੀਜ਼ ਜੋ ਕਿ ਉਹ ਤੁਹਾਡੇ ਨਾਲ ਇਖਤਲਾਫ ਕਰਦਾ। ਤੇ ਫਿਰ ਉਸ ਤੋਂ ਬਾਅਦ ਉਹਦੀ ਵਜ੍ਹਾ ਵੀ ਦੱਸੀ। ਇੱਕ ਆਡੀਓ ਚੱਲਦੀ ਸੀ ਬਸ ਜਿਹਦੇ ਚੋਂ ਗਾਲਾਂ ਗੋਲਾਂ ਨਾ ਕੱਢੀਆਂ ਨੇ ਕਿਸੇ ਅਮੀਰ ਨੂੰ, ਉਸ ਤੋਂ ਇਲਾਵਾ ਤਾਂ ਕੋਈ ਐਸਾ ਪ੍ਰੂਫ ਨਹੀਂ। ਤੇ ਉਹਦੀ ਵੀ ਇੱਕ ਵਾਰਨਿੰਗ ਹੋਣੀ ਚਾਹੀਦੀ ਘੱਟ ਤੋਂ ਘੱਟ ਕੇ ਤੇਰੇ ਹਰਕਤਾਂ ਠੀਕ ਨੇ, ਇਹਦੇ ਚ ਸੁਧਾਰ ਲੈ। ਫਿਰ ਜਿਵੇਂ ਤੁਸੀਂ ਤਿੰਨ ਗੱਲਾਂ ਕਰਦੇ ਹੋ, 3 ਦੇ ਵਜ਼ੀਰਾਂ ਹੁੰਦੇ ਛੜੀਆਂ ਨਾ, ਇਹ ਤੇ ਫਿਰ ਇੱਕ ਬੜਾ ਵੱਡਾ ਮਾਮਲਾ। ਬੜਾ ਸਮਝ ਜ਼ਿਆਦਤੀ ਚ ਹੁੰਦਾ। ਉਹ ਆਡੀਓ ਜਿਹੜੀ ਉਹ ਖਰਾਜ ਤੋਂ ਬਾਅਦ ਦੀ ਮਤਲਬ ਉਹ ਰੀਜ਼ਨ ਹੈ। ਹਾਂਜੀ ਅਮਰ ਭਾਈ, ਇੱਕ ਚੀਜ਼ ਤੁਸੀਂ ਨੋਟ ਕਰੋਗੇ ਕਿ ਕਦੇ ਵੀ ਕੋਈ ਇਹੋ ਜਿਹਾ ਇਸ਼ੂ ਬਣਦਾ ਹੈ ਨਾ, ਠੀਕ ਹੈ, ਔਰ ਮੁਸਲਮਾਨ ਇੱਕ ਸਾਈਡ ਤੇ ਹੋਣ ਦੇ ਤੇ ਮੁਹਤਰਮਾ ਆਣ ਦੀਆਂ ਔਰ ਟੋਟਲੀ ਅਗੇਂਸਟ ਗੱਲ ਕਰਨ ਦੀ, ਮੈਂ ਬਾਅਦ ਚ ਆਉਣਾ ਥੋੜੀ ਜਿਹੀ। ਸਿਰਫ ਪਾਕਿਸਤਾਨ ਨੇ ਇਹਨਾਂ ਨੂੰ 1974 ਚ ਜਿਹੜਾ ਕਾਨੂੰਨ ਬਣਾਇਆ ਹੈ ਨਾ, ਉਹ ਜ਼ੁਲਮ ਹੈ। ਇਹ ਜੋ ਵੀ ਕਿਸੇ ਨਾਲ ਕਰਦਾ ਕੋਈ ਜ਼ੁਲਮ ਨਹੀਂ। ਰਾਤੀ ਮੈਨੂੰ ਸੈਣੀ ਸਾਹਿਬ ਦੀ ਬਰਾੜ ਤੇ ਮੁਸਲਸਲ 15-20 ਮਿੰਟ ਟੋਨੀ ਨੇ ਗਾਲਾਂ ਕੱਢੀਆਂ ਤੇ ਹੁਸੈਨੀ ਸਾਹਿਬ ਨੇ ਕਿਹਾ ਮਿਸਾਲ ਦੇ ਕੇ, ਬਈ ਜੇ हजरत अबू बकर सदीक वाली मिसाल के भाई अगला गालां कढ़दा पिया सी ते नबी पाक ने फरमाया तेरी तरफों फरिश्ता जवाब दे रहा ते जदों तू जवाब दिता ते फरिश्ते चले गए ते मैं भी आ गया। ये गल हुसैनी साहब ने मिसाल दे के ते उन्हें आख्या भाई तुसी ते मजलूम बनी जा रहे हो। टोनी साहब 15 मिनट दी गालां तुसी पे कढ़दे हो अमर नूं ते उत्तों तुसी मजलूम बने हो कि जी तुहाडे खिलाफ तुहाडे नाल ज़्यादती करदे ने। उत्थे अमर अपनी बराड़ दे उत्ते ज़्यादती करदा तुहाडे नाल
ਨਾਲੇ ਤੁਸੀਂ ਮਜ਼ਲੂਮ ਬਣੇ ਹੋ, ਨਾਲੇ 15 ਮਿੰਟ ਦੀਆਂ ਤੁਸੀਂ ਉਹਨੂੰ ਗਾਲਾਂ ਕੱਢ ਰਹੇ ਹੋ। ਨਹੀਂ, ਇਹਨੇ ਆਪਣੀ ਬਰਾੜ ਤੇ ਸਾਨੂੰ ਗਾਲਾਂ ਕੱਢੀਆਂ। ਡਬਲ ਸਟੈਂਡਰਡ ਹੈ ਨਾ ਫਿਰ। ਹਾਂਜੀ, ਇੱਥੇ ਹੋਇਆ ਪਿਆ ਕਿ ਚੋਰ ਵੀ ਕਹੇ ਚੋਰ ਚੋਰ, ਜਿਹੜੇ ਆਪ ਜ਼ਾਲਮ ਨੇ ਉਹ ਮਜ਼ਲੂਮ ਬਣੇ। ਕਿਰੇ ਔਰਤ ਕਾਰਡ ਖੇਡਦੇ ਨੇ, ਕਿਰੇ ਮਜ਼ਲੂਮੀਅਤ ਕਾਰਡ ਖੇਡਦੇ ਨੇ, ਮਾਈਨੋਰਿਟੀ ਕਾਰਡ ਖੇਡਦੇ ਨੇ। ਸਾਡੇ ਨਾਲ ਜ਼ੁਲਮ ਹੋ ਗਿਆ। ਇੱਥੇ ਹੁਣ ਤੁਹਾਡੇ ਸਾਹਮਣੇ ਦਾ ਵਾਕਿਆ ਤੁਸੀਂ ਖੁਦ ਹੰਡਿਆ ਵਰਤਿਆ। 10-15 ਮਿੰਟ ਪਹਿਲੇ ਅਸੀਂ ਕੋਈ ਗੱਲ ਤੇ 3 ਘੰਟੇ ਦੀ ਕਰਦੇ ਹਾਂ, 2.5-3 ਘੰਟੇ ਹੋ ਗਏ, ਮੇਰੇ ਕੋਲ 12 ਹੋ ਗਏ ਨੇ, ਤੇ ਮੇਰਾ ਖਿਆਲ 9 ਵਜੇ ਦਾ ਤੇ ਮੈਂ ਵੀ ਇਸ ਬਰਾੜ ਤੇ ਹੋਵਾਂਗਾ ਜੀ। ਇਹ ਬੰਦੇ ਨੇ ਆ ਕੇ ਕੀ ਕੀਤਾ ਸ਼ਾਹਰੁਖ ਨੇ? ਇਹ ਹੁਣੇ ਪਰਾਂ ਜਾ ਕੇ ਵੇਖੋ ਤੇ ਉਹ ਆਖਣਗੇ ਅਸੀਂ ਬੜੇ ਮਜ਼ਲੂਮ ਆ, ਸਾਡੇ ਨਾਲ ਬੜਾ ਇਹਨਾਂ ਜ਼ੁਲਮ ਕੀਤਾ, ਸਾਨੂੰ ਖਲੋਣ ਹੀ ਨਹੀਂ ਦਿੰਦੇ, ਸਾਨੂੰ ਗਾਲਾਂ ਕੱਢਦੇ ਨੇ। ਕੋਈ ਐਸਾ ਵਾਕਿਆ ਤਾਂ ਹੋਇਆ ਨਹੀਂ। ਮੈਂ ਵੀ ਤੁਹਾਡੇ ਨਾਲ ਹੀ ਤੁਹਾਡੇ ਤੋਂ 2 ਮਿੰਟ ਪਹਿਲਾਂ ਆਇਆ ਹੋਣਾ ਤੇ ਭਾਈ ਨੇ ਆ ਕੇ ਆਪਣੀ ਬੱਕਰੀ ਕਿਸ਼ਤੀ ਚਲਾ ਲਈ ਹੈ, ਪਤਾ ਨਹੀਂ ਕੀ। ਫਿਰ ਇੱਕ ਦਫਾ ਨਹੀਂ, ਫਿਰ ਦੂਸਰੀ ਦਫਾ ਵੀ ਆ, ਫਿਰ ਤੀਸਰੀ ਦਫਾ ਆ ਕੇ ਸਮਝ ਨਹੀਂ ਆਉਂਦੀ ਗੱਲ ਦੀ। ਆਪਣੀ ਗੱਲ ਤੇ ਪਤਾ ਨਹੀਂ ਕਿਸ ਤਰ੍ਹਾਂ ਕਹਿ, ਉਹ ਤਾਂ ਇੰਝ ਨਾ ਜਿਵੇਂ ਸਵਾਬ ਸਮਝ ਕੇ ਕਰਦੇ ਆ। ਮੈਂ ਤੇ ਬਿਮਾਰ ਸਮਝਦਾ ਜੈਸੇ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਜਿਵੇਂ ਨਾ ਇਹ ਰਵੱਈਏ ਕਰਕੇ ਤੇ ਪਤਾ ਨਹੀਂ ਕੋਈ ਚੀਜ਼ ਹਾਸਲ ਕਰ ਲੈਣਗੇ ਜਾਂ ਕੋਈ ਮੇਰਾ ਮਤਲਬ ਕਿਸੇ ਤਜ਼ਦੀਕ ਕਰਕੇ ਉਹ ਜਿੱਤ ਲੈਣਗੇ। ਇਹ ਖਾਮ ਖਿਆਲੀਆਂ ਹੁੰਦੀਆਂ ਨੇ, ਆਪਣਾ ਆਪ ਹੀ ਬੰਦਾ ਛੋਟਾ ਕਰ ਉਸਤਾਦ ਜੀ ਯਾਦ ਆਇਆ ਤੁਹਾਡੇ ਤੋਂ ਥੋੜੇ ਦਿਨ ਪਹਿਲੇ ਮੈਂ ਤੋਰੀਏ ਦੇ ਹਵਾਲੇ ਦੇ ਨਾਲ ਹਵਾਲਾ ਮੰਗਿਆ ਸੀ, ਅਗਰ ਵਕਤ ਦਸਤਿਆਬ ਹੋਏ ਤੇ ਦੇ ਦੇਣਾ। ਗੱਲ ਤੇ ਤੁਸੀਂ ਕੋਈ ਪਿੱਛੇ ਪਰ ਗੱਲ ਮੈਨੂੰ ਭੁੱਲ ਗਈ, ਮੈਨੂੰ ਦੁਬਾਰਾ ਮੈਸੇਜ ਕਰਨਾ ਪੈਣਾ। तोरिया जिथे फरमाया कि हज़रत ईसा अलैहि सलाम ने बड़ा तोरिया किया, एक वो सी ते एक दूसरा फरमाया भी बेहतर वो है जो तोरिया से परहेज करे। वो दो हवाले चीज वो ही रूहानी गिज़ा ने नामी जिल्द चो। हाँ बिल्कुल उत्तर मजबूत। चलो मैं भी थोड़ी देर बाद बिजी होने लगा, 5-10 मिनट रह गए ने, तो गलबात कर लो जिन्हें करनी है, तो नहीं तो फिर वक्फा करो। इजाजत दो। अस्सलाम वालेकुम साਰਿਆਂ ਨੂੰ ਭਾਈ, ਬਹੁਤ ਸ਼ੁਕਰੀਆ। ਕੋਈ ਵੀ ਬੰਦਾ ਆ ਕੇ ਸਾਡੇ ਨਾਲ ਸਰ ਗੱਲ ਕਰਦਾ, ਐਸੀ ਪਹਿਲ ਨਹੀਂ ਕਿਸੇ ਨਾਲ ਕਰਦੇ ਹੈ, ਔਰ ਨਾ ਹੀ ਸਾਡੀ ਖਾਸ਼ ਹੁੰਦੀ ਕਿਸੇ ਨਾਲ ਪਹਿਲ ਕਰਨ ਦੀ। ਇਹਨਾਂ ਦਾ ਆਗਾਜ਼ ਹੀ ਗੁਫ਼ਤਗੂ ਦਾ ਇੱਥੋਂ ਹੁੰਦਾ ਹੈ। ਤੁਸੀਂ 72 ਜਨਮੀ ਹੋ, ਅਸੀਂ ਜਿਹੜੇ ਆ ਜਨਤੀ ਆ। ਇਹ ਕਿੱਥੋਂ ਗੱਲ ਲੈ ਕੇ ਆਏ ਨੇ? ਘਰੋਂ ਲੈ ਕੇ ਆਏ ਨੇ, ਵੱਡਿਆਂ ਨੇ ਉਹਨਾਂ ਨੂੰ ਦੱਸੀ, ਉਹਨਾਂ ਦੇ ਸਰਬਰਾਹਾਂ ਨੇ ਉਹਨਾਂ ਨੂੰ ਲਿਖ ਕੇ ਦਿੱਤੇ ਆ। ਤੁਸੀਂ ਜਨਤੀ ਟੋਲਾ ਹੋ ਤੇ ਇਹ ਸਾਰੇ ਜਨਮੀ ਨੇ ਤੇ ਗੁਮਰਾਹ ਨੇ ਤੇ ਜ਼ਾਨੀ ਨੇ ਤੇ ਸ਼ਰਾਬੀ ਨੇ ਤੇ ਮੁੱਲਾਂ ਤੇ ਮੁੱਲਾਂ। ਮੈਂ ਤਰਬੀਅਤ ਹੀ ਹੈ, ਕਿਤਾਬਾਂ 'ਚ ਇਹ ਲਿਖਿਆ नहीं तो 72-73 बन के तो वो नहीं ना काम हो सकता। उत्ते भी 2 ही सन ना, लोरी भी मौजूद सन। सारा साल 1.5 साल के बाद जाके पता चले उत्ते की गई है। जफरुल्लाह साहब आए तो उन्होंने दस्या कि भाई इत्थे भी झूठ मारते ने, उत्थे भी 2 सन, एक नहीं सन। कि लोरिया नु करा दिता, एक ना करार दिता। तो बल्कि कल ते मेरे ख्याल जफरुल्लाह साहब का मुनाजरा वगैरह भी हुआ है, वो डिग्गी बूथी वाले दे नाल की ना दा अंसर दा सैयद जफरुल्लाह शाह। हाँ जी, मैं देख रहा था कि गुफ्तगू कर रहे थे, कह रहे थे मैं 10-15 मिनट बाद आना। अच्छा, मैं पूछने लगा सा कि अंसर रजा आयत पढ़ना क्यों नहीं है? फलानी सूरत जी एनी नंबर है, फलानी सूरत जी एनी नंबर, फलानी सूरत एनी नंबर। आयत पढ़ना क्यों नहीं, तर्जमा क्यों नहीं करता ਉਹਦਾ ਲਫ਼ਜ਼ ਬਲਫ਼ਜ਼? ਇਹਨਾਂ ਨੇ ਪੜ੍ਹ ਲਈਆਂ ਨੇ ਜਿੰਨੀਆਂ ਇਹਨਾਂ ਕੋ ਪੜ੍ਹੀਆਂ ਜਾ ਸਕਦੀਆਂ ਸਨ। ਹੁਣ ਅੱਲਾ ਦੀ ਮਾਰ ਹੈ, ਜਦੋਂ ਬੰਦਾ ਇੰਤਹਾ ਕਰ ਦਿੰਦਾ ਨਾ ਜ਼ੁਲਮ ਦੀ, ਜ਼ਿਆਦਤੀ ਦੀ, ਕੁਰਾਨ ਨਾਲ ਹੇਰਾਫੇਰੀ ਦੀ, ਕੁਰਾਨ ਨਾਲ ਖਿਲਵਾੜ ਦੀ, ਅੱਲਾਹ ਤਾਲਾ ਫਿਰ ਉਹਦੇ ਤੇ ਰੋਕ ਲਾ ਦਿੰਦਾ ਹੈ। ਫਿਰ ਜ਼ੁਬਾਨਾਂ ਹੀ ਕੰਮ ਨਹੀਂ ਕਰਦੀਆਂ, ਪੜ੍ਹਿਆ ਹੀ ਨਹੀਂ ਜਾਂਦਾ, ਕਿਰੇ ਜ਼ੁਬਾਨ ਸਾਥ ਨਹੀਂ ਦਿੰਦੀ, ਕਿਰੇ ਕੁਰਾਨ ਸਾਥ ਨਹੀਂ ਦਿੰਦਾ, ਲਫ਼ਜ਼ ਨਹੀਂ ਸਿੱਧੇ ਮੂੰਹ 'ਚ ਨਿਕਲਦਾ। ਮੈਂ ਤਾਂ ਦੁਆ ਇਲਤਮਾਸ ਕਰਨਾ ਮਿਸਟਰ ਐਕਸ ਸਾਹਿਬ ਸੇ, ਥੋੜੀ ਦੇਰ ਇੱਥੇ ਬਹਿ ਗਏ ਨੇ ਤੇ ਉੱਥੇ ਦੇ ਵੀ ਮੋਡਰੇਟਰ ਆਏ ਨੇ, ਉੱਥੇ ਵੀ ਜਾ ਕੇ ਬਹਿੰਦੇ ਨੇ ਤੇ ਉੱਥੇ ਦੇ ਬੰਦਾ ਜੀ ਜੀ ਇਹ ਜਦੋਂ ਵੀ ਨੈਕਸਟ ਟਾਈਮ ਆਵਣ ਤੁਸੀਂ ਇਹਨਾਂ ਨਾਲ ਰਿਸਪੈਕਟ ਨਾਲ ਪੇਸ਼ ਆਓ। ਬਲਕਿ ਜਿਹੜਾ ਵੀ ਬੰਦਾ ਆਉਂਦਾ ਹੈ ਪਹਿਲ ਕਿਸੇ ਨਾਲ ਵੀ ਨਾ ਕਰੋ। ਨਹੀਂ ਕਦੀ ਜਦੋਂ ਅਗਲਾ ਪਹਿਲ ਕਰੇ, ਤੁਸੀਂ ਮੈਨੂੰ ਇੱਕ ਮਿਸਾਲ ਦੇ ਦਿਓ ਕਿ ਅਸੀਂ ਕਦੀ ਪਹਿਲ ਕੀਤੀ ਹੋਈ ਜਾਂ ਕਿਸੇ ਨੇ ਦਿੱਤੀ ਵੀ ਹੈ ਤੇ ਅਸੀਂ ਖਾਮੋਸ਼ੀ ਇਖਤਿਆਰ ਕਰ ਲਈ।
ਠੀਕ ਹੈ एहतराम ਦਾ। ਲੇਕਿਨ ਕੀ ਕਹੀਦਾ ਜਿੱਥੇ ਰਹਿ ਗਈ ਗੱਲ ਮਰਜ਼ਈਆਂ ਦੀ ਕਿ ਉਹ ਆ ਕੇ ਅਗਰ ਬਕਵਾਸ ਕਰਨਗੇ ਤੇ ਅਸੀਂ ਖਾਮੋਸ਼ ਹੈ, ਉਹ ਮੁਮਕਿਨ ਨਹੀਂ ਨਾ, ਫਿਰ ਉਹਨਾਂ ਨੂੰ ਉਲਾਮ ਹਾਲ ਜਿਹੜਾ ਉਹ ਜਵਾਬ ਦੇਣਾ ਹੀ ਪੈਣਾ। ਇਹ ਹੁਣ ਦੇਖੋ ਜੀ ਬਗੈਰਤੀ ਕਰਕੇ ਗਿਆ ਹੈ ਵਾਲੇकुम अस्सलाम ਇਸ ਵੀ ਕੀ ਹਾਲ ਹੈ। ਇਹ ਅਸਦ ਭਾਈ ਇਹ ਉਹੀ ਨੇ ਨਾ ਮਿਸਟਰ ਐਕਸ ਸਾਹਿਬ ਗਲਬਨ ਹਾਮਿਦ ਇਹਨਾਂ ਦਾ ਨਾਮ ਹੈ। ਇਹ ਮੈਨੂੰ ਤਾਂ ਕੁਝ ਦੂਸਰਾ ਨਾਮ ਦੱਸਿਆ ਉਹਨਾਂ ਨੇ ਹਾਮਿਦ। ਹਾਮਿਦ ਆਈ ਥਿੰਕ ਇਹਨਾਂ ਨੂੰ ਹਾਮਿਦ ਕਹਿ ਕੇ ਕਾਲ ਕਰਦੇ ਨੇ ਮੇ ਵੀ ਕੋਈ ਨਹੀਂ ਹੋਰ ਤੇ ਗੁਜਰਾਂ ਵਾਲੇ ਦੇ ਨੇ, ਗੁਜਰਾਂ ਦੇ ਥੋੜਾ ਅੱਗੇ ਨੇ ਅਲੀ ਮਾਈਕ ਤੇ ਉਹਨਾਂ ਨੇ ਦੱਸਿਆ ਅਲੀਪੁਰ ਚੱਠੇ ਦੇ। ਅੱਛਾ ਅਹਲੇ ਸੁਨਨਤ ਵਲ ਜਮਾਤ ਤੋਂ ਤਾਲੁਕ ਉਹਨਾਂ ਦਾ ਤੇ ਉਹ ਕੋਈ ਬੰਦਾ ਭਾਈ ਸਾਹਿਬ ਉਹਦਾ ਕੋਈ ਵੀ ਨਾ ਹੈ, ਜਦੋਂ ਉਹ ਕਿਸੇ ਦੀ ਗਲਤ ਗੱਲ ਦੀ ਹਮਾਇਤ ਕਰੇਗਾ, ਬੇਜਾ ਹਮਾਇਤ ਕਿਸੇ ਗਲਤ ਨੂੰ ਸਹੀ ਜਾਂ ਸਹੀ ਨੂੰ ਗਲਤ ਕਹੇਗਾ, ਲਾ ਮਹੱਲਾ ਤੁਸੀਂ ਉਹਨੂੰ ਅਪੋਜ਼ ਕਰੋਗੇ। ਲੇਕਿਨ ਅਗਰ ਕੋਈ ਬੰਦਾ ਤੁਹਾਡੀ ਗੱਲ ਨੂੰ ਦਰੁਸਤ ਮੰਨਦਾ ਪਿਆ ਤਾਂ ਉਹਦੇ ਨਾਲ ਜ਼ਿਆਦਤੀ ਕਰਨ ਦੀ ਕਿਹੜੀ ਲੋੜ ਹੈ? ਉਹੀ ਗੱਲ ਆ ਗਈ ਨਾ ਕਿ ਉਹਦੀ ਜੇਬ ਤਲਾਸ਼ੀ ਲੈਣ ਦੀ ਲੋੜ ਨਹੀਂ ਰਹੇਗੀ ਕਿ ਇੱਕ ਬਈ ਕੀ ਹੋ ਤੁਹਾਡਾ ਮਜ਼ਹਬ ਕੀ ਹੈ ਤੇ ਨਾ ਕੀ ਹੈ ਤੇ ਫਲਾਣੀ। ਲੇਕਿਨ ਇਹ ਦੇਖੋ ਜੀ ਆਰਾਮਦਾ ਹੋਣਾ ਹੈ, ਉਹ ਇਲ ਜੀ ਆਈ ਹੈ, ਠੀਕ ਹੈ ਨਾ, ਉਹ ਆਂਦੇ ਬਕਵਾਸ ਕਰ ਰਹੀ ਹੈ ਤੇ ਉਹਨੂੰ ਫਿਰ ਜਵਾਬ ਦੇਣਾ ਉਹ ਕੀ ਕਹਿੰਦਾ ਹੈ ਵਾਜਬ ਹੋ ਜਾਂਦਾ ਨਾ। ਜਿੰਨੀ ਜ਼ਿਆਦਤੀ ਕਰੇ ਫਿਰ ਉਹਨੇ ਜ਼ਿਆਦਤੀ ਦਾ ਜਵਾਬ ਦੇਣ ਦਾ ਸਾਰਿਆਂ ਨੂੰ ਹੱਕ ਹੈ। ਆ ਕੇ ਉਹਨੇ ਕੋਈ ਚੰਗੀ ਗੱਲ ਕੀਤੀ, ਤਬਲੀਗ ਵਾਲਾ ਛਾਪਰ ਲੈ ਕੇ ਆਇਆ ਤੇ ਸੁੱਟ ਕੇ ਜਿਹੜਾ ਉਹਨੇ ਨਸਲ ਦੀ ਕੀਤੀ। ਐਸੀ ਚੀਜ਼ਾਂ ਦਾ ਨਜਾਇਜ਼ ਫਾਇਦਾ ਚੁੱਕਦੇ ਨੇ ਨਾ। ਦੇਖੋ ਇਹ नहीं ਜ਼ਿਆਦਤੀ ਕਰਦੇ ਨੇ ਆ ਕੇ ऐसे तकलीफ नहीं है। तकलीफ ऐसी है कि जो जवाब असी देने वो जवाब रिकॉर्ड करके खालिद बिन वलीद करन लगे ने। देखो जी ए साडे मसीह मौत तौहीन कर रहा है, ए मसरूरी भी तौहीन कर रहा है ते जदों देखो जी बकवास आके करेगा तो ला महल्ला अपने खुलफा से सुनेगा। ठीक है जदों ਉਹਨੂੰ ਝਾਕਾ ਨਹੀਂ ਤੇ ਮੈਨੂੰ ਕਿਹੜੀ ਸ਼ਾਇਦ ਦਾ ਝਾਕਾ ਜਾਂ ਮੈਨੂੰ ਇਹ ਹੋਏ ਨਾ ਕਿ ਮੈਂ ਕੋਈ ਜਮਾਤ ਕੋਲ ਲੈ ਕੇ ਖਾਣ ਲੱਗਾ ਕਿ ਮੈਂ ਤਜਨੀਦ ਕਾਰਡ ਮੈਂ ਬਣਵਾ ਲਿਆ, ਕੋਈ ਬੈਤ ਕਰ ਲਈ ਤੇ ਮੈਨੂੰ ਝਾਕਾ ਹੋਵੇ ਜਮਾਤ ਦਾ। ਇਸ ਤਰ੍ਹਾਂ ਉਹ ਬੱਟ ਕਹਿਣ ਲੱਗਾ ਇਹ ਮੈਨੂੰ ਸਾਰੀਆਂ ਹਰਕਤਾਂ ਕਰਨ ਦੇ ਬਾਅਦ ਕਹਿ ਰਿਹਾ ਕਿ ਮੈਨੂੰ ਜਮਾਤ ਨੇ ਰੋਕਿਆ ਹੈ ਕਿ ਜਿਸ ਦਿਨ ਮੈਂ ਛੱਡਾਂਗਾ ਮੈਂ ਤੈਨੂੰ ਦੱਸਾਂ। ਜਮਾਤ ਤੋਂ ਛੱਡਣ ਵਾਲੀ ਜਮਾਤ ਤੋਂ ਛੱਡਣ ਦੀ ਤਿਆਰੀ ਪਿਆ ਕਰਦਾ ਕਿ ਜਮਾਤ ਨੂੰ ਛੱਡ ਕੇ ਤੇ ਫਿਰ ਮੈਂ ਇਹਦੇ ਨਾਲ ਨਿਬੜਾਂਗਾ। नहीं फिर की निबड़ेगा ये नहीं वो खैर मारना उन्हें तू 10 मिनट आसे उनका छाड़ी दे छड़ के वेख ले नहीं तो ਕਿਹੜਾ ਕੰਮ ਕੱਲ ਜਿਸ ਵੇਲੇ ਟੋਨੀ ਲੱਗਾ ਸੀ ਨਾ ਤੁਹਾਡੇ ਨਾਲ ਆਮਿਰ ਭਾਈ, ਟੋਨੀ ਲੱਗਾ ਸੀ ਉਹ ਗਾਲਾਂ ਕੱਢ ਰਿਹਾ ਸੀ ਤੁਹਾਨੂੰ ਉੱਥੇ ਸੈਨੇ ਸਾਹਿਬ ਦੇ ਬਰਾੜ ਤੇ ਉਹ ਜਦੋਂ ਉਹਨੂੰ ਤੁਸੀਂ ਪੁੱਛਿਆ ਕਿ ਵੀ ਤੇਰਾ ਕਿਸ ਜਮਾਤ ਨਾਲ ਤਾਲੁਕ ਹੈ, ਇਹ ਮੇਰਾ ਜੀ ਰਸੂਲੁल्लाह सल्लल्लाहु अलैहि वसल्लम ਦੀ ਜਮਾਤ ਨਾਲ ਤੁਹਾਨੂੰ ਉਹ ਮੈਨੂੰ ਅੱਗੇ ਗੱਲ ਦੀ ਯਾਦ ਆ ਗਿਆ। ਉਹ ਬੰਦਾ ਕੋਈ 2 ਸਫ਼ਰ ਕਰ ਰਹੇ ਸਨ, ਬੱਸ 'ਚ ਬੈਠੇ ਜਾ ਰਹੇ ਸਨ ਕਿਤੇ ਤੇ ਉਹ ਇੱਕਦਮ ਮੁਲਾਕਾਤ ਹੋਈ। ਉਹਨੇ ਕਿਹਾ ਭਾਜੀ ਸੁਣਾਓ ਕਿੱਧਰ ਜਾ ਰਹੇ ਹੋ? ਉਹਨੇ ਕਿਹਾ ਮੈਂ ਉਹ ਫਲਾਣੇ ਸ਼ਹਿਰ। ਕਹਿੰਦਾ ਤੁਸੀਂ ਕਿੱਥੋਂ ਦੇ ਹੋ? ਉਹਨੇ ਕਿਹਾ ਮੈਂ ਤੇ ਉਹ ਗੁਜਰਾਂਵਾਲੇ ਦਾ, ਮਤਲਬ ਕੋਈ ਵੀ ਸ਼ਹਿਰ ਲੈ ਲਓ। ਉਹਨੇ ਕਿਹਾ ਗੁਜਰਾਂਵਾਲੇ ਦੇ ਬੰਦੇ ਤੇ ਸਹੀ ਨਹੀਂ ਹੁੰਦੇ, ਉੱਥੇ ਬੰਦੇ ਹੀ ਬੜੇ ਕੱਬੇ ਨੇ, ਉਹਨਾਂ ਦੇ ਵਿੱਚ ਤੇ ਖਾਣ ਪੀਣ ਦੀ ਤਮੀਜ਼ ਨਹੀਂ, ਨਾ ਬਹਿਣ ਸੌਣ ਦੀ, ਉਹ ਤੇ ਬੰਦੇ ਲੜਾਕੇ ਹੀ ਬੜੇ ਨੇ। ਉਹਨਾਂ ਵਿੱਚ ਇਹ ਵੀ ਵੈਲ ਹੈ ਉਹ ਵੀ। ਉਹਨੇ ਕੋਈ 7100 ਬੁਰਾਈਆਂ ਗਿਣਾ ਕੇ ਨਾ ਤੇ ਉਹਦੇ ਮੂੰਹ ਤੇ ਚੁੱਪ ਕਰ ਗਿਆ। ਉਸ ਤੋਂ ਬਾਅਦ ਉਹਨੇ ਕਿਹਾ ਅੱਛਾ ਤੂੰ ਕਿਹੜੇ ਸ਼ਹਿਰ ਦਾ ਯਾਰ? ਕਹਿੰਦਾ ਮੈਂ ਮੱਕੇ ਮਦੀਨੇ ਦਾ। ਕਹਿੰਦਾ ਭਾਈ ਜੀ ਤੁਸੀਂ ਮੱਕੇ ਮਦੀਨੇ ਤੋਂ ਥੋੜੀ ਦੇਰ ਵਾਸਤੇ ਬਾਹਰ ਨਹੀਂ ਆਉਂਦੇ? ਕਹਿੰਦਾ ਉਹ ਕਿਉਂ? ਕਹਿੰਦਾ ਮੈਂ ਵੀ ਤੇ ਤੁਹਾਡੀ ਮਾਂ ਭੈਣ ਇੱਕ ਕਰਨਾ ਜਿਹੜੀ ਤੁਸੀਂ ਮੇਰੀ ਕੀਤੀ। ਉਹ ਕੱਲ ਬੜਾ ਸੋਹਣਾ ਨਿਬੜ ਗਿਆ ਇਹ ਜੀ। ਮੈਂ ਤੇ ਰਸੂਲullah ਦੀ ਜਮਾਤ ਚੋਂ ਆ ਤੇ ਮਿਰਜ਼ਾ ਗੁਲਾਮ ਕਾਦਰ ਕਿੱਥੇ ਕਰਨਾ ਹੈ ਜਿਹਦਾ ਪੈਰੋਕਾਰ ਹੋ ਕੇ ਤੂੰ ਗਾਲਾਂ ਕੱਢ ਰਿਹਾ ਹੈ। ਔਰ ਇੱਕੋ ਸਾਹ ਦੇ ਵਿੱਚ ਉਹ ਅੱਧਾ ਘੰਟਾ ਮੈਨੂੰ ਬੜਾ ਗੁੱਸਾ ਆ ਰਿਹਾ ਸੀ, ਲੇਕਿਨ ਬੜਾ ਜ਼ਬਤ ਸੀ ਤੁਹਾਡਾ। ਉਹਨੂੰ ਕੋਈ ਹੋਰ ਗੱਲ ਹੀ ਨਹੀਂ ਸੀ ਆ ਰਹੀ, ਬੜੀ ਬਕਵਾਸ ਉਹ ਕਰਦਾ ਰਿਹਾ ਕੱਲ। ਯਾਰ ਦੇਖੋ ਜੀ ਕੋਈ ਰਿਕਾਰਡਿੰਗ ਹੈ ਵੇ ਸਾਡੇ ਉਸਤਾਦ ਦੀ ਤਸ਼ਹੀਰ ਦਾ ਮੌਜੂ ਬਣੇ, ਇੱਥੇ ਪਲੇ ਕਰੋ ਯਾਰ, ਅਖਲਾਕ ਫਾਜ਼ਲਾ ਸਾਨੂੰ ਸੁਣਾਓ। ਉਹਨੇ ਗੰਦ ਬਕਿਆ ਉਹਦਾ ਤਾਂ ਬਸ ਨਹੀਂ ਸੀ ਚੱਲ ਰਿਹਾ, ਫੋਨ ਦੇ ਵਿੱਚੋਂ ਨਿਕਲ ਕੇ ਆ ਕੇ ਉਹ ਫਟ ਜਾਵੇ। ਪਤਾ ਨਹੀਂ ਕਿੱਥੋਂ ਉਹਨੇ ਕੀ ਗੱਲ ਸੁਣ ਲਿੱਤੀ ਤੇ ਉਹ ਸੁਣ ਕੇ ਉਹਨੇ ਗੈਸ ਆਪਣੀ ਭਰੀ ਸੀ ਆ ਕੇ ਉੱਥੇ ਸਾਡੀ ਸ਼ੈਤਾਨੀ ਸਾਡੇ ਉਸਤਾਦ ਦੀ ਕੋਈ ਨਾ ਕੋਈ ਇਹੋ ਜਿਹੀ ਗੱਲ ਕੀਤੀ ਹੋਣੀ ਹੈ ਕਿ ਜਿਹਦੀ ਉਹਦੀ ਪੁੱਛਲ ਤੇ ਅੱਗ ਲੱਗ। ਮੈਂ ਕਹਿੰਦਾ ਕੁਝ ਵੀ ਨਹੀਂ, ਮੈਂ ਤਾਂ ਉੱਥੇ ਗਿਆ ਹੀ ਆ, ਮੈਂ ਤਾਂ ਸਲਾਮ ਅਲੈਕੁਮ ਕਰਕੇ ਬਹਿ ਗਿਆ, ਗਾਲਾਂ ਸ਼ੁਰੂ ਹੋ ਗਿਆ। ਇੱਕ ਸਵਾਲ ਨੇ ਸਿਰਫ ਉਸ ਬੰਦੇ ਨੂੰ ਬੇਬਸ ਕਰ ਦਿੱਤਾ। ਹੁਸੈਨੀ ਸਾਹਿਬ ਨੇ ਪੁੱਛਿਆ ਵੀ ਕਿਉਂ ਗਾਲਾਂ ਕੱਢ ਰਹੇ ਆ? ਕਹਿੰਦਾ ਇਹ ਰਿਐਕਸ਼ਨ ਹੈ ਉਸ ਐਕਸ਼ਨ ਦਾ ਜਿਹੜਾ ਇਹਨੇ ਆਪਣੀ ਬਰਾੜ ਤੇ ਪਿਛਲੇ 24 ਘੰਟੇ ਕੀਤਾ। ਤੇ ਮੈਂ ਸਿਰਫ ਇੱਕ ਸਵਾਲ ਕੀਤਾ, ਮੈਂ ਕਿਹਾ ਟੋਨੀ ਸਾਹਿਬ ਅਗਰ ਇਹ ਤੁਹਾਡੇ ਇਸ ਅਮਲ ਨੂੰ ਮੇਰੇ ਐਕਸ਼ਨ ਦਾ ਰਿਐਕਸ਼ਨ ਤੁਸੀਂ ਕਹਿ ਰਹੇ ਹੋ ਤੇ ਕਿਆ ਜਿਹੜਾ ਮੈਂ ਕੀਤਾ ਆਪਣੀ ਬਰਾੜ ਦੇ ਉੱਤੇ ਬਕੌਲ ਤੁਹਾਡੇ
ਉਹ ਵੀ ਕਿਸੇ ਐਕਸ਼ਨ ਦਾ ਰਿਐਕਸ਼ਨ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ? ਮੈਨੂੰ ਵੀ ਹੱਕ ਹੈ ਕਿ ਨਹੀਂ ਕਿਸੇ ਤੁਹਾਡੇ ਐਕਸ਼ਨ ਦਾ ਰਿਐਕਸ਼ਨ ਦੇ ਸਕਾਂ? ਇਹਦਾ ਜਵਾਬ ਹੈ ਨਹੀਂ। 2-3 ਵਾਰੀ ਮੈਂ ਡਰਾ ਕੇ ਨਾ ਲਾ ਕੇ ਵੇਖਿਆ ਵੀ ਲਾਸ਼ ਸਾਹ ਲੈਂਦੀ ਕਿ ਕੋਈ ਨਹੀਂ ਲੈਂਦੀ, ਨਬਜ਼ ਚਲਦੀ ਕਿ ਨਹੀਂ, ਜਵਾਬ ਹੀ ਹੈ ਨਹੀਂ। ਮੈਂ ਕਿਹਾ ਵੀ ਜਿਹੜੇ ਅਸੂਲ ਦੇ ਤਹਿਤ ਤੂੰ ਇਹ ਕਹਿ ਰਿਹਾ ਹੈ ਕਿ ਮੈਂ ਰਿਐਕਸ਼ਨ ਦੇ ਰਿਹਾ, ਮੈਂ ਜ਼ਿਆਦਤੀ ਨਹੀਂ ਕਰ ਰਿਹਾ ਬਲਕਿ ਇਹਦੀ ਜ਼ਿਆਦਤੀ ਦਾ ਮੈਂ ਰਿਐਕਸ਼ਨ ਦੇ ਰਿਹਾ, ਠੀਕ ਮੰਨ ਲਿਆ ਇੱਕ ਮਿੰਟ ਵਾਸਤੇ। ਤੇ ਜੇ ਆਮਰ ਵੀ ਆਪਣੀ ਬਰਾੜ ਦੇ ਉੱਤੇ ਤੁਹਾਡੀ ਕਿਸੇ ਜ਼ਿਆਦਤੀ ਦਾ ਰਿਐਕਸ਼ਨ ਦੇ ਰਿਹਾ ਹੋਵੇ, ਉਹਨੂੰ ਵੀ ਹੱਕ ਹੈ ਬਗੈਰ ਪ੍ਰੋਵੋਕੇਸ਼ਨ ਤੋਂ, ਜਿਸ ਤਰ੍ਹਾਂ ਤੂੰ ਗਾਲਾਂ ਕੱਢ ਰਿਹਾ ਹੈ, क्या मैं भी बगैर किसी दी प्रोवोकेशन तो गालां कढ़ सकना इस तरह? जवाब ही है नहीं। लो भाई मुसलमानों में दे दो, मैं होने लगा बिजी, इससे अगर वक्फा करो तो बेहतर है, तो जो ना करो तो तभी मैं जाऊंगा। ਅਮਰ ਭਾਈ ਬਿਜ਼ੀ ਹੋਣ ਤੋਂ ਪਹਿਲਾਂ ਪਲੀਜ਼ ਇੱਕ ਨਿੱਕੀ ਜੀ ਗੱਲ ਸੁਣ ਲਵੇ। ਉਹ ਬਰਾਨ ਅਹਿਮਦੀਆ ਮਿਰਜ਼ਾ ਸਾਹਿਬ ਨੇ ਜਿੱਥੇ ਸਾਬਤ ਕੀਤਾ ਕਿ ਹਜ਼ਰਤ ਈਸਾ अलैहिस्सलाम का नज़ूल होगा, उसने स्क्रीनशॉट मिल सकती है? मिल सकता जी, प्लीज जो टाइम होया मैनू व्हाट्सएप कर दिया, सेंड कर देना इंशाल्लाह जी। बहुत शुक्रिया, थैंक यू। राजा साहब बैठे ने या तुर गए? उस्ताद कितने गए ने? राजा साहब छाल मार दो। राजा साहब बैठे ने जी। और उस्ताद जी कह रहे थे ना कि मैं बिजी होने लगा। ठीक हो गया।